ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਸਥਾਨਕ ਵਿਸ਼ੇ ਨੂੰ ਆਧਾਰ ਬਣਾ ਕੇ। ਤੁਹਾਨੂੰ ਪਤਾ ਹੋਣਾ ਹੈ ਕਿ ਲਗਭਗ 20 ਮਹੀਨੇ ਪਹਿਲਾਂ BC ਵਿੱਚ ਕਈ ਸਾਲਾਂ ਤੋਂ ਬਾਅਦ ਇੱਕ ਨਵੀਂ ਸਰਕਾਰ ਹੋਂਦ ਵਿੱਚ ਆਈ। NDP ਅਤੇ ਗ੍ਰੀਨ ਪਾਰਟੀ ਦੀ ਰਲੀ ਮਿਲੀ ਸਰਕਾਰ। ਉਹਨਾਂ ਨੇ ਚੋਣਾਂ ਦੇ ਦੌਰਾਨ ਕਿਹੋ ਜਿਹੇ ਵਾਅਦੇ ਕੀਤੇ ਕਿ ਉਹ ਚੋਣਾਂ ਦੇ ਵਾਅਦਿਆਂ ਦੇ ਉੱਤੇ ਕਿੰਨੇ ਕੁ ਖਰੇ ਉਤਰੇ ਨੇ। ਅਸੀਂ ਸੱਦਾ ਦਿੱਤਾ ਸੀ ਕਿ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਜਾਵੇ। ਸਾਡੇ ਸੱਦੇ ਨੂੰ ਕਬੂਲ ਕਰਦਿਆਂ ਮੈਂਬਰ ਲੈਜਿਸਲੇਟਿਵ ਅਸੈਂਬਲੀ MLA ਜਗਰੂ ਬਰਾੜ ਅੱਜ ਸਾਡੇ ਮਹਿਮਾਨ ਰਹਿਣਗੇ। ਉਹਨਾਂ ਦੇ ਨਾਲ ਖੁੱਲੀ ਗੱਲਬਾਤ ਹੋਏਗੀ। ਅੱਗੇ ਚੱਲ ਕੇ ਪ੍ਰੋਗਰਾਮ ਦੌਰਾਨ ਤੁਹਾਨੂੰ ਵੀ ਸੱਦਾ ਦਿੱਤਾ ਜਾਏਗਾ, ਤੁਸੀਂ ਵੀ ਪ੍ਰੋਗਰਾਮ ਦੌਰਾਨ ਸ਼ਾਮਲ ਹੋ ਸਕੋਗੇ। ਪਰ ਪਹਿਲਾਂ ਮੈਂ ਇਹਨਾਂ ਕੋਲੋਂ ਇਹਨਾਂ ਦਾ ਰਿਪੋਰਟ ਕਾਰਡ ਅੱਜ ਲੈਣਾ ਚਾਹੁੰਦਾ ਕਿ ਇਹ ਕਿਹੜੇ ਵਾਅਦੇ ਕਰਕੇ ਅਸੈਂਬਲੀ ਵਿੱਚ ਪਹੁੰਚੇ ਸਨ। ਸਿਰਫ ਇਹਨਾਂ ਦੇ ਚੋਣ ਹਲਕੇ ਦੀ ਗੱਲ ਨਹੀਂ, ਸਮੁੱਚੇ BC ਦੇ ਵਿੱਚ ਕੀ ਕੀਤਾ, ਲੋਕ ਇਹਨਾਂ ਤੋਂ ਕੀ ਚਾਹੁੰਦੇ ਸਨ, ਕਿਹੋ ਜਿਹੇ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸਨ, ਇਹ ਸਾਰੀਆਂ ਗੱਲਾਂ ਬਾਤਾਂ ਪ੍ਰੋਗਰਾਮ ਦੌਰਾਨ ਬਰਾੜ ਸਾਹਿਬ ਦੇ ਨਾਲ ਅੱਜ ਕੀਤੀਆਂ ਜਾਣਗੀਆਂ। ਆਓ ਸਭ ਤੋਂ ਪਹਿਲਾਂ ਬਰਾੜ ਸਾਹਿਬ ਦਾ ਸਵਾਗਤ ਕਰਦੇ ਹਾਂ। ਬਰਾੜ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਬੈਨੀਪਾਲ ਸਾਹਿਬ, ਤੁਹਾਡਾ ਸਭ ਤੋਂ ਪਹਿਲਾਂ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ ਅੱਜ ਬਹੁਤ ਹੀ ਅਹਿਮ ਵਿਸ਼ੇ 'ਤੇ ਗੱਲਬਾਤ ਕਰਨ ਵਾਸਤੇ। ਮੈਂ ਸਭ ਤੋਂ ਪਹਿਲਾਂ ਜਿਹੜੇ ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਘੀ ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ, ਨਮਸਕਾਰ ਤੇ ਗੁੱਡ ਈਵਨਿੰਗ ਪੇਸ਼ ਕਰਦਾ। ਤੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਔਰ ਇਹ ਬੜਾ ਅੱਛਾ ਪ੍ਰੋਗਰਾਮ ਹੈ ਔਰ ਉਹਦੇ ਵਿੱਚ ਸਾਡੇ ਨਾਲ ਤੁਸੀਂ ਗੱਲਬਾਤ ਵੀ ਕਰੋਗੇ। ਜੀ ਹਾਂ ਜੀ। ਸੋ ਹੁਣ ਆਪਾਂ ਗੱਲਬਾਤ ਕਰਨੀ ਚਾਹੁੰਦੇ, ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਲਗਭਗ 20 ਮਹੀਨੇ ਤੁਹਾਨੂੰ ਹੋ ਗਏ ਨਵੀਂ ਸਰਕਾਰ ਹੋਣ ਦੇ ਵਿੱਚ ਆਏ, ਉਸ ਦਾ ਇੱਕ ਹਿੱਸਾ ਤੁਸੀਂ ਵੀ ਹੋ ਜੀ। ਕਿਹੜੇ ਮੁੱਖ ਚੋਣ ਵਾਅਦੇ ਸੀ ਜਦੋਂ ਤੁਸੀਂ ਚੋਣ ਪ੍ਰਕਿਰਿਆ ਦੇ ਵਿੱਚ ਦੀ ਗੁਜ਼ਰ ਰਹੇ ਸੀ, ਲੰਘ ਰਹੇ ਸੀ ਕਿ ਸਾਨੂੰ ਵੋਟਾਂ ਪਾਓ, ਕੀ ਸੀ ਜੀ ਉਹ? ਹਾਂਜੀ, ਚੋਣ ਪ੍ਰਕਿਰਿਆ ਦੇ ਵਿੱਚ ਸਭ ਤੋਂ ਵੱਡਾ ਜਿਹੜੀ ਗੱਲ ਇਹ ਹੁੰਦੀ ਹੈ ਕਿ ਜਿਹੜਾ ਮੁੱਖ ਵਾਅਦੇ ਜਿਹੜੀ ਪਾਰਟੀ ਕਰਦੀ ਹੈ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ, ਉਹ ਇਸ ਗੱਲ ਨੂੰ ਮੁੱਖ ਰੱਖ ਕੇ ਕੀਤੇ ਜਾਂਦੇ ਕਿ ਉਹ ਪੂਰੇ ਕਰਨੇ ਆ। ਕਿਉਂਕਿ ਉਸ ਤੋਂ ਬਾਅਦ ਤੁਹਾਨੂੰ ਬਜਟ ਵੀ ਦੇਣਾ ਪੈਂਦਾ, ਬਜਟ ਸਾਰਾ ਸ਼ੋਅ ਕਰਨਾ ਪੈਂਦਾ। ਅਸੀਂ 3 ਵਾਅਦੇ ਜਿਹੜੇ ਮੁੱਖ ਲੋਕਾਂ ਨਾਲ ਕੀਤੇ ਸੀਗੇ ਉਹ ਇਹ ਸੀ। ਪਹਿਲਾ ਵਾਅਦਾ ਸੀਗਾ ਕਿ ਅਸੀਂ BC ਦੇ ਜਿਹੜੇ ਆਮ ਲੋਕ ਨੇ, ਮਿਡਲ ਕਲਾਸ ਲੋਕ ਨੇ, ਉਹਨਾਂ ਦੀ ਜ਼ਿੰਦਗੀ ਨੂੰ ਰਾਹਤ ਦੇਣੀ ਹੈ, ਉਹਨਾਂ ਨੂੰ ਟੈਕਸ ਛੋਟ ਦੇ ਕੇ ਜਾਂ ਉਹਨਾਂ ਨੂੰ ਸਰਵਿਸ ਦੇ ਕੇ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾ ਕੇ ਅਫੋਰਡੇਬਲ ਬਣਾਉਣੀ ਹੈ। ਪਹਿਲਾ ਸਾਡਾ ਵਾਅਦਾ ਉਹਨਾਂ ਦੇ ਨਾਲ ਇਹ ਸੀਗਾ। ਦੂਜਾ ਵਾਅਦਾ ਇਹ ਸੀਗਾ ਕਿ ਜਿਹੜੀਆਂ ਸਰਵਿਸਿਜ਼ ਨੇ BC ਦੇ ਵਿੱਚ, ਚਾਹੇ ਉਹ ਹੈਲਥ ਕੇਅਰ ਹੋਵੇ ਜਾਂ ਐਜੂਕੇਸ਼ਨ ਹੋਵੇ ਜਾਂ ਹੋਰ ਸਰਵਿਸਿਜ਼ ਜਿਹੜੀਆਂ ਸੂਬਾ ਸਰਕਾਰ ਪੇਸ਼ ਕਰਦੀ ਹੈ ਲੋਕਾਂ ਨੂੰ, ਉਹਨਾਂ ਨੂੰ ਇੰਪਰੂਵ ਕਰਕੇ, ਉਹਨਾਂ ਨੂੰ ਬਿਹਤਰ ਕਰਕੇ ਜਿਹੜਾ ਉਹ ਲੋਕਾਂ ਵਾਸਤੇ ਕੀਤੀਆਂ ਜਾਣ ਤਾਂ ਕਿ ਲੋਕ ਉਹਨਾਂ ਸੇਵਾਵਾਂ ਤੋਂ ਜਿਹੜਾ ਹੈਗਾ ਜਿਨ੍ਹਾਂ 'ਤੇ ਨਿਰਭਰ ਨੇ ਉਹ ਲੈ ਸਕਣ। ਤੀਜਾ ਜਿਹੜਾ ਵਾਅਦਾ ਸਾਡਾ ਇਹ ਸੀਗਾ ਕਿ BC ਦੇ ਵਿੱਚ ਜਿਹੜੀ ਇਕੋਨਮੀ ਹੈ ਉਹਨੂੰ ਮਜ਼ਬੂਤ ਕਰਕੇ, ਔਰ ਪਹਿਲੀ ਗੱਲ ਉਹਨੂੰ ਮਜ਼ਬੂਤ ਹਰ ਖੇਤਰ ਦੇ ਵਿੱਚ, ਹਰ ਕੋਨੇ ਦੇ ਵਿੱਚ, ਸਾਰੇ ਜਿਹੜਾ BC ਦੇ ਵਿੱਚ ਕੀਤੀ ਜਾਵੇ। ਔਰ ਕਰਨ ਤੋਂ ਬਾਅਦ ਉਹਦੇ 'ਚ ਇੱਕ ਬੈਲੈਂਸ ਲਿਆਂਦਾ ਜਾਵੇ। ਬੈਲੈਂਸ ਇਹ ਹੈ ਕਿ ਉਹਦਾ ਜਿਹੜਾ ਲਾਭ ਹੈ ਉਹ ਸਾਰੇ ਲੋਕਾਂ ਨੂੰ ਮਿਲੇ, ਨਾ ਕਿ ਜਿਹੜਾ 16 ਸਾਲ ਪਹਿਲੇ ਹੋਇਆ ਕਿ BC ਦੀ ਇਕੋਨਮੀ ਚਾਹੇ ਮਜ਼ਬੂਤ ਰਹੀ, ਉਹਦਾ ਪਰ ਲਾਭ ਜਿਹੜਾ ਟੌਪ 2% ਲੋਕਾਂ ਨੂੰ ਮਿਲਿਆ। ਅਸੀਂ ਕਿਹਾ ਵੀ ਇਹ ਗੱਲ ਫੇਅਰ ਨਹੀਂ ਹੈ। ਉਸ ਇਕੋਨਮੀ ਦਾ ਜਿਹੜਾ ਫਾਇਦਾ ਹੈ ਉਹ ਸਾਰੇ ਲੋਕਾਂ ਨੂੰ ਮਿਲੇ। ਇਹ 3 ਵਾਅਦੇ ਅਸੀਂ ਮੋਟੇ ਤੌਰ 'ਤੇ ਕੀਤੇ ਸੀ। ਜ਼ਿੰਦਗੀ ਨੂੰ ਅਫੋਰਡੇਬਲ ਬਣਾਉਣਾ, ਸਰਵਿਸਿਜ਼ ਨੂੰ ਇੰਪਰੂਵ ਕਰਨਾ ਤੇ ਇਕੋਨਮੀ ਨੂੰ ਸਾਰੇ ਲੋਕਾਂ ਦੀ ਬਿਹਤਰੀ ਵਾਸਤੇ ਵਰਤਣਾ। ਜੋ ਆਪਾਂ ਇੱਕ ਲਾਈਨ ਦੇ ਵਿੱਚ ਕਹਿਣਾ ਹੋਵੇ ਕਿ ਬਿਲਡ ਅ ਬੈਟਰ BC, ਇਹ ਤੁਹਾਡਾ ਮੁੱਖ ਮੈਂ ਕਹਿ ਸਕਦਾ ਕਿ ਸਲੋਗਨ ਸੀ ਜੀ। ਬੈਟਰ BC ਫॉर ਪੀਪਲ ਆਫ ਬ੍ਰਿਟਿਸ਼ ਕੋਲੰਬੀਆ। ਹਾਂ, ਹੁਣ ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸਾਡੇ ਮੁੱਖ ਇਹ ਚੋਣ ਵਾਅਦੇ ਸੀ। ਕੋਈ ਹਰ ਸਰਕਾਰ ਚਾਹੁੰਦੀ ਹੈ ਕਿ ਜਿਹੜੇ ਅਸੀਂ ਚੋਣ ਮਨੋਰਥ ਪੱਤਰ ਦੇ ਰਾਹੀਂ ਜਾਂ ਵਰਬਲੀ ਲੋਕਾਂ ਦੇ ਨਾਲ ਵਾਅਦੇ ਕਰਕੇ ਸਰਕਾਰ ਤਾਂ ਹੋਂਦ ਵਿੱਚ ਲਿਆਂਦੀ। ਆਮ ਤੌਰ ਤੇ ਮੋਟੇ ਪੱਧਰ ਤੇ ਵੇਖਿਆ ਜਾਂਦਾ ਹੈ ਕਿ ਚੋਣਾਂ ਵੇਲੇ ਕੁਝ ਹੋਰ ਗੱਲਾਂ ਹੁੰਦੀਆਂ ਨੇ, ਬਾਅਦ ਦੇ ਵਿੱਚ ਬਹੁਤ ਸਾਰੇ ਵੱਡੇ ਮੁੱਦੇ ਉਹ ਠੰਡੇ ਬਸਤੇ 'ਚ ਪਾ ਦਿੱਤੇ ਜਾਂਦੇ ਨੇ, ਪਾਸੇ ਰੱਖ ਦਿੱਤੇ ਜਾਂਦੇ ਨੇ। ਹੁਣ ਤੱਕ ਕਿੰਨੇ ਕੁ ਵੱਡੇ ਵਾਅਦੇ ਸੀ ਜਿਹੜੇ ਪੂਰੇ ਕੀਤੇ? ਮੈਨੂੰ ਇਸ ਗੱਲ ਦਾ ਮਾਣ ਹੈ ਜੀ ਕਿ ਜਿਹੜੀ ਇੱਕ NDP ਦਾ ਵਿਧਾਇਕ ਹੋਣ ਦੇ ਨਾਤੇ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ NDP ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਪਲੇਟਫਾਰਮ ਦੇ ਵਿੱਚ, ਉਹਨਾਂ ਦੇ ਉੱਤੇ ਇੱਕ ਵਾਅਦਾ ਕਰਕੇ ਉਹ ਪੂਰੇ ਕੀਤੇ ਜਾ ਰਹੇ ਆ। ਬਹੁਤ ਸਾਰੇ ਵਾਅਦੇ ਜਿਹੜੇ ਵੱਡੇ ਵਾਅਦੇ ਸੀ ਉਹ ਆਲਰੇਡੀ ਪੂਰੇ ਕੀਤੇ ਜਾ ਚੁੱਕੇ ਆ, ਔਰ ਜਿਹੜੇ ਰਹਿੰਦੇ ਆ ਉਹਨਾਂ ਦੇ ਉੱਤੇ ਕੰਮ ਹੋ ਰਿਹਾ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਕੁਝ ਵਾਅਦੇ ਕਰਾਉਣ ਲੱਗਿਆ। ਅਸੀਂ ਵਾਅਦਾ ਕੀਤਾ ਸੀ ਸਰੀ ਦੇ ਵਿੱਚ ਲੋਕਾਂ ਦੇ ਨਾਲ ਕਿ ਜਿਹੜਾ ਟੋਲ ਹੈ ਫੋਰਟਮੈਨ ਬ੍ਰਿਜ ਦੇ ਉੱਤੇ ਤੇ ਗੋਲਡਨ ਈਅਰ ਬ੍ਰਿਜ ਦੇ ਉੱਤੇ ਹਟਾ ਦਿੱਤਾ ਜਾਊਗਾ। ਉਹ ਸਰਕਾਰ ਬਣਨ ਤੋਂ ਮੇਰੇ ਖਿਆਲ ਦੇ ਵਿੱਚ 3-4 ਮਹੀਨੇ ਬਾਅਦ ਜਿਹੜਾ ਟੋਲ ਆ ਉਹ ਮੁਕੰਮਲ ਤੌਰ ਦੇ ਉੱਤੇ ਉਹ ਹਟਾ ਦਿੱਤਾ ਗਿਆ, ਕਿਉਂਕਿ ਅਸੀਂ ਸਮਝਦੇ ਸੀ ਜਿਹੜਾ ਟੋਲ ਹੈ ਉਹ ਸਰੀ ਦੇ ਲੋਕਾਂ ਦੇ ਨਾਲ ਅਨਫੇਅਰ ਟੋਲ ਹੈ। ਕਿਉਂਕਿ ਬ੍ਰਿਜ ਹੋਰ ਥਾਵਾਂ 'ਤੇ ਵੀ ਬਣੇ ਸੀ, ਕ੍ਰਿਸਟੀ ਕਲਾਰਕ ਸਾਹਿਬਾ ਦੇ ਹਲਕੇ 'ਚ ਕਲੋਨੇ ਬਣਿਆ ਸੀਗਾ,
ਸੀ ਟੂ ਸਕਾਈ ਹਾਈਵੇ ਬਣਿਆ ਸੀ ਆਪਣਾ ਵਿਸਲਰ ਤੱਕ, ਉਹਨਾਂ ਦੇ ਟੋਲ ਨਹੀਂ ਸੀ, ਇਹਨਾਂ ਦੇ ਟੋਲ ਲਾਇਆ ਗਿਆ। ਇਸ ਕਰਕੇ ਅਸੀਂ ਇਹ ਅਨਫੇਅਰ ਟੋਲ ਜਿਹੜੇ ਹਟਾ ਦਿੱਤੇ ਗਏ। ਇਸੇ ਤਰੀਕੇ ਨਾਲ ਜਿਹੜਾ ਅਸੀਂ ਵਾਅਦਾ ਕੀਤਾ ਸੀ ਲੋਕਾਂ ਨੂੰ ਜਿਹੜੀ ਰਾਹਤ ਦੇਣ ਵਾਸਤੇ, ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਜ਼ਿੰਦਗੀ ਅਫੋਰਡੇਬਲ ਬਣਾਉਣ ਵਾਸਤੇ, ਅਸੀਂ ਪਿਛਲੇ ਬਜਟ ਦੇ ਵਿੱਚ ਤੇ ਇਸ ਬਜਟ ਦੇ ਵਿੱਚ BC ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਟੈਕਸ ਕੱਟ ਹੈ, ਟੈਕਸ ਛੋਟ ਹੈ, ਉਹ ਮਿਡਲ ਕਲਾਸ ਨੂੰ ਅਸੀਂ ਦਿੱਤੀ ਹੈ। ਉਹ ਹੈਗੀ ਹੈ MSP ਨੂੰ ਐਲੀਮੀਨੇਟ ਕਰਨਾ। ਅੱਧੀ ਜਾ ਚੁੱਕੀ ਹੈ, ਅੱਧੀ ਜਿਹੜੀ ਹੈ 1 ਜਨਵਰੀ 2020 ਤੋਂ ਖਤਮ ਹੋ ਜਾਏਗੀ। ਉਹ $2600 ਮਿਲੀਅਨ ਦੀ ਰਾਹਤ ਆ ਆਮ ਲੋਕਾਂ ਨੂੰ, ਜਿਹਦੇ ਵਿੱਚ ਇੱਕ ਵਿਅਕਤੀ ਨੂੰ $800 ਦਾ ਫਾਇਦਾ ਹੋਣਾ ਹੈ, ਜਿਹੜਾ ਇੱਕ ਪਰਿਵਾਰ ਨੂੰ $1800 ਦਾ ਫਾਇਦਾ ਹੋਣਾ ਹੈ ਕਿ ਅਸੀਂ ਕੰਮ ਕੀਤਾ ਹੈ। ਇਸੇ ਤਰੀਕੇ ਨਾਲ ਜਿਹੜਾ ਅਸੀਂ ਦੇਖੀਏ ਜਿਹੜੀ ਇਕੋਨਮੀ ਹੈ BC ਦੀ, ਉਹ ਇਸ ਵੇਲੇ ਪਿਛਲੇ 18 ਮਹੀਨਿਆਂ ਤੋਂ ਬਿਹਤਰੀਨ ਇਕੋਨਮੀ ਸਾਰੇ ਮੁਲਕ ਦੇ ਵਿੱਚ ਚੱਲ ਰਹੀ ਹੈ। ਇਹਦਾ ਮਤਲਬ ਕਿ BC ਦੇ ਵਿੱਚ ਸਭ ਤੋਂ ਲੋਐਸਟ ਜਿਹੜੀ ਅਨਪਲਾਇਮੈਂਟ ਹੈਗੀ ਹੈ 4.7%। 5% ਜੌਬਾਂ ਅੱਜ ਖਾਲੀ ਪਈਆਂ ਨੇ, ਬੰਦੇ ਨਹੀਂ ਮਿਲ ਰਹੇ ਉਹਨਾਂ ਨੂੰ। ਜੇ ਆਪਾਂ ਉਹ ਕਾਊਂਟ ਕਰ ਲਈਏ ਤਾਂ 0 ਅਨਪਲਾਇਮੈਂਟ ਹੈ BC ਦੇ ਵਿੱਚ ਅੱਜ। AAA ਕ੍ਰੈਡਿਟ ਰੇਟਿੰਗ ਹੈਗੀ BC ਦੀ, ਜਿਹੜੀ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਸਭ ਤੋਂ ਵਧੀਆ ਹੈ। ਇਸੇ ਤਰੀਕੇ ਨਾਲ BC ਜਿਹੜੀ ਇਕੋਨਮੀ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜੀ ਹੈਗੀ ਉਹਦੀ ਗਰੋਥ ਹੈਗੀ ਆ 2.6, ਉਹ ਵੀ ਸਾਰੇ ਮੁਲਕ ਭਰ ਦੇ ਵਿੱਚ ਸਭ ਤੋਂ ਵਧੀਆ ਜਿਹੜੀ ਹੈਗੀ ਹੈ। ਇਹਦੇ ਨਾਲ ਨਾਲ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ BC ਦੇ ਵਿੱਚ ਅਸੀਂ ਜਿਹੜੀ ਡੀਲ ਹੈ, ਇੱਕ ਇਤਿਹਾਸਕ ਡੀਲ ਕੀਤੀ ਹੈ, LNG ਡੀਲ, ਜਿਹੜੀ ਲਿਬਰਲ ਸਰਕਾਰ ਨੇ ਆਪਣੀ ਪੂਰੀ ਚੋਣ ਲੜੀ ਸੀ ਇੱਕ ਉਹਦੇ ਵਾਸਤੇ, ਪਰ ਉਹਨਾਂ ਤੋਂ ਡੀਲ ਜਿਹੜੀ ਹੈਗੀ ਮੁਕੰਮਲ ਤੌਰ ਦੇ ਉੱਤੇ, ਜਿਹਦੇ ਕਹਿੰਦੇ ਬਹੁਤ ਸਾਰੀਆਂ ਜੌਬਾਂ ਆਉਣਗੀਆਂ, ਉਸ ਵਕਤ ਡੈਟ ਫ੍ਰੀ BC ਦਾ ਨਾਰਾ ਲਾ ਕੇ ਉਹ ਜਿਹੜੀ ਚੋਣ ਲੜੀ ਗਈ ਸੀ। ਤੇ ਪਰ ਉਹ ਡੀਲ ਜਿਹੜੀ ਹੈਗੀ ਉਹ ਕਦੇ ਵੀ ਨਹੀਂ ਹੋਈ ਸੀਗੀ। ਉਹ ਆਪਣਾ ਜੌਨ ਹੌਰਗਨ ਸਰਕਾਰ ਨੇ, ਜਿਹੜਾ NDP ਸਰਕਾਰ ਨੇ ਉਹ ਡੀਲ ਸਿਰੇ ਲਾਈ ਹੈ। ਉਹਦੇ ਵਿੱਚ $40 ਬਿਲੀਅਨ ਜਿਹੜਾ BC ਦੇ ਵਿੱਚ ਉਹ ਇਨਵੈਸਟ ਹੋਣਾ, ਔਰ ਉਹ BC ਦੇ ਇਤਿਹਾਸ ਵਿੱਚ, ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਡੀਲ ਹੈਗੀ, ਜਿਹਦੇ ਨਾਲ 10,000 ਜੌਬਾਂ ਪੈਦਾ ਹੋਣੀਆਂ। ਇਹ ਪਰਮਾਨੈਂਟ ਹੋਣਗੀਆਂ? ਹਾਂ, 10,000 ਜੌਬਾਂ ਜਿਹੜੀਆਂ ਉਹ ਕੰਸਟਰਕਸ਼ਨ ਦਰਮਿਆਨ ਨੇ, ਉਸ ਤੋਂ ਬਾਅਦ ਜਿਹੜੀਆਂ ਜੌਬਾਂ ਘੱਟ ਜਾਣੀਆਂ ਉਹ ਪਰਮਾਨੈਂਟ ਹੋਣਗੀਆਂ। ਪਰ ਇਹਦੇ ਵਿੱਚੋਂ $22 ਬਿਲੀਅਨ BC ਦੇ ਲੋਕਾਂ ਨੂੰ ਰੈਵਨਿਊ ਆਉਣਾ, ਜਿਹਦੇ ਨਾਲ ਅਸੀਂ ਆਪਣਾ ਹੈਲਥ ਕੇਅਰ, ਐਜੂਕੇਸ਼ਨ, ਚਾਈਲਡ ਕੇਅਰ, ਉਹ ਸਾਰਾ ਕੁਝ ਬਣਾ ਸਕਦੇ ਹਾਂ। ਉਹ ਡੀਲ ਵੀ ਜਿਹੜੀ ਮੁਕੰਮਲ ਹੋ ਚੁੱਕੀ ਹੈ। ਇਸੇ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਜਿਹੜਾ MSP ਖਤਮ ਕਰਕੇ ਅਸੀਂ ਜਿਹੜਾ ਚਾਈਲਡ ਅਪਰਚੁਨਿਟੀ ਫੰਡ ਜਿਹੜਾ ਲੋਕਾਂ ਨੂੰ ਦਿੱਤਾ। ਪਹਿਲਾਂ ਸਿਰਫ ਬੱਚੇ ਵਾਸਤੇ ਜਿਹੜਾ ਕ੍ਰੈਡਿਟ ਮਿਲਦਾ ਸੀਗਾ ਉਹ 6 ਸਾਲਾਂ ਤੱਕ ਮਿਲਦਾ ਸੀਗਾ। ਹੁਣ ਅਸੀਂ ਵਧਾ ਕੇ 18 ਸਾਲ ਤੱਕ ਕਰ ਦਿੱਤਾ, ਤੇ ਉਹ ਜਿਹੜਾ ਬੈਨੀਫਿਟ ਆ ਉਹਨੂੰ ਵੀ ਬਹੁਤ ਅਪਲਿਫਟ ਕਰਤਾ। ਜੇ ਇੱਕ ਬੱਚਾ ਉਹਨੂੰ 1200 ਮਿਲਦਾ ਹੈ, ਹਾਂਜੀ, ਜੇ 2 ਬੱਚੇ ਨੇ 2600 ਮਿਲਦਾ ਹੈ, ਜੇ 3 ਬੱਚੇ ਨੇ $3400 ਉਹਨੂੰ ਮਿਲਣਾ 18 ਸਾਲ ਦੀ ਉਮਰ ਤੱਕ, ਤਾਂ ਕਿ ਬੱਚਿਆਂ ਦੇ ਪੈਸੇ ਲਾ ਕੇ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕੇ। ਸੋ ਇੱਕ ਪਾਸੇ MSP ਖਤਮ ਕੀਤਾ ਹੈ, ਦੂਜੇ ਪਾਸੇ ਇਹ ਰਾਹਤ ਦਿੱਤੀ ਲੋਕਾਂ ਨੂੰ। ਇਸੇ ਤਰੀਕੇ ਨਾਲ ਸਟੂਡੈਂਟ ਦਾ ਲੋਨ ਦਾ ਵਾਅਦਾ ਕੀਤਾ ਜੀ ਕਿ ਤੁਹਾਡਾ ਸਟੂਡੈਂਟ ਲੋਨ ਜਿਹੜਾ ਇੰਟਰਸਟ ਹੈ ਉਹ ਅਸੀਂ ਮੁਕੰਮਲ ਤੌਰ ਤੇ ਖਤਮ ਕਰ ਦਿਆਂਗੇ। ਉਹ ਇੰਟਰਸਟ ਵੀ ਇਸ ਬਜਟ ਦੇ ਵਿੱਚ ਮੁਕੰਮਲ ਤੌਰ ਤੇ ਖਤਮ ਕਰ ਦਿੱਤਾ ਗਿਆ। ਚਾਹੇ ਜਿਹੜਾ BC ਲਿਬਰਲ ਦੇ ਲੀਡਰ ਸਾਹਿਬਾਨ ਨੇ, ਐਂਡਰੂ ਵਿਲਕਨਸਨ, ਉਹਨਾਂ ਨੇ ਇਹਦੇ ਤੇ ਕਟਾਕਸ਼ ਕੀਤਾ ਸੀ ਜੀ। ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਵੱਡੀ ਗਲਤੀ ਹੈ, ਕਰਨਾ ਨਹੀਂ ਚਾਹੀਦਾ ਹੈ, ਤੇ ਅਸੀਂ ਉਹ ਕੀਤਾ। ਮੈਨੂੰ ਹਾਲੇ ਤੱਕ ਸਮਝ ਨਹੀਂ ਆ ਰਹੀ ਵੀ ਉਹਨਾਂ ਨੇ ਕਿਸ ਬਣਾ ਦੇ ਉੱਤੇ ਗੱਲ ਕਹੀ ਹੈ ਕਿ BC ਦੇ ਸਟੂਡੈਂਟ ਦਾ ਲੋਨ, ਜਿਹਦੀਆਂ ਫੀਸਾਂ ਲਿਬਰਲ ਦੇ 16 ਸਾਲਾਂ ਦਰਮਿਆਨ 300% ਫੀਸਾਂ ਵੱਧ ਚੁੱਕੀਆਂ BC ਦੇ ਵਿੱਚ, ਤੇ ਉਹਦਾ ਅਸੀਂ ਸਿਰਫ ਇੰਟਰਸਟ ਜਿਹੜਾ ਲੋਨ ਦੇ ਉੱਤੇ ਉਹ ਪਾਸੇ ਕੀਤਾ, ਉਹਨੂੰ ਐਲੀਮੀਨੇਟ ਕੀਤਾ, ਤਾਂ ਕਿ ਬੱਚੇ ਆਪਣੀ ਵਿੱਦਿਆ ਦੇ ਉੱਤੇ ਉਹ ਫੋਕਸ ਕਰ ਸਕਣ। ਇਹ ਕੰਮ ਵੀ ਆਲਰੇਡੀ ਜਿਹੜਾ ਹੋ ਚੁੱਕਿਆ। ਇਸੇ ਤਰੀਕੇ ਨਾਲ ਜਿਹੜੀ ਹਾਊਸਿੰਗ ਦਾ ਮਸਲਾ ਤੁਹਾਡੇ ਕੋਲ ਬਹੁਤ ਵੱਡਾ, ਹਾਊਸਿੰਗ ਦੀ ਜਿਹੜੀ ਅਫੋਰਡੇਬਿਲਿਟੀ ਦਾ ਮਸਲਾ ਇੰਨਾ ਵੱਡਾ ਹੈ ਕਿ ਅੱਜ BC ਦੇ ਵਿੱਚ 90% ਜਿਹੜੇ ਲੋਕ ਨੇ, ਖਾਸ ਕਰਕੇ ਨਿਊ ਇਮੀਗ੍ਰੈਂਟਸ ਤੇ ਸਾਡੇ ਜਿਹੜੇ ਬੱਚੇ ਨੇਗੇ ਸੈਕੰਡ ਜਨਰੇਸ਼ਨ, ਉਹਨਾਂ ਦਾ ਘਰ ਲੈਣ ਦਾ ਸੁਪਨਾ BC ਲਿਬਰਲ ਸਰਕਾਰ ਨੇ 16 ਸਾਲਾਂ ਦੇ ਵਿੱਚ ਮਾਰ ਦਿੱਤਾ। ਕਿਉਂ? ਕਿਉਂਕਿ ਇੱਥੇ ਜਿਹੜੀ ਡਰਟੀ ਮਨੀ ਇੱਥੇ ਆ ਰਹੀ ਸੀ, ਜਿਹੜੀ ਆਪਾਂ ਇਹਦੀ ਬਾਅਦ ਚ ਗੱਲ ਵੀ ਕਰਨੀ ਸੀ, ਗੱਲ ਕਰਾਂਗੇ ਬਿਲਕੁਲ ਜੀ। ਉਸ ਮਨੀ ਰਾਹੀਂ ਉਹ 5 ਬਿਲੀਅਨ ਜਿਹੜੀ ਮਨੀ ਹੁਣ ਤੱਕ ਐਸਟੈਬਲਿਸ਼ ਹੋ ਚੁੱਕੀ ਹੈ, ਉਹਦੇ ਵਿੱਚ ਇਨਵੈਸਟ ਹੋਈ ਹੈ। ਉਹਦੇ ਨਾਲ ਘਰਾਂ ਦੀਆਂ ਕੀਮਤਾਂ 3 ਸਾਲਾਂ ਦੇ ਵਿੱਚ ਇੰਨੀਆਂ ਵੱਧ ਗਈਆਂ ਜਿਹੜੀਆਂ 25 ਸਾਲਾਂ 'ਚ ਵਧਣੀਆਂ ਚਾਹੀਦੀਆਂ ਸੀਗੀਆਂ, ਤੇ ਲੋਕਾਂ ਦੀ ਤਨਖਾਹ ਵਧੀ ਨਹੀਂ। ਇਸ ਕਰਕੇ ਗੈਪ ਬਹੁਤ ਪੈ ਗਿਆ। ਇਸ ਕਰਕੇ ਅੱਜ ਲੋਕ ਘਰ ਨਹੀਂ ਖਰੀਦ ਸਕਦੇ। ਅਸੀਂ ਉਹਦੇ ਤੇ ਪਹਿਰਾ ਦੇ ਰਹੇ ਹਾਂ। ਉਹਦੇ ਤੇ ਅਸੀਂ ਇੱਕ ਤਾਂ ਪਾਲਿਸੀ ਚੇਂਜ ਕਰ ਰਹੇ ਹਾਂ ਤਾਂ ਕਿ ਘਰ ਜਿਹੜੇ ਹੈਗੇ ਆ ਉਹ ਅਫੋਰਡੇਬਲ ਬਣਾਏ ਜਾ ਸਕਣ। ਨਾਲ ਅਸੀਂ $7 ਬਿਲੀਅਨ ਅਸੀਂ ਲਾ ਰਹੇ ਹਾਂ ਜਿਹੜਾ ਘਰ ਬਣਾਉਣ ਵਾਸਤੇ, ਜਿਹੜੇ ਵਰਕਿੰਗ ਕਲਾਸ ਹੈ ਉਹਨਾਂ ਵਾਸਤੇ, ਤਾਂ ਕਿ ਉਹਨਾਂ ਵਾਸਤੇ 1,13,000 ਘਰ ਬਣਨੇ ਹੈ, ਜਿਹਦੇ ਵਿੱਚੋਂ ਮੇਰੇ ਖਿਆਲ 11,000 ਘਰ ਜਾਂ ਬਣ ਚੁੱਕੇ ਜਾਂ ਉਹ ਬਣ ਰਹੇ ਆ ਇਸ ਵੇਲੇ ਬੜੀ ਤੇਜ਼ੀ ਦੇ ਨਾਲ, ਉਹ ਵੀ ਕੰਮ ਚੱਲ ਰਿਹਾ ਹੈ। ਸੋ ਇਸ ਤਰੀਕੇ ਨਾਲ ਇੱਕ ਇੱਕ ਕਰਕੇ ਅਸੀਂ ਜਿਹੜੇ ਸਾਰੇ ਵਾਅਦੇ ਆ ਉਹ ਪੂਰੇ ਕਰ ਰਹੇ ਹਾਂ। ਐਜੂਕੇਸ਼ਨ ਦੇ ਵਿੱਚ ਬੜੀ ਵੱਡੀ ਇਨਵੈਸਟਮੈਂਟ ਹੋ ਚੁੱਕੀ ਹੈ। ਹੈਲਥ ਕੇਅਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਹੜਾ ਡਾਕਟਰ ਦੀ ਐਕਸੈਸ ਸੌਖੀ ਕਰਨ ਵਾਸਤੇ ਅਸੀਂ ਆਲਰੇਡੀ BC ਦੇ ਵਿੱਚ ਜਿਹੜੇ ਹੈਗੇ ਉਹਨੂੰ ਕਹਿੰਦੇ ਅਸੀਂ ਅਰਜੈਂਟ ਕੇਅਰ ਸੈਂਟਰ ਖੋਲ੍ਹ ਚੁੱਕੇ ਹਾਂ। ਸਰੀ ਦੇ ਵਿੱਚ ਪਹਿਲਾਂ ਅਰਜੈਂਟ ਕੇਅਰ ਸੈਂਟਰ ਖੁੱਲ੍ਹ ਚੁੱਕੇ ਆ ਤਾਂ ਕਿ ਡਾਕਟਰ ਦੀ ਐਕਸੈਸ ਵੀ ਸੌਖੀ ਹੋਵੇ, ਔਰ ਉਹਦੇ ਨਾਲ ਜਿਹੜਾ ਵੇਟ ਟਾਈਮ ਹੈ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਉਹ ਵੀ ਘਟੇ। ਤੇ ਇਸ ਬਜਟ ਦੇ ਵਿੱਚ
ਆਪਣਾ $4.4 ਬਿਲੀਅਨ 4400 ਬਿਲੀਅਨ ਡਾਲਰ ਹੈਲਥ ਕੇਅਰ ਵਾਸਤੇ, ਨਵੇਂ ਹਸਪਤਾਲ ਬਣਾਉਣ ਵਾਸਤੇ, ਨਵੇਂ ਇਕਵਿਪਮੈਂਟ ਲੈਣ ਵਾਸਤੇ ਉਹ ਰਾਖਵੇਂ ਰੱਖੇ ਗਏ ਤਾਂ ਕਿ ਜਿਹੜੇ ਉਹ ਹਸਪਤਾਲ ਵੀ ਇੱਥੇ ਬਣ ਸਕਣ, ਜਿਹਦੇ ਵਿੱਚ ਅਸੀਂ ਜ਼ੋਰ ਲਾ ਰਹੇ ਸਰੀ ਦੀ ਟੀਮ ਜਿਹੜਾ ਸਰੀ ਦਾ ਹਸਪਤਾਲ ਹੈ ਉਹ ਵੀ ਜਲਦੀ ਤੋਂ ਜਲਦੀ ਜਿਹੜਾ ਬਣ ਕੇ ਤਿਆਰ ਹੋਵੇ। ਇਸ ਤੋਂ ਪਹਿਲਾਂ ਕਿ ਆਪਾਂ ਅਗਲੇ ਰਿਪੋਰਟ ਕਾਰਡ ਦੀ ਗੱਲ ਕਰਦੇ ਜਾਈਏ, ਹੁਣ ਅਚਨਚੇਤ ਗੱਲ ਚੱਲਦਿਆਂ ਹੈਲਥ ਕੇਅਰ ਤੇ ਆਈਏ ਜੀ। ਸਰੀ ਦੇ ਲੋਕਾਂ ਦੀ ਚਿਰੋਕਣੀ ਮੰਗ ਹੈ ਤੇ ਲੋਕ ਇਹ ਵੀ ਅਕਸਰ ਕਹਿੰਦੇ ਆ ਕਿ ਜੇਕਰ NDP ਸਰਕਾਰ ਇਸ ਵਕਤ ਜੌਨ ਹੌਰਗਨ ਦੀ ਸਰਕਾਰ ਇਸ ਵਾਰ ਹੋਂਦ ਵਿੱਚ ਆਈ ਹੈ 16 ਵਰ੍ਹਿਆਂ ਤੋਂ ਬਾਅਦ, ਸਰੀ ਦਾ ਬਹੁਤ ਵੱਡਾ ਹੱਥ ਹੈ ਜੀ। ਫਰੀਦਕੋਟ ਹਲਕੇ ਦੀ ਤੁਸੀਂ ਵੀ ਨੁਮਾਇੰਦਗੀ ਕਰਦੇ ਹੋ ਜੀ। ਜੇ ਆਪਾਂ ਤੁਹਾਡੇ ਹਲਕੇ ਨੂੰ ਛੱਡ ਵੀ ਦਈਏ, ਪੂਰੇ ਸਰੀ ਦੀ ਇਹ ਮੰਗ ਹੈ, ਸਰੀ ਦੀ ਲੋੜ ਹੈ ਕਿ ਸਾਨੂੰ ਹਸਪੀਟਲ ਚਾਹੀਦਾ ਜੀ। ਉਹ ਕਹਿੰਦੇ ਲਾਰੇ ਲੱਪੇ ਪਿਛਲੀਆਂ ਸਰਕਾਰਾਂ ਵੀ ਲਾਉਂਦੀਆਂ ਰਹੀਆਂ, ਕਦੇ ਜ਼ਮੀਨ ਵੇਚਦੇ ਵੀ ਰਹੇ, ਇਸ ਗੱਲ ਤੋਂ ਵੀ ਆਪਾਂ ਇਨਕਾਰ ਨਹੀਂ ਕਰ ਸਕਦੇ। ਇਹ ਕਿੰਨੀ ਕੁ ਦੇਰ ਪਲਾਨਿੰਗ ਵਾਲੀ ਗੱਲ ਲੋਕ ਕਹਿੰਦੇ ਅਸੀਂ ਸੁਣਦੇ ਰਵਾਂਗੇ, ਕਦੋਂ ਤੱਕ ਸਾਨੂੰ ਪਤਾ ਲੱਗੇਗਾ ਕਿ ਹਸਪੀਟਲ ਹੋਂਦ ਵਿੱਚ ਆ ਜਾਏਗਾ ਜਾਂ ਕਿੱਥੇ ਬਣ ਰਿਹਾ? ਕੋਈ ਸ਼ੱਕ ਨਹੀਂ ਕਿ ਜਿਹੜੇ ਸਰੀ ਦੇ ਲੋਕ ਹੈ ਉਹ ਬਹੁਤ ਜਿਹਨੂੰ ਮੈਂ ਕਹਿ ਸਕਦਾ ਫਰਸਟ੍ਰੇਟ ਜਾਂ ਪਰੇਸ਼ਾਨ ਨੇਗੇ ਇਸ ਗੱਲ ਤੋਂ। ਮੇਰੇ ਕੋਲੇ ਜਿਹੜੀ ਜਦੋਂ ਮੈਂ MLA ਬਣਿਆ ਉਸ ਤੋਂ ਲੈ ਕੇ ਅੱਜ ਤੱਕ ਜੇ ਸਭ ਤੋਂ ਵੱਧ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ ਉਹ ਹੈਲਥ ਕੇਅਰ ਦੇ ਸੰਬੰਧ ਆਉਂਦੀਆਂ ਜੀ। ਔਰ ਜੇ ਮੈਂ ਸਭ ਤੋਂ ਵੱਧ ਕਿਸੇ ਇਸ਼ੂ ਤੇ ਲੜਿਆ ਉਹ ਵੀ ਹੈਲਥ ਕੇਅਰ ਹੀ ਹੈ ਐਜ਼ MLA ਸ਼ੁਰੂ ਤੋਂ ਲੈ ਕੇ ਅੱਜ ਤੱਕ ਜੀ। ਉਹਦੇ ਵਿੱਚ ਗੱਲ ਇਹ ਹੈਗੀ ਕਿ 16 ਸਾਲ ਦੇ ਵਿੱਚ ਇਹ ਗੱਲ ਸੱਚ ਹੈ ਉਹਨਾਂ ਨੇ ਕਦੇ ਵਾਅਦਾ ਨਹੀਂ ਕੀਤਾ। BC ਲਿਬਰਲ ਸਰਕਾਰ ਨੇ ਵਾਅਦਾ ਨਹੀਂ ਕੀਤਾ, ਬੈਸਟ ਇਕੋਨਮੀ ਦਾ ਝੰਡਾ ਜ਼ਰੂਰ ਖੜਾ ਰੱਖਿਆ ਲੇਕਿਨ ਵਾਅਦਾ ਨਹੀਂ ਕੀਤਾ, ਕਿਉਂਕਿ ਬੈਸਟ ਇਕੋਨਮੀ ਦੇ ਵਿੱਚੋਂ ਜਦੋਂ ਵੀ ਪੈਸੇ ਵੱਧਦੇ ਸੀ ਉਹ ਅਮੀਰਾਂ ਨੂੰ ਟੈਕਸ ਕੱਟ ਦੇ ਦਿੱਤਾ ਜਾਂਦਾ ਸੀ। ਜਿਹੜੀ ਜ਼ਮੀਨ ਲਈ ਸੀ ਪੁਰਾਣੀ NDP ਸਰਕਾਰ ਨੇ ਹਸਪਤਾਲ ਬਣਾਉਣ ਵਾਸਤੇ, ਜਿਹੜੀ 152 ਤੇ ਹਾਈਵੇ ਨੰਬਰ 10 ਦੇ ਕੋਨੇ ਤੇ ਜ਼ਮੀਨ ਹੈ, ਉਹ ਜ਼ਮੀਨ ਵੇਚ ਦਿੱਤੀ ਗਈ ਹੈ ਜੀ। ਤੇ NDP ਜਿਹੜਾ ਪਾਰਟੀ ਨੇ ਪਿਛਲੀ ਜਿਹੜਾ ਚੋਣ ਦੇ ਵਿੱਚ ਵਾਅਦਾ ਕੀਤਾ ਹੈ ਔਰ ਵਾਅਦਾ ਕਰਨ ਦੇ ਨਾਲ ਆਉਣ ਸਾਰ ਮੇਰੇ ਖਿਆਲ ਦੇ ਵਿੱਚ 3 ਜਾਂ 4 ਮਹੀਨੇ ਬਾਅਦ $3 ਮਿਲੀਅਨ ਜਿਹੜਾ ਸਾਡੇ ਹੈਲਥ ਮਿਨਿਸਟਰ ਸਾਹਿਬ ਨੇ ਮਾਨਯੋਗ ਏਡਨ ਡਿਕ ਸਾਹਿਬ, ਉਹਨਾਂ ਨੇ $3 ਮਿਲੀਅਨ ਜਿਹੜਾ ਉਹ ਫਰੇਜ਼ਰ ਹੈਲਥ ਨੂੰ ਜਿਹੜਾ ਦੇ ਦਿੱਤਾ ਸੀਗਾ ਤਾਂ ਕਿ ਉਸ ਹਸਪਤਾਲ ਦੀ ਮੁਕੰਮਲ ਪਲੈਨਿੰਗ ਸ਼ੁਰੂ ਹੋ ਸਕੇ, ਉਹਦਾ ਕਨਸੈਪਟ ਬਣ ਸਕੇ। ਮੇਰੇ ਖਿਆਲ ਦੇ ਵਿੱਚ ਜਿਹੜੀ ਉਹ ਕਨਸੈਪਟ ਰਿਪੋਰਟ ਆ ਉਹ ਬਣ ਕੇ ਆਲਮੋਸਟ ਤਿਆਰ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਉਮੀਦ ਕਰਦਾ ਕਿ ਜਿਹੜਾ ਉਹਦੇ ਤੇ ਅਗਲੇ ਸਟੈਪ ਨੇਗੇ ਉਹ ਲਏ ਜਾਣਗੇ। ਅਸੀਂ ਬਹੁਤ ਜਿਹੜਾ ਹੈਗਾ ਜ਼ੋਰ ਦੇ ਨਾਲ ਜਿਹੜੀ ਸਾਰੀ ਟੀਮ ਹੈ ਔਰ ਮੈਂ ਖੁਦ ਲਗਾਤਾਰ ਜਿਹੜਾ ਹੈਲਥ ਮਿਨਿਸਟਰ ਦੇ ਉੱਤੇ ਜਾਂ ਪ੍ਰੀਮੀਅਰ ਸਾਹਿਬ ਦੇ ਆਫਿਸ ਦੇ ਵਿੱਚ ਜਿਹੜਾ ਉਹਦਾ ਕੁੰਡਾ ਖੜਕਾਉਂਦੇ ਰਹਿੰਦੇ ਹਾਂ ਕਿ ਸਾਡੇ ਵਾਸਤੇ ਹਸਪਤਾਲ ਬਣਨਾ ਬਹੁਤ ਜ਼ਰੂਰੀ ਹੈ। ਮੈਨੂੰ ਆਸ ਹੈ ਤੇ ਮੇਰਾ ਇਹ ਮਿਸ਼ਨ ਵੀ ਹੈ, ਅਸੀਂ ਇਹਦੇ ਵਾਸਤੇ ਲੜਦੇ ਰਹਿਣਾ ਵੀ ਉਹ ਹਸਪਤਾਲ ਇੱਥੇ ਬਣ ਕੇ ਰਹੂਗਾ। ਅੱਛਾ, ਇਸ ਦੇ ਨਾਲ ਹੀ ਹੋਰ ਦੱਸਿਓ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਕੋਲ ਵੀ ਸਭ ਤੋਂ ਵੱਡੀ ਮੰਗ ਜਾਂ ਡਿਮਾਂਡ ਜਾਂ ਸ਼ਿਕਾਇਤਾਂ ਇਸੇ ਚੀਜ਼ ਦੀਆਂ ਆਉਂਦੀਆਂ ਨੇ ਜੀ। ਜਿਹੜੇ ਲੋਕ ਰਿਵਰ ਪਾਰ, ਸਮੁੰਦਰ ਦਰਿਆ ਪਾਰ ਜਾਂਦੇ ਨੇ ਸਵੇਰ ਵਕਤ, ਭਾਵੇਂ ਉਹ ਅਲੈਕਸ ਫਰੇਜ਼ਰ ਤੇ ਜਾਣ, ਮੈਸੀ ਟਨਲ ਰਾਹੀਂ ਜਾਣ, ਪਟੋਲੋ ਬ੍ਰਿਜ ਰਾਹੀਂ ਜਾਣ, ਦੂਸਰਾ ਤਾਂ ਤੁਸੀਂ ਕੰਡਾ ਕੱਢ ਦਿੱਤਾ ਜਿਹੜੇ ਲੋਕ ਪੋਰਟਮੈਨ ਬ੍ਰਿਜ ਵਰਤੋਂ ਹਟ ਗਏ ਸੀ। ਇਹ ਪੋਰਟਮੈਨ ਜਾਂ ਟਨਲ ਦੀ ਗੱਲ ਵੀ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਹੈ, ਇਹ ਤੇ ਕੀ ਹੋ ਰਿਹਾ ਜੀ? ਜਿਹੜੀ ਟਨਲ ਦੀ ਗੱਲਬਾਤ ਤੁਸੀਂ ਕਰਦੇ ਹੋ, ਟਨਲ ਦੇ ਵਿੱਚ ਅਗੇਨ ਲਿਬਰਲ ਦਾ ਪਰਸਪੈਕਟਿਵ ਆਪਣਾ ਹੀ ਸਾਡਾ ਆਪਣਾ ਜੀ। ਉਹਨਾਂ ਨੇ ਬ੍ਰਿਜ ਅਨਾਉਂਸ ਕੀਤਾ ਸੀਗਾ ਜਿਹੜਾ ਉਹ 10 ਲੇਨ ਦਾ ਬ੍ਰਿਜ ਸੀਗਾ ਜੀ ਔਰ ਉਹਦੇ ਵਿੱਚ ਬੈਨੀਪਾਲ ਜੀ ਇਹ ਗੱਲ ਬੜੀ ਸਪਸ਼ਟ ਹੈ ਕਿ ਉਹਦੇ ਵਿੱਚ ਜਿਹੜਾ 10 ਲੇਨ ਦਾ ਬ੍ਰਿਜ ਸੀਗਾ ਉਹ ਟੋਲ ਬ੍ਰਿਜ ਸੀਗਾ। ਅੱਛਾ, ਟਨਲ ਤੇ? ਹਾਂਜੀ। ਅੱਛਾ, ਉਹਦੇ ਤੇ $8 ਦੇ ਕਰੀਬ ਟੋਲ ਲੱਗਣਾ ਸੀਗਾ ਇੱਕ ਬੰਦੇ ਵਾਸਤੇ। ਅੱਛਾ ਜੀ। ਸੋ ਉਹ ਅਮੀਰਾਂ ਦਾ ਬ੍ਰਿਜ ਬਣ ਜਾਣਾ ਸੀ। ਫਿਰ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ। ਅਸੀਂ ਕਹਿੰਦੇ ਜੇ ਬ੍ਰਿਜ ਬਣਾਉਣਾ ਸਰਕਾਰ ਦੇ ਪੈਸੇ ਲੱਗਣੇ ਜਾਂ ਲੋਕਾਂ ਦੇ ਪੈਸੇ ਲੱਗਣੇ, ਉਹ ਸਾਰੇ ਲੋਕਾਂ ਵਾਸਤੇ ਹੋਣਾ ਚਾਹੀਦਾ। ਸੋ ਉਹ ਜਿਹੜਾ $8 ਦੇ ਨਾਲ ਜਿਹੜੀ ਅਸੀਂ ਰਿਪੋਰਟ ਕਰਵਾਈ ਹੈ ਹੁਣ ਉਹਦਾ ਇੰਪੈਕਟ ਕੀ ਹੋਣਾ ਜੇ ਤੁਸੀਂ ਅੱਜ ਵੀ ਟੋਲ ਲਾ ਦਿਓ ਨਾ, ਜਿਹੜੀ ਟਨਲ ਜਿੰਨੀ ਵੀ ਹੈਗੀ ਹੈ ਤੇ ਟ੍ਰੈਫਿਕ ਅੱਜ ਵੀ ਠੀਕ ਹੋ ਜਾਊ ਕਿਉਂਕਿ ਉਹਦੇ ਵਿੱਚੋਂ 25-30% ਬੰਦੇ ਭੱਜ ਜਾਣਗੇ ਜਿਸ ਤਰ੍ਹਾਂ ਪਹਿਲਾਂ ਪੋਰਟਮੈਨ ਤੋਂ ਭੱਜੇ ਸੀ ਉਹ ਦੂਜੇ ਪਾਸੇ। ਸੋ ਉਹ ਜਿਹੜੀ ਰਿਪੋਰਟ ਇਹ ਕਹਿੰਦੀ ਹੈ ਕਿ ਜੇ ਉਹਦੇ ਤੇ $8 ਟੈਕਸ ਲੱਗਦਾ ਆਪਣਾ ਟੋਲ ਲੱਗਦਾ ਹੈ ਤਾਂ ਉਹਦੇ ਚੋਂ ਵੱਡੀ % ਲੋਕ ਸ਼ਿਫਟ ਹੋ ਕੇ ਐਲੈਕਸ ਬ੍ਰਿਜ ਤੇ ਚੱਲ ਜਾਣਗੇ ਜਾਂ ਪਟੋਲੋ ਤੇ ਆਉਣਗੇ ਪਰ ਐਲੈਕਸ ਸਭ ਤੋਂ ਪਹਿਲਾਂ ਆਉਂਦਾ ਜੀ ਤੇ ਉੱਥੇ ਬੜੀਆਂ ਲੰਬੀਆਂ ਲਾਈਨਾਂ ਲੱਗ ਜਾਣੀਆਂ। ਉਹ ਗੱਲ ਉੱਥੇ ਦੀ ਉੱਥੇ ਹੀ ਫਿਰ ਖੜੀ ਰਹਿਣੀ, ਉਹ ਪਹਿਲਾਂ ਵੀ ਲੱਗਦੀਆਂ ਜੀ ਉਹਦੇ ਤੇ। ਹਾਂਜੀ, ਹੁਣ ਅਸੀਂ ਰਿਪੋਰਟ ਕਰਾਈ ਹੈ ਉਹਦੇ ਮੁਤਾਬਕ ਜਿਹੜਾ ਸਾਨੂੰ ਐਕਸਪਰਟ ਨੇ 3 ਆਪਸ਼ਨ ਦਿੱਤੀਆਂ ਨੇ। ਇੱਕ ਆਪਸ਼ਨ ਹੈਗੀ ਕਿ ਇਹ 8 ਲੇਨ ਦਾ ਬ੍ਰਿਜ ਦੀ ਲੋੜ ਨਹੀਂ ਹੈ, ਸੌਰੀ 10 ਲੇਨ ਦੀ ਲੋੜ ਨਹੀਂ ਹੈ, 8 ਲੇਨ ਦਾ ਬ੍ਰਿਜ ਬਣਾਇਆ ਜਾ ਸਕਦਾ ਹੈ। ਅੱਛਾ, ਦੂਜੀ ਆਪਸ਼ਨ ਹੈਗੀ ਕਿ ਜਿਹੜੀ ਟਨਲ ਹੈਗੀ ਹੈ, ਇੱਕ ਟਨਲ ਹੈਗੀ ਹੈ, ਇੱਕ ਟਨਲ ਸਾਈਡ ਤੇ ਹੋਰ ਬਣਾ ਕੇ ਉਹਨੂੰ ਡਬਲ ਕੀਤਾ ਜਾ ਸਕਦਾ, ਇਹ ਵੀ ਆਪਸ਼ਨ ਹੈਗੀ ਹੈ। ਤੇ ਇੱਕ ਆਪਸ਼ਨ ਹੋਰ ਵੀ ਹੈ ਮੇਰੀ ਹੁਣ ਇਸ ਤੇ ਬੜਾ ਯਾਦ ਨਹੀਂ, ਪਰ ਜਿਹੜੀ 2 ਆਪਸ਼ਨ ਇਹ ਹੈਗੀਆਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜੇ ਲੋਕਲ ਮੇਅਰ ਨਾਲ ਕੰਸਲਟ ਕਰ ਰਹੇ ਹਾਂ ਇਸ ਵੇਲੇ, ਕਿਉਂਕਿ ਪਹਿਲੀ ਸਰਕਾਰ ਨੇ ਕਿਸੇ ਮੇਅਰ ਨਾਲ ਕੰਸਲਟ ਨਹੀਂ ਕੀਤਾ। ਉਹਦੇ 'ਚ ਰਿਚਮੈਂਡ ਦਾ ਮੇਅਰ ਖਿਲਾਫ ਹੈ, ਜਿਹੜੇ ਲੋਅਰ ਮੇਨਲੈਂਡ ਦੇ ਸਾਰੇ ਮੇਅਰ ਖਿਲਾਫ ਨੇਗੇ। ਉਹ ਜਿੰਨੀ ਦੇਰ ਤੱਕ ਸਾਰੇ ਮੇਅਰ ਲੋਕਲ ਜਿਹੜੇ ਖਿਲਾਫ ਨੇਗੇ ਉਨੀ ਦੇਰ ਤੱਕ ਕਿਸੇ ਪ੍ਰੋਜੈਕਟ 'ਤੇ ਅੱਗੇ ਵਧਣਾ ਔਖਾ ਹੈ।
ਸੋ ਅਸੀਂ ਉਹਨਾਂ ਨਾਲ ਕੰਸਲਟ ਕਰ ਰਹੇ ਹਾਂ। ਕੰਸਲਟ ਕਰਨ ਤੋਂ ਬਾਅਦ ਅਸੀਂ ਉਹਦੇ 'ਤੇ ਫੈਸਲਾ ਲੈਣ ਜਾ ਰਹੇ ਹਾਂ। ਸੂਨਰ ਔਰ ਲੇਟਰ ਜਿਹੜਾ ਹੈਗਾ ਉਹ ਮੈਸੀ ਟਨਲ ਜਿਹੜਾ ਉਹ ਅਪਗ੍ਰੇਡ ਹੋਏਗਾ। ਸਾਡਾ ਸੁਪਨਾ ਇਹ ਹੈਗਾ ਜਦੋਂ ਬਣਨਾ ਉਹਦੇ 'ਤੇ ਕੋਈ ਟੋਲ ਨਹੀਂ ਲੱਗਣਾ ਚਾਹੀਦਾ, ਟੋਲ ਤੋਂ ਬਗੈਰ ਲੱਗਣਾ ਉਹ ਬਣਨਾ ਚਾਹੀਦਾ ਤਾਂ ਕਿ ਸਾਰੇ ਲੋਕਾਂ ਲਈ ਉਹ ਫੇਅਰ ਬ੍ਰਿਜ ਹੋਵੇ, ਸਾਰੇ ਲੋਕ ਉੱਥੋਂ ਲੰਘ ਸਕਣ। ਤੇ ਪਟੋਲੋ ਬ੍ਰਿਜ ਦੀ ਕੀ ਅਪਡੇਟ ਹੈ? ਪਟੋਲੋ ਬ੍ਰਿਜ ਦੀ ਫੰਡਿੰਗ ਆਲਰੇਡੀ ਪਾਸ ਹੋ ਚੁੱਕੀ ਹੈ। ਪਟੋਲੋ ਬ੍ਰਿਜ ਦੀ ਫੰਡਿੰਗ ਤਾਂ ਸਰਕਾਰ ਬਣਨ ਤੋਂ ਕੋਈ ਮੇਰੇ ਖਿਆਲ ਦੇ ਵਿੱਚ 6-7 ਮਹੀਨੇ ਬਾਅਦ 'ਚ ਪਾਸ ਹੋ ਚੁੱਕੀ ਸੀ। $1.4 ਬਿਲੀਅਨ ਫੰਡਿੰਗ ਜਿਹੜੀ ਉਹ ਪਾਸ ਹੋ ਚੁੱਕੀ ਹੈ। ਉਹਦਾ ਕੰਟਰੈਕਟ ਜਿਹੜਾ ਸਾਈਨ ਹੋ ਚੁੱਕਿਆ ਆਲਰੇਡੀ। ਉਹ 6 ਲੇਨਾਂ ਦੀ ਕਪੈਸਿਟੀ ਦਾ ਬ੍ਰਿਜ ਬਣਨਾ ਹੈ, ਪਰ ਸ਼ੁਰੂ ਦੇ ਵਿੱਚ 4 ਲੇਨਾਂ ਓਪਨ ਹੋਣੀਆਂ ਉਹਦੀਆਂ। ਉਹ 4 ਲੇਨਾਂ ਓਪਨ ਇਸ ਕਰਕੇ ਹੋਣੀਆਂ, ਪਰ ਉਹ ਹੁਣ ਵਾਲੀਆਂ ਲੇਨਾਂ ਦੇ ਨਾਲੋਂ ਬਹੁਤ ਜ਼ਿਆਦਾ ਖੁੱਲ੍ਹੀਆਂ ਹੋਣਗੀਆਂ। ਟ੍ਰੈਫਿਕ ਫਿਰ ਵੀ ਉੱਥੇ 10-15% ਵੱਧ ਜਾਣੀ ਹੈ। ਉਹਦਾ ਕਾਰਨ ਇਹ ਹੈ ਕਿ ਉਹ ਟ੍ਰੈਫਿਕ ਵਧਣ ਦੇ ਨਾਲ ਕੇਰਾਂ ਜਿਹੜਾ ਅਗਲਾ ਸ਼ਹਿਰ ਸਾਡੇ ਹੈਗਾ, ਖਾਸ ਕਰਕੇ ਜਿਹੜਾ ਨਿਊ ਵੈਸਟ ਹੈ, ਉਹਦੇ 'ਚ ਫਿਰ ਦੇਖਣਾ ਪਊ ਟ੍ਰੈਫਿਕ ਵਧਣ ਦੇ ਨਾਲ ਵੀ ਕਿਹੜੀਆਂ ਸੜਕਾਂ 'ਤੇ ਇੰਪੈਕਟ ਹੋਣਾ ਹੈ, ਉਹ ਕਿੰਨੀਆਂ ਚੌੜੀਆਂ ਕਰਨੀਆਂ ਪੈਣੀਆਂ। ਉਹਨਾਂ ਨੂੰ ਐਡਜਸਟ ਕਰਨ ਤੋਂ ਬਾਅਦ ਉਹਦੀ ਜਿਹੜੀ 6 ਲੇਨ ਦੀ ਕਪੈਸਿਟੀ ਆ ਉਹ ਮੁੜ ਕੇ ਬਹਾਲ ਕੀਤੀ ਜਾਊਗੀ। ਪਰ ਉਹ ਬ੍ਰਿਜ ਦੇ ਸਾਰੇ ਪੈਸੇ ਜਿਹੜੀ ਫੰਡਿੰਗ ਪਾਸ ਹੋ ਕੇ ਉਹਦੀ ਉਸਾਰੀ ਬਹੁਤ ਜਲਦੀ ਸ਼ੁਰੂ ਹੋਣ ਜਾ ਰਹੀ ਹੈ। ਚਲੋ ਇਹ ਚੰਗੀ ਗੱਲ ਹੈ। ਦਰਸ਼ਕਾਂ ਨੂੰ ਸ਼ਾਇਦ ਇਸ ਗੱਲ ਦੀ ਖੁਸ਼ੀ ਹੋਣੀ ਹੈ ਤੇ ਪਹਿਲਾਂ ਵੀ ਸ਼ਾਇਦ ਇਹ ਖਬਰਾਂ ਉਹਨਾਂ ਤੱਕ ਪਹੁੰਚੀਆਂ ਹੋਣਗੀਆਂ। ਹੁਣ ਬਰਾੜ ਸਾਹਿਬ ਇਹ ਦੱਸੋ, ਆਪਾਂ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਪਹਿਲੀ ਸਰਕਾਰ ਨੇ ਕੁਝ ਨਹੀਂ ਕੀਤਾ, 16 ਸਾਲ ਲਾਰਾ ਵੀ ਨਹੀਂ ਲਾਇਆ, ਚੋਣਾਂ ਵੇਲੇ ਅਕਸਰ ਵਾਅਦਾ ਜ਼ਰੂਰ ਕਰ ਲਿਆ ਜਾਂਦਾ ਸੀ। ਜਿਵੇਂ ਆਪਾਂ ਸੰਖੇਪ 'ਚ ਗੱਲ ਕਰੀਏ ਕਿ ਪਹਿਲੀ ਸਰਕਾਰ ਜਿਹੜੀ 16 ਸਾਲ ਉਹ ਇਕੋਨਮੀ ਦਾ ਝੰਡਾ ਤਾਂ ਚੁੱਕਦੀ ਰਹੀ। ਤੁਸੀਂ ਦੱਸ ਰਹੇ ਹੋ ਕਿ ਜਿਹੜੇ ਉੱਪਰਲੇ 2% ਲੋਕ ਨੇ ਉਹਨਾਂ ਨੂੰ ਟੈਕਸ ਰਿਆਇਤ ਵੀ ਦਿੰਦੀ ਰਹੀ ਜੀ। ਉਹਨਾਂ ਨਾਲੋਂ ਤੁਹਾਡੀ ਸਰਕਾਰ ਦਾ ਮੋਟੇ ਤੌਰ 'ਤੇ ਕੀ ਫਰਕ ਹੈ? ਸਾਡੀ ਸਰਕਾਰ ਤੋਂ ਉਹਨਾਂ ਦਾ ਫਰਕ ਇਹ ਹੈ ਜੀ, ਜਿਹੜੀ ਲਿਬਰਲ ਸਰਕਾਰ ਸੀਗੀ 16 ਸਾਲ, ਉਹਨਾਂ ਦਾ ਲਿਬਰਲ ਸਰਕਾਰ ਤੇ ਐਂਡਰੂ ਵਿਲਕਨ ਸਾਹਿਬ ਜਿਹੜੇ ਹੁਣ ਹੈਗੇ ਆ, ਉਹ ਜਿਹੜਾ BC ਦਾ ਲੋਕਾਂ ਦਾ ਪੈਸਾ ਜਿਹੜਾ ਬਜਟ ਹੈ ਉਸ ਦੀ ਸਭ ਤੋਂ ਵੱਡੀ ਸਹੂਲਤ 2% ਲੋਕਾਂ ਨੂੰ ਦੇਣਾ ਚਾਹੁੰਦੇ ਆ। ਜੌਨ ਹੌਰਗਨ ਸਰਕਾਰ ਤੇ NDP ਜਿਹੜੀ ਸਰਕਾਰ ਹੈਗੀ ਹੈ, ਇਹ ਜਿਹੜਾ ਉਹ ਪੈਸਾ ਉਹਦਾ ਆਮ ਲੋਕਾਂ ਨੂੰ ਸਹੂਲਤ ਦੇਣਾ ਚਾਹੁੰਦੇ। ਇਹ ਫਰਕ ਹੈ ਸਾਡੇ ਦੇ ਉੱਤੇ। ਮਿਸਾਲ ਦੇ ਤੌਰ 'ਤੇ ਮੈਂ ਤੁਹਾਨੂੰ ਦੱਸ ਰਿਹਾ ਕਿ 16 ਸਾਲਾਂ ਦੇ ਵਿੱਚ ਆਉਣ ਸਾਰ ਪਹਿਲੇ ਦਿਨ ਜਦੋਂ ਗੌਰਡਨ ਕੈਂਪਬੈਲ ਦੀ ਸਰਕਾਰ ਬਣੀ ਹੈ 2001 ਦੇ ਵਿੱਚ, ਪਹਿਲੇ ਦਿਨ $1 ਬਿਲੀਅਨ ਟੈਕਸ ਛੋਟ ਅਮੀਰਾਂ ਨੂੰ ਦਿੱਤੀ ਗਈ ਹੈ 2% ਨੂੰ ਫਸਟ ਡੇ। ਉਸੇ ਦਿਨ ਉਸੇ ਕਲਮ ਦੇ ਨਾਲ ਦਸਤਖਤ ਕੀਤਾ ਗਿਆ ਜਿਹੜੀਆਂ ਸਰਵਿਸਿਜ਼ ਨੇ, ਹੈਲਥ ਕੇਅਰ, ਐਜੂਕੇਸ਼ਨ, ਉਹਨਾਂ 'ਤੇ 38% ਕੱਟ ਲਾਈ ਗਈ, 38%, ਜਿਹਦੇ ਨਾਲ ਉਹਦਾ ਨਤੀਜਾ ਇਹ ਨਿਕਲਿਆ ਕਿ 240 ਸਕੂਲ ਬੰਦ ਕੀਤੇ ਗਏ। ਬਜ਼ੁਰਗਾਂ ਦਾ ਜਿਹੜਾ ਬੱਸ ਪਾਸ ਸੀ ਉਹ ਵੀ ਬੰਦ ਕਰ ਦਿੱਤਾ ਗਿਆ, ਬਾਅਦ 'ਚ ਰੌਲਾ ਪੈਣ ਤੋਂ ਉਹਨਾਂ ਨੇ ਵਾਪਸ ਕੀਤਾ। ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਵੇਚ ਦਿੱਤੀਆਂ ਗਈਆਂ, ਠੀਕ ਹੈ ਜੀ। ਉਹਨਾਂ 'ਚੋਂ ਸਰੀ ਵਾਲੀ ਵੀ ਇੱਕ ਹੈ, ਸਰੀ ਵਾਲੀ ਉਹਨਾਂ ਦੇ ਵਿੱਚੋਂ ਇੱਕ ਹੈ। ਔਰ ਇਸ ਸਮੇਂ ਦਰਮਿਆਨ ਜਿਹੜੇ ਇੰਡੀਪੈਂਡੈਂਟ ਪਾਵਰ ਪ੍ਰੋਜੈਕਟ ਨੇ, ਜਿਹੜੇ ਬਿਜਲੀ ਪੈਦਾ ਕਰਨ ਦੇ ਪ੍ਰਾਈਵੇਟ ਪ੍ਰੋਜੈਕਟ, ਛੋਟੇ ਜਿੱਥੇ ਪਾਣੀ ਡਿੱਗਦਾ ਦਰਿਆ ਦਾ, ਉਹਦੇ 'ਤੇ ਲੱਗੇ ਹੋਏ ਨੇ। ਉਹ ਆਪਣੇ ਦੋਸਤਾਂ ਨੂੰ ਜਿਹੜੇ ਡੋਨੇਸ਼ਨ ਦਿੰਦੇ ਸੀ ਉਹਨਾਂ ਨੂੰ ਦਿੱਤੇ ਗਏ। ਉਹਨਾਂ ਦੇ 20-20 ਸਾਲ ਦੇ ਕੰਟਰੈਕਟ ਕੀਤੇ ਗਏ ਆ ਔਰ ਉਹਨਾਂ ਤੋਂ ਅਸੀਂ ਬਹੁਤ ਮਹਿੰਗੀ ਲੈ ਕੇ। ਬਿਲਕੁਲ, ਇਹ ਜ਼ਰੂਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਇਹ ਗੱਲ ਦਾ ਰੇੜਕਾ ਬੜਾ ਪਿਆ ਹੋਇਆ ਹੈ ਕਿ ਮਹਿੰਗੇ ਭਾਅ ਤੇ ਬਿਜਲੀ ਖਰੀਦੀ ਜਾ ਰਹੀ ਹੈ। ਉਹ ਕਿੰਨਾ ਕੁ ਮਹਿੰਗਾ? ਦਰਅਸਲ ਇਹ ਹੈ ਸਿਚੁਏਸ਼ਨ ਕੀ ਹੈ, ਇਹ ਸਿਨੈਰੀਓ ਕੀ ਹੈ? ਉਹਨਾਂ ਤੋਂ ਬਹੁਤ ਮਹਿੰਗੇ ਲੈ ਕੇ ਤੇ ਕੌਡੀਆਂ ਦੇ ਭਾਅ ਵੇਚੇ ਜਾ ਰਹੇ। ਅੱਛਾ। ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਕਿ ਇਹ ਬਿਜਲੀ ਮਹਿੰਗੀ ਲੈ ਕੇ ਸਸਤੀ ਵੇਚਦੇ ਆ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਬਿਜਲੀ ਬਹੁਤ ਮਹਿੰਗੀ ਲੈ ਕੇ ਤੇ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ ਇੱਥੇ BC ਦੇ ਵਿੱਚ। ਹੁਣ ਮੈਂ ਤੁਹਾਨੂੰ ਥੋੜੀ ਉਹਦੀ ਜ਼ਰੂਰਤ ਸੀ? ਵੈਸੇ ਬਿਲਕੁਲ ਨਹੀਂ ਸੀ, ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਕਿ BC ਦੇ ਵਿੱਚ ਜਿਹੜਾ BC ਹਾਈਡਰੋ ਜਿਹੜਾ ਸਾਡੀ ਜਿਹੜਾ ਅਦਾਰਾ ਹੈ ਜਿਹੜੀ ਬਿਜਲੀ ਦੇਣ ਵਾਸਤੇ, ਲੋਕਾਂ ਨੂੰ એનર્ਜੀ ਦੇਣ ਵਾਸਤੇ, ਉਹ 60,000 ਜਿਹੜਾ ਉਹਨੂੰ ਕਹਿੰਦੇ ਗਿਗਾਵਾਟ ਜਿਹੜੀ ਆਵਰਸ ਬਿਜਲੀ ਜਾਂ ਪੈਦਾ ਕਰਦਾ ਤੇ ਜਾਂ ਉਹ ਖਰੀਦਦਾ। ਅੱਛਾ, ਪਰ ਉਹਦੇ ਕੋਲ ਇੰਨੀ ਕੈਪੈਸਿਟੀ ਹੈ, ਕੁੱਲ ਮਿਲਾ ਕੇ 60,000 ਦੀ ਹੈ। ਖਰੀਦਦਾ ਕਿਤੋਂ? ਜਿਹੜੇ ਉਹ ਪ੍ਰੋਜੈਕਟ ਇੰਡੀਪੈਂਡੈਂਟ ਪਾਵਰ ਪ੍ਰੋਜੈਕਟ ਤੋਂ, ਜਿਹੜੇ ਉਹ 20 ਸਾਲਾਂ ਦੇ ਆਪਣਾ ਗੌਰਡਨ ਕੈਂਪਬੈਲ ਸਰਕਾਰ ਨੇ ਕੀਤੇ ਹੋਏ ਨੇ, ਕ੍ਰਿਸਟੀ ਕਲਾਰਕ ਸਮੇਂ ਜਾਂ ਉਹਨਾਂ ਲਿਬਰਲ ਵੇਲੇ, BC ਲਿਬਰਲ ਵੇਲੇ 60,000 ਬਿਜਲੀ ਉਹ ਉਹਨਾਂ ਦੇ ਕੋਲੇ ਹੁੰਦੀ ਹੈ। 60,000 ਦੇ ਵਿੱਚੋਂ ਜਿਹੜੀ ਹੈਗੀ ਹੈ ਪਿਛਲੇ ਸਾਲ ਦੀ ਜਿਹੜੀ ਰਿਪੋਰਟ ਹੈਗੀ 2018 ਦੀ ਰਿਪੋਰਟ, BC ਹਾਈਡਰੋ ਦੀ ਰਿਪੋਰਟ ਹੈ, ਉਹਦੇ ਮੁਤਾਬਕ 5,000 ਜਿਹੜੀ ਗਿਗਾਵਾਟ ਜਿਹੜੀ ਬਿਜਲੀ ਹੈਗੀ ਉਹ ਫਾਲਤੂ ਸੀਗੀ, ਸਰਪਲਸ ਸੀ। 5,000 ਸਰਪਲਸ ਹੋਣ ਦੇ ਬਾਵਜੂਦ ਖਰੀਦੀ ਜਾ ਰਹੀ ਹੈ। ਸਰਪਲਸ ਹੋਣ ਦੇ ਬਾਵਜੂਦ ਉਹ ਪ੍ਰੋਜੈਕਟ ਲਗਾਏ ਗਏ ਹੈ। ਖਰੀਦਣੇ ਤੋਂ ਬਾਅਦ ਦੀ ਗੱਲ ਹੈ ਨਾ, ਉਹ ਲਗਵਾਏ ਗਏ ਹੈ। 5,000 ਕਿੰਨੀ ਇਹ ਸਮਝਣ ਦੀ ਲੋੜ ਹੈ, ਮੈਂ ਸਰੋਤਿਆਂ ਵਾਸਤੇ ਦੱਸਣ ਲੱਗਿਆ। 5,000 ਪੈਨਵਲ ਸਾਹਿਬ ਇੰਨੀ ਹੈ ਕਿ ਜਿਹੜਾ ਸਾਡਾ ਅਸੀਂ ਨਵਾਂ ਪ੍ਰੋਜੈਕਟ ਲਾਉਣ ਜਾ ਰਹੇ ਹਾਂ ਸਾਈਟ ਸੀ, ਉਹਦੀ ਵੀ ਲੋੜ ਨਹੀਂ ਸੀ। ਡੈਮ ਉਹ ਭਾਖੜਾ ਡੈਮ ਨਾਲੋਂ ਕਿਤੇ ਜ਼ਿਆਦਾ ਵੱਡਾ ਡੈਮ ਹੈ, $12 ਬਿਲੀਅਨ ਤੇ ਲੱਗਣੇ ਆ, 12 ਬਿਲੀਅਨ। ਸੋ 12,000 ਮਿਲੀਅਨ ਤੇ ਲੱਗਣਾ। ਉਸ ਪ੍ਰੋਜੈਕਟ ਨੇ
ਕੁੱਲ ਮਿਲਾ ਕੇ 5100 ਗੀਗਾਵਾਟ ਆਵਰਸ ਬਿਜਲੀ ਪੈਦਾ ਕਰਨੀ ਹੈ। 5000 ਜਿੰਨੀ ਸਰਪਲਸ ਪਈ ਹੈ, ਜਿੰਨੀ ਆਲਰੇਡੀ ਪਈ ਹੈ। 5000 ਸਰਪਲਸ ਪਈ ਹੈ, 5100 ਉਹਨੇ ਪੈਦਾ ਕਰਨੀ ਹੈ। ਹੁਣ ਅੱਗੇ ਆ ਜਾਓ ਵੀ ਵੇਚਦੇ ਕਿਵੇਂ ਆਪਾਂ ਜੀ। ਹੁਣ ਉਹ ਜਿਹੜੀ ਸਰਪਲਸ ਹੋ ਜਾਂਦੀ ਹੈ BC ਹਾਈਡਰੋ ਕੋਲੇ, ਉਹਨੂੰ ਉਹ ਐਕਸਪੋਰਟ ਮਾਰਕੀਟ ਦੇ ਵਿੱਚ ਵੇਚਣੀ ਪੈਂਦੀ ਹੈ। ਪਹਿਲੀ ਗੱਲ ਤਾਂ ਲੈਂਦੇ ਆਪਾਂ ਕਿੰਨੇ ਭਾਅ 'ਚ, ਜਿਹੜੇ ਉਹ ਕੰਟਰੈਕਟ ਕੀਤੇ ਗਏ ਗੌਰਡਨ ਕੈਂਪਬਲ ਸਾਹਿਬ ਨੇ ਜਾਂ ਕਿਸੇ ਆਪਣੇ ਬੰਦਿਆਂ ਦੇ ਕੀਤੇ, ਹਾਂਜੀ ਉਹ ਬੰਦੇ ਜਿਹੜੇ ਇਹਨਾਂ ਦੇ ਦੋਸਤ ਸੀ ਜਿਨ੍ਹਾਂ ਨੇ ਇਹਨਾਂ ਨੂੰ ਡੋਨੇਸ਼ਨਾਂ ਦਿੱਤੀਆਂ, ਉਹ ਬੰਦੇ ਨੇ। ਉਹ ਜਿਹੜੇ ਕੰਟਰੈਕਟ ਕੀਤੇ ਗਏ ਆ, ਉਹਨਾਂ ਕੰਟਰੈਕਟ ਦੇ ਵਿੱਚ ਉਹ ਜਿਹੜੀ ਇਹਦਾ ਇੱਕ ਯੂਨਿਟ ਜਿਹੜਾ ਉਹਦਾ ਹੈਗਾ, ਇੱਕ ਯੂਨਿਟ ਜਿਹੜਾ ਮੈਗਾਵਾਟ ਆਵਰ ਯੂਨਿਟ ਹੈਗਾ, ਉਸ ਨੂੰ $100 ਦੇ ਵਿੱਚ ਅਸੀਂ ਖਰੀਦਦੇ ਤੇ ਵੇਚਦੇ। ਉਹ 20 ਸਾਲ ਐਂ ਦੇਣੇ ਪੈਣੇ ਪੈਸੇ। ਅੱਛਾ, $100 'ਚ ਖਰੀਦੀ ਜਾ ਰਹੀ ਹੈ ਇੱਕ ਯੂਨਿਟ, ਵੇਚੀ ਕਿੰਨੇ ਜਾ ਰਹੀ ਹੈ? ਉਹਦੀ ਜਿਹੜੀ ਵੇਚਣ ਦੀ ਮਾਰਕੀਟ ਫਲਕਚੁਏਟ ਕਰਦੀ ਹੈ $25 ਤੋਂ ਲੈ ਕੇ 41 ਤੱਕ ਆਮ ਤੌਰ ਤੇ, ਕਈ ਵਾਰੀ $5 ਵੀ ਹੁੰਦੀ। ਅੱਛਾ, $95 ਤੱਕ ਮਹਿੰਗੀ, $5 ਵੀ ਹੁੰਦੀ। ਸੋ 25 ਤੋਂ 41 ਤੱਕ ਨੋਰਮਲ ਹੁੰਦੀ ਹੈ, ਪਰ ਕਈ ਵਾਰੀ $5 ਵੀ ਹੁੰਦੀ। ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਇਹ ਬਹੁਤ ਮਹਿੰਗੀ ਲੈ ਕੇ ਕੌਡੀਆਂ ਦੇ ਭਾਅ ਵੇਚੀ ਜਾ ਰਹੀ। ਇਹਦਾ ਇੰਪੈਕਟ ਲੋਕਾਂ ਦੇ ਕੀ ਹੈ? ਜੇ ਅੱਜ ਇਹ ਕੰਟਰੈਕਟ ਨਾ ਹੁੰਦੇ, ਸਰਪਲਸ ਬਿਜਲੀ ਨਾ ਹੁੰਦੀ, ਤਾਂ ਹਰ ਬੰਦੇ ਨੂੰ $200 ਬਿਜਲੀ ਦਾ ਜਿਹੜਾ ਉਹਦਾ ਬਿੱਲ ਸੀ ਘੱਟ ਹੋਣਾ ਸੀ। ਇੱਕ ਬੰਦੇ ਨੂੰ $4000 ਇਹ ਪੈਸਾ ਪੇ ਕਰਨਾ ਪੈਣਾ BC ਲਿਬਰਲ ਦੇ ਲੌਂਗ ਟਰਮ ਕੰਟਰੈਕਟ ਦਾ, ਜਿਹੜਾ ਉਹਦੇ ਵਾਸਤੇ। ਕੁੱਲ ਮਿਲਾ ਕੇ BC ਦੇ ਲੋਕਾਂ ਦੇ ਸਿਰੇ $16 ਬਿਲੀਅਨ ਦਾ ਕਰਜ਼ਾ ਖੜਾ ਹੈ, ਉਹ ਉਤਾਰਨਾ ਪੈਣਾ 20 ਸਾਲਾਂ 'ਚ ਉਹਨਾਂ ਨੂੰ। ਕਿਉਂ? ਉਹ ਉਹਨਾਂ ਦੇ ਦੋਸਤ ਸੀਗੇ ਔਰ ਉਹਨਾਂ ਨੇ $3 ਮਿਲੀਅਨ ਇਹਨਾਂ ਨੂੰ ਫੰਡਿੰਗ ਦਿੱਤੀ ਸੀ, ਸਿਰਫ $3 ਮਿਲੀਅਨ। $3 ਮਿਲੀਅਨ ਫੰਡਿੰਗ ਦੇ ਕੇ ਤੇ ਉਹਨਾਂ ਨੇ $16 ਬਿਲੀਅਨ ਦੇ ਕੰਟਰੈਕਟ ਸਾਈਨ ਕੀਤੇ। ਇਸੇ ਕਰਕੇ ਜੌਨ ਹੌਰਗਨ ਸਰਕਾਰ ਨੇ, NDP ਸਰਕਾਰ ਨੇ ਹੁਣ ਜਿਹੜੀ ਕਾਰਪੋਰੇਸ਼ਨ ਦੇ ਪੈਸੇ ਤੇ ਯੂਨੀਅਨ ਦੇ ਪੈਸੇ ਬੈਨ ਕਰਤੇ ਸੀ। ਇਹ ਕਿਸੇ ਪਾਰਟੀ ਨੂੰ ਦੇ ਨਹੀਂ ਸਕਦੇ। ਬਿਗ ਮਨੀ ਇਜ਼ ਆਊਟ ਆਫ ਪੋਲਿਟਿਕਸ। ਅੱਛਾ, ਇਹਦਾ ਮਤਲਬ ਮੋਟੇ ਸ਼ਬਦਾਂ 'ਚ ਜੇ ਆਪਾਂ ਇਹ ਕਹਿਣਾ ਹੋਵੇ ਕਿ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਉਹ ਸੋਨੇ ਦੇ ਭਾਅ ਖਰੀਦੀ ਜਾ ਰਹੀ ਹੈ ਤੇ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਸੋ 5000 ਮੈਗਾ ਯੂਨਿਟ ਜਿਹੜਾ ਤੁਸੀਂ ਦੱਸ ਰਹੇ ਹੋ ਸਾਡੇ ਕੋਲ ਸਰਪਲਸ ਹੈ, ਸਾਈਡ ਸੀ ਡੈਮ ਤੇ $12 ਬਿਲੀਅਨ ਲਾ ਕੇ ਉਹਨੇ 5100 ਦੇਣੀ ਹੈ। ਇਹਦਾ ਮਤਲਬ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਉੱਥੇ ਇਨਵੈਸਟਮੈਂਟ ਕੀਤੀ ਗਈ ਹੈ। ਉੱਥੇ ਇਨਵੈਸਟ ਕੀਤੀ ਗਈ ਹੈ ਤੇ ਉਹ 10 ਸਰਪਲਸ ਹੋ ਜਾਣੀ ਜੇ ਇੰਨੀ ਕੰਜੰਪਸ਼ਨ ਉਦੋਂ ਤੱਕ ਰਹੀ। 10000। ਅਮੇਜ਼ਿੰਗ। ਅੱਛਾ, ਹੁਣ ਮੈਨੂੰ ਇਹ ਦੱਸਿਓ, ਤੁਸੀਂ ਹਾਊਸਿੰਗ ਦੀ ਗੱਲ ਕੀਤੀ, ਅਫੋਰਡੇਬਿਲਿਟੀ ਦੀ ਗੱਲ ਕੀਤੀ। ਇੱਕ ਆਮ ਤੌਰ ਤੇ ਜਾਂ BC ਲਿਬਰਲ ਦੀ ਗੱਲ ਕਹੀਏ, ਇਹ ਇੱਕ ਮਿਥ ਬਣਾ ਦਿੱਤੀ ਗਈ, ਧਾਰਨਾ ਬਣਾ ਦਿੱਤੀ ਗਈ ਕਿ ਜਦੋਂ NDP ਸਰਕਾਰ ਆਉਂਦੀ ਹੈ ਤੇ ਇਕਨੋਮੀ ਲਗਾਤਾਰ ਹੇਠਾਂ ਨੂੰ ਜਾਂਦੀ ਹੈ, ਕ੍ਰੈਸ਼ ਹੋ ਜਾਂਦੀ ਹੈ। ਤੇ ਹੁਣ ਫਿਰ ਲਗਭਗ ਕਨਸੂਆਂ ਇਹ ਸੁਣ ਰਹੇ ਹਾਂ, ਅਸੀਂ ਮਿਲ ਰਹੀਆਂ ਨੇ ਕਿ ਜਿਹੜਾ ਕ੍ਰਾਈਸਿਸ ਆਇਆ ਹੋਇਆ, ਜਿਹੜੀ ਕੰਸਟਰਕਸ਼ਨ ਇੰਡਸਟਰੀ ਲਗਾਤਾਰ ਬੂਮ ਕਰ ਰਹੀ ਸੀ, ਇੱਕਦਮ ਠੱਪ ਹੋ ਕੇ ਰਹਿ ਗਈ ਹੈ। ਇਹ BC NDP ਦੀ ਮਿਹਰਬਾਨੀ ਹੈ। ਇਹਦੇ ਚਾਨਣਾ ਪਾਓ ਜੀ, ਇਹ ਹੱਥ ਕਰਾਇਆ ਕਿਹਦੇ ਜੀ? ਦੇਖੋ ਜੀ, ਪਹਿਲੀ ਗੱਲ ਮੈਂ ਜਿਵੇਂ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਹੈ, ਇੱਥੇ ਜਿਹੜਾ ਵੀ ਵਿਅਕਤੀ ਆਉਂਦਾ ਬਾਹਰਲੇ ਮੁਲਕ ਤੋਂ, ਤੁਸੀਂ ਵੀ ਆਏ, ਮੈਂ ਵੀ ਆਇਆ, ਹੋਰ ਹਜ਼ਾਰਾਂ ਲੱਖਾਂ ਦੀ ਗਿਣਤੀ ਲੋਕ ਆਉਂਦੇ ਆ। ਫਿਰ ਸਾਡੇ ਬੱਚੇ ਨੇ ਅਗਲੇ, ਜਿਹੜੇ ਸਾਡੀ ਸੈਕੰਡ ਪੀੜ੍ਹੀ ਹੈ, ਉਹ ਲੋਕ ਨੇ ਜਾਂ ਇੱਥੋਂ ਦੇ ਲੋਕ ਨੇਗੇ। ਹਰ ਇੱਕ ਬੰਦੇ ਦਾ ਜ਼ਿੰਦਗੀ ਸਭ ਤੋਂ ਵੱਡਾ ਸੁਪਨਾ ਜੇ ਕੋਈ ਹੈ, ਘਰ ਖਰੀਦਣ ਦਾ ਜੀ, ਤਾਂ ਉਹ ਘਰ ਖਰੀਦਣ ਦਾ, ਜਿਹੜਾ ਡੀਟੈਚਡ ਹੋਮ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਅਪਾਰਟਮੈਂਟ ਨਹੀਂ, ਟਾਊਨ ਹਾਊਸ ਨਹੀਂ, ਘਰ ਖਰੀਦਣਾ ਚਾਹੁੰਦਾ ਬੰਦਾ। ਮੇਰਾ ਪਿੱਛੇ ਯਾਰਡ ਵੀ ਹੋਵੇ, ਸਾਰਾ ਕੁਝ ਹੋਵੇ। ਉਹ ਸੁਪਨਾ BC ਲਿਬਰਲ ਸਰਕਾਰ ਦੀ ਨਿਗਰਾਨੀ ਥੱਲੇ 16 ਸਾਲਾਂ ਦੇ ਵਿੱਚ ਮਰਿਆ। ਉਹ ਇਕਨੋਮੀ ਬੈਟਰ ਕਿਵੇਂ ਹੋਈ ਜਿਹਨੇ ਲੋਕਾਂ ਦਾ ਸਭ ਤੋਂ ਵੱਡਾ ਸੁਪਨਾ ਮਾਰ ਕੇ ਖਤਮ ਕਰ ਦਿੱਤਾ। ਉਹ ਕਿਉਂ ਮਰਿਆ? ਕਿਉਂਕਿ ਜਿਹੜੀ ਡਰਟੀ ਮਨੀ ਸੀ ਉਹ BC ਕਸੀਨੋ ਦੇ ਵਿੱਚੋਂ ਉਹਦੀ ਲਾਂਡਰੀ ਹੋ ਕੇ ਤਾਂ ਉਹ ਦੋ ਥਾਵਾਂ ਦੇ ਉੱਤੇ ਇਨਵੈਸਟ ਹੋਈ ਹੈ। ਇੱਕ ਹਾਊਸਿੰਗ ਇੰਡਸਟਰੀ 'ਚ ਇਨਵੈਸਟ ਹੋਈ ਹੈ, ਦੂਜੀ ਇਨਵੈਸਟ ਹੋਈ ਹੈ ਡਰੱਗ ਦੇ ਵਿੱਚ, ਜਿਹਦੀ ਹਲੇ ਬਹੁਤੀ ਗੱਲਬਾਤ ਨਹੀਂ ਹੋ ਰਹੀ। ਉਹਦੇ ਨਾਲ ਕੀ ਹੋਇਆ ਕਿ $5 ਬਿਲੀਅਨ ਤਾਂ ਆਲਰੇਡੀ ਰਿਪੋਰਟਸ ਹੈਗੀਆਂ ਜਿਹੜੀਆਂ ਕਿ BC ਦੀ ਜਿਹੜੀ ਹਾਊਸਿੰਗ ਇੰਡਸਟਰੀ ਦੇ ਵਿੱਚੋਂ ਪੈਸੇ ਇਨਵੈਸਟ ਹੋਏ ਆ, ਜਿਹਦੇ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ 3 ਸਾਲਾਂ ਦੇ ਵਿੱਚ ਜਿਹੜੀਆਂ ਕੀਮਤਾਂ ਇੰਨੀਆਂ ਵੱਧ ਗਈਆਂ, ਜਿਹੜੀਆਂ 25 ਸਾਲਾਂ 'ਚ ਵੱਧਦੀਆਂ। 25 ਸਾਲਾਂ ਜਦੋਂ ਕੀਮਤਾਂ ਵੱਧਦੀਆਂ, ਨਾਲ ਸੈਲਰੀ ਵਧਣ ਦੇ ਨਾਲ ਅਫੋਰਡੇਬਿਲਿਟੀ ਬਰਕਰਾਰ ਰਹਿੰਦੀ ਹੈ, ਕਿਉਂਕਿ ਉਹ 3 ਸਾਲਾਂ 'ਚ ਵਧੀਆਂ, ਇਸ ਕਰਕੇ ਆਮ ਬੰਦੇ ਦੇ ਪਕੜ ਦੇ ਵਿੱਚੋਂ ਘਰ ਉਹ ਬਾਹਰ ਨਿਕਲ ਚੁੱਕਾ ਹੈ। ਉਸ ਘਰ ਨੂੰ ਉਹਦੀ ਅਫੋਰਡੇਬਿਲਿਟੀ 'ਚ ਲਿਆਉਣ ਵਾਸਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੋਨੇ ਜੁਟੀਆਂ ਹੋਈਆਂ, ਕਿਉਂਕਿ ਉਹ ਲੋਕਾਂ ਦਾ ਸਭ ਤੋਂ ਵੱਡਾ ਮਸਲਾ ਹੈ। ਕੇਂਦਰ ਸਰਕਾਰ ਨੇ ਅੱਜ ਉਹਦੇ ਉੱਤੇ ਜਿਹੜਾ ਆਪਣਾ 5.2% ਜਿਹੜਾ ਸਟ੍ਰੈਸ ਟੈਸਟ ਲਾਇਆ ਹੋਇਆ, ਜਿਹਦਾ ਜਿਹਨੇ ਸਭ ਤੋਂ ਵੱਡਾ ਇੰਪੈਕਟ ਕੀਤਾ ਹਾਊਸਿੰਗ ਇੰਡਸਟਰੀ ਦੇ ਉੱਤੇ, ਖਾਸ ਕਰਕੇ ਵੱਡੇ ਘਰਾਂ ਦੇ ਉੱਤੇ, ਕਿਉਂਕਿ ਲੋਕ ਹੁਣ ਜਿਹੜੇ ਹੈਗੇ ਕੁਆਲੀਫਾਈ ਨਹੀਂ ਕਰਦੇ 5.2% ਦੇ ਉੱਤੇ। ਅਸੀਂ ਕੀ ਕੀਤਾ ਸੂਬੇ ਪੱਧਰ ਦੇ ਉੱਤੇ
ਕੁਝ ਸਟੈਪ ਲਏ ਨੇ, ਜਿਵੇਂ ਖਾਲੀ ਘਰਾਂ ਦੇ ਉੱਤੇ ਟੈਕਸ ਲਾਇਆ। ਬਹੁਤ ਸਾਰੇ ਘਰ ਮਾਰਕੀਟ 'ਚ ਆ ਗਏ ਜੀ। ਮਾਰਕੀਟ ਤੋਂ ਹੀ ਦੇਖਿਆ ਕਿੰਨੇ ਘਰ ਆ ਗਏ। 800 ਤੋਂ ਵੱਧ ਇੱਕ ਦਿਨ 'ਚ ਹੀ ਆ ਗਏ ਜੀ। ਵੈਨਕੂਵਰ ਕੱਲੇ ਦੇ ਵਿੱਚ 11% ਘਰ ਜਿਹੜੇ ਫੋਰਨ ਬਾਇਰ ਦੇ ਘਰ ਨੇ ਜਿਹਨਾਂ ਨੂੰ ਜਿੰਦਾ ਲੱਗਿਆ ਹੋਇਆ। 11%, ਕੋਈ ਛੋਟਾ ਵੱਡੀ ਗਿਣਤੀ ਹੈ, ਵੱਡੀ। ਹਾਂਜੀ, ਉਹ ਘਰ ਖਾਲੀ ਪਏ ਸੀ। ਇੱਥੋਂ ਦਾ ਜਿਹੜਾ ਬੰਦਾ ਇੱਥੇ ਜਿਹਨੇ ਜਨਮ ਲਿਆ, ਇੱਥੇ ਕੰਮ ਕਰ ਰਿਹਾ, ਉਹ ਕਿਰਾਏ ਤੇ ਘਰ ਭਾਲਦਾ ਫਿਰਦਾ। ਇੱਕ ਕਮਰਾ ਵੈਨਕੂਵਰ ਦੇ ਵਿੱਚ $2200 ਨੂੰ ਚੜ੍ਹ ਰਿਹਾ। ਕਿਉਂ? ਮਾਰਕੀਟ ਦੇ ਵਿੱਚ ਜਿਹੜੀ ਵੇਕੈਂਸੀ ਹੈ ਨਹੀਂ। ਹੁਣ ਉਹ ਘਰ ਬਾਹਰ ਨਿਕਲੇ ਕਿਉਂਕਿ ਉਹਨਾਂ ਤੇ ਸਿਟੀ ਨੇ ਵੀ ਟੈਕਸ ਲਾਇਆ, ਅਸੀਂ ਵੀ ਟੈਕਸ ਲਾਇਆ। ਉਹ ਟੈਕਸ ਦੀ ਮਨਸ਼ਾ ਨਹੀਂ ਹੈ। ਅਸੀਂ ਉਹਨਾਂ ਨੂੰ ਇਹੀ ਕਹਿੰਦੇ ਸੀ ਭਾਈ ਇਹਨਾਂ ਨੂੰ ਕਿਰਾਏ ਤੇ ਦਿਓ, ਲੋਕ ਭਾਲਦੇ ਫਿਰਦੇ ਆ, ਜਿਹਨਾਂ ਨੂੰ ਜ਼ਰੂਰਤ ਹੈ ਪੂਰੀ ਹੋਵੇ ਨਾ। ਹਾਂ, ਜੇ ਉਹ ਕਿਰਾਏ ਤੇ ਦੇ ਦਿੰਦੇ ਆ ਤਾਂ ਟੈਕਸ ਕੋਈ ਨਹੀਂ ਗਾ। ਜੇ ਨਹੀਂ ਦਿੰਦੇ ਤਾਂ ਹੁਣ ਜਿਹੜਾ ਹੈਗਾ ਆਪਣਾ ਫਿਰ ਟੈਕਸ ਲੱਗੂਗਾ। ਤੇ ਉਹਦੇ ਤੇ ਹੁਣ ਉਹ ਜਿਹੜਾ ਖਬਰਾਂ ਆ ਰਹੀਆਂ ਕਿ ਸਾਰੇ ਜਿਹੜੇ ਈਵਨ ਮੈਗਾ ਹਾਊਸ ਹੈ, ਲਗਜ਼ਰੀ ਹਾਊਸ ਹੈ, ਉਹ ਸਾਡੇ ਬੱਚਿਆਂ ਨੂੰ ਮਿਲ ਰਹੇ $1000 ਦੇ ਵਿੱਚ। ਉਹ ਘੱਟੋ ਘੱਟ ਬੱਚੇ ਵੈਸਟ ਵੈਨਕੂਵਰ ਦੇ ਵਿੱਚ ਵੱਡੇ ਵੱਡੇ ਘਰ $4000 $5000 ਨੂੰ ਕਿਰਾਏ ਤੇ ਲਾਏ ਹੋਏ, ਕਿਰਾਏ ਤੇ ਲੱਗੇ ਹੋਏ ਜੀ। ਸੋ ਉਹਦੇ ਨਾਲ ਜਿਹੜੀ ਹੈਗੀ ਮਾਰਕੀਟ ਜਿਹੜੀ ਹੈਗੀ ਸਟੇਬਲਾਈਜ਼ ਜਿਹੜੀ ਹੋ ਰਹੀ ਹੈ। ਇਨ ਦੀ ਲੌਂਗ ਰਨ ਮੈਂ ਕਹਿਣਾ ਨਾ ਤਾਂ ਕੇਂਦਰ ਸਰਕਾਰ ਨਾ ਸੂਬਾ ਸਰਕਾਰ, ਚਾਹੇ ਉਹ NDP ਦੀ ਹੋਵੇ ਚਾਹੇ ਉਹ ਲਿਬਰਲ ਦੀ ਹੋਵੇ, ਕੋਈ ਸਰਕਾਰ ਕਿਸੇ ਇੰਡਸਟਰੀ ਨੂੰ ਮਾਰਨਾ ਨਹੀਂ ਚਾਹੁੰਦੀ। ਲੇਕਿਨ ਹਰ ਸਰਕਾਰ ਲੋਕਾਂ ਦੀ ਬਿਹਤਰੀ ਚਾਹੁੰਦੀ ਹੈ। ਇਨ ਦੀ ਲੌਂਗ ਰਨ ਇਹ ਇੰਡਸਟਰੀ ਬਚੂਗੀ ਤਾਂ ਜੇ ਹਾਊਸਿੰਗ ਮਾਰਕੀਟ ਸਟੇਬਲਾਈਜ਼ ਹੋ ਕੇ 90% ਲੋਕਾਂ ਦੇ ਜਿਹੜੇ ਵਿੱਤ ਦੇ ਵਿੱਚ ਆਊਗੀ, 90% ਲੋਕ ਮਾਰਕੀਟ ਦੁਆਰਾ ਜੇ ਆਉਣਗੇ ਤਾਂ ਇਹ ਮਾਰਕੀਟ ਬਚਣੀ ਨਹੀਂ, ਇਹ ਮਾਰਕੀਟ ਬਚਣੀ ਨਹੀਂ ਹੈ। ਇਸ ਵੇਲੇ ਮੈਟਰੋ ਵੈਨਕੂਵਰ ਦੇ ਵਿੱਚ ਤੇ ਟੋਰਾਂਟੋ ਦੇ ਵਿੱਚ ਏਰੀਆ ਦੇ ਵਿੱਚ ਜਿਹੜੀ ਹਾਊਸਿੰਗ ਕਾਸਟ ਹੈ ਉਹ ਆਮ ਬੰਦੇ ਦੀ ਇਨਕਮ ਦੀ 80% ਤੋਂ 85% ਹੋ ਚੁੱਕੀ ਹੈ। ਉਹਦੇ ਕੋਲੇ ਸਾਹ ਲੈਣ ਨੂੰ ਵੀ ਉਦੋਂ ਬਾਅਦ ਜਿਹੜਾ ਰੂਮ ਨਹੀਂਗਾ। ਸੋ ਇਸ ਕਰਕੇ ਇਹਨੂੰ ਅਫੋਰਡੇਬਿਲਿਟੀ 'ਚ ਲਿਆਉਣਾ ਬੜਾ ਜ਼ਰੂਰੀ ਹੈ। ਉਹਦੇ ਤੇ ਜਿਹੜੇ ਕਦਮ ਉਹ ਚੁੱਕੇ ਜਾ ਰਹੇ। ਬਰਾੜ ਸਾਹਿਬ ਇੱਕ ਹੋਰ ਦੱਸਿਓ, ਫੋਰਨ ਬਾਇਰ ਦੀ ਤੁਸੀਂ ਗੱਲ ਕੀਤੀ ਹੈ। ਜਦੋਂ ਪਿਛਲੀ ਸਰਕਾਰ ਨੇ, ਕ੍ਰਿਸਟੀ ਕਲਾਰਕ ਦੀ ਸਰਕਾਰ ਨੇ 15% ਟੈਕਸ ਫੋਰਨ ਬਾਇਰ ਤੇ ਲਾਇਆ ਜੀ, ਉਦੋਂ BC NDP ਨੇ ਕਿਹਾ ਕਿ ਨਹੀਂ, ਇਹ ਸਰਾਸਰ ਗਲਤ ਹੈ, ਇਹ ਹੋਣਾ ਨਹੀਂ ਚਾਹੀਦਾ ਸੀ। ਪਰ ਇਹਦਾ ਮਤਲਬ ਤੁਸੀਂ ਉਸ ਪਾਲਿਸੀ ਨੂੰ ਤਸਦੀਕ ਕਰ ਦਿੱਤਾ, ਤੁਸੀਂ ਆ ਕੇ 15% ਦੀ ਬਜਾਏ 20% ਕਰ ਦਿੱਤਾ। ਕੀ ਕਹੋਗੇ? ਅਸੀਂ ਜਿਹੜਾ ਹੈਗਾ ਜਦੋਂ ਟੈਕਸ ਉਹਨਾਂ ਨੇ 15% ਲਾਇਆ, ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਮੈਂ ਸ਼ਾਬਾਸ਼ੀ ਦੇਣਾ ਚਾਹੁੰਦਾ ਸਾਡੇ ਜਿਹੜੇ ਹੁਣ ਅਟਾਰਨੀ ਜਨਰਲ ਹੈਗੇ ਡੇਵਿਡ ਈਬੀ ਸਾਹਿਬ ਜੀ। ਡੇਵਿਡ ਈਬੀ ਜੇ ਵਿਰੋਧੀ ਧਿਰ ਦੇ ਵਿੱਚ ਆ ਕੇ ਹਾਊਸਿੰਗ ਦੇ ਮਸਲੇ ਨੂੰ ਨਾ ਚੱਕਦਾ ਤਾਂ ਸ਼ਾਇਦ ਜਿੱਥੇ ਅੱਜ ਅਸੀਂ ਖੜੇ ਹਾਂ ਇੱਥੇ ਅਸੀਂ ਨਾ ਹੁੰਦੇ। ਇਹ ਇਦੋਂ ਵੀ ਖਤਰਨਾਕ ਮਸਲਾ ਬਣ ਜਾਂਦਾ। ਉਹਨੇ ਬਹੁਤ ਵੱਡਾ ਤੇ ਬਹੁਤ ਸ਼ਲਾਘਾਯੋਗ ਕੰਮ ਕੀਤਾ। ਅਸੀਂ ਇਸ ਟੈਕਸ ਦੇ ਇਹਦੀ ਵਿਰੋਧਤਾ ਐਵੇਂ ਨਹੀਂ ਕੀਤੀ। ਅਸੀਂ ਕਹਿੰਦੇ ਸੀ ਇਹ ਟੈਕਸ ਦੇ ਜਿਹੜੇ ਹਿਸਾਬ ਨਾਲ ਲਾਇਆ ਜਾ ਰਿਹਾ ਉਸ ਹਿਸਾਬ ਨਾਲ ਜਿਹੜਾ ਉਹ ਟੈਕਸ ਗਲਤ ਹੈ। ਇਸ ਤਰ੍ਹਾਂ ਦੀ ਗੱਲਬਾਤ ਉਦੋਂ ਸੀਗੀ। ਲੇਕਿਨ ਉਹ ਜਿਹੜਾ ਲਿਬਰਲ ਸਰਕਾਰ ਕੋਈ ਟੈਕਸ ਨਹੀਂ ਚਲਾਉਣਾ ਚਾਹੁੰਦੀ। ਉਹ ਤਾਂ ਲਗਾਤਾਰ ਜਦੋਂ NDP ਨੇ ਦਬਾਅ ਪਾਇਆ ਵੀ ਜਿਹੜਾ ਬਾਹਰੋਂ ਪੈਸਾ ਆ ਰਿਹਾ ਉਹ ਡਰਟੀ ਮਨੀ ਆ ਰਹੀ ਹੈ, ਉਹਨੂੰ ਰੋਕਿਆ ਜਾਵੇ। ਅਸੀਂ ਬਾਹਰੋਂ ਪੈਸਾ ਆਉਣ ਦੇ ਵੀ ਖਿਲਾਫ ਨਹੀਂ ਹਾਂ, ਲੇਕਿਨ ਜਿਹੜੀ 2 ਨੰਬਰ ਦਾ ਪੈਸਾ ਆਉਂਦਾ, ਜਿਹੜਾ ਡਰਟੀ ਮਨੀ ਆਉਂਦੀ, ਅਸੀਂ ਉਹਦੇ ਖਿਲਾਫ ਹਾਂ। ਉਹਦੇ ਲੋਕ ਖਿਲਾਫ ਨੇ ਸਾਡੇ। ਸੋ ਉਹਦੇ ਤੇ 20% 15% ਟੈਕਸ ਉਹਨਾਂ ਨੇ ਲਾਇਆ, ਉਹਦਾ ਇੰਪੈਕਟ ਹੋਇਆ ਮਾਰਕੀਟ ਦੇ ਉੱਤੇ, ਮਾਰਕੀਟ ਸਟੇਬਲਾਈਜ਼ ਹੋਣੀ ਸ਼ੁਰੂ ਹੋਈ। ਲੇਕਿਨ ਉਹ ਜਿਹੜਾ ਟੈਕਸ ਸੀਗਾ ਉਹ ਕਿਸੇ ਹੱਦ ਤੱਕ ਅਸੀਂ ਸਮਝਦੇ ਵੀ ਅਨਫੇਅਰ ਸੀ। ਉਹ ਲੋਅਰ ਮੇਨਲੈਂਡ ਤੇ ਲੱਗ ਗਿਆ, ਬਹੁਤ ਸਾਰੇ ਹੋਰ ਥਾਵਾਂ ਤੇ ਨਹੀਂ ਲੱਗਿਆ। ਅਸੀਂ ਉਹਨੂੰ ਐਕਸਟੈਂਡ ਕਰਕੇ ਥੋੜੀ ਫੇਅਰਨੈਸ ਉਹ 'ਚ ਲਿਆਂਦੀ ਹੈ ਤਾਂ ਕਿ ਉਹ ਸਾਰੇ ਜਿਹੜੇ ਟਾਊਨ ਦੇ ਵਿੱਚ ਉਹਦੇ 'ਚ ਫੇਅਰ ਮਾਰਕੀਟ ਰਹੇ। ਕਿਉਂਕਿ ਉਹ ਇੱਥੋਂ ਛੱਡ ਕੇ ਬਾਹਰ ਜਾਣ ਲੱਗ ਗਏ ਸੀ। ਵਿਕਟੋਰੀਆ ਦੀ ਹਾਊਸਿੰਗ ਮਾਰਕੀਟ ਇੱਕਦਮ ਉੱਪਰ ਜਾਣ ਲੱਗ ਗਈ, ਕਲੋਨੇ ਦੀ ਮਾਰਕੀਟ ਇੱਕਦਮ ਉੱਪਰ ਜਾਣ ਲੱਗ ਗਈ, ਤਾਂ ਕਿ ਉਹ ਸਟੇਬਲ ਜਿਹੜੀ ਸਾਰੇ ਥਾਵਾਂ ਦੇ ਉੱਤੇ ਉਹਨੂੰ ਐਕਸਪੈਂਡ ਕਰ ਦਿੱਤਾ ਤੁਸੀਂ। ਹਾਂਜੀ, ਤਾਂ ਉਹ ਕੀਤਾ ਗਿਆ। ਅੱਛਾ, ਹੁਣ ਮੈਨੂੰ ਦੱਸਿਓ, ਵਾਰ-ਵਾਰ ਆਪਣੀ ਅੱਜ ਦੀ ਗੱਲ ਵਿੱਚ ਵੀ ਜ਼ਿਕਰ ਹੋ ਰਿਹਾ ਡਰਟੀ ਮਨੀ ਦਾ, ਮਨੀ ਲਾਂਡਰਿੰਗ ਦਾ। ਇਹ ਕਿਵੇਂ ਹੋਈ, ਕਿੰਨੀ ਕੁ ਹੋਈ? ਇਸ ਦੇ ਵਾਸਤੇ ਹੁਣ ਤੱਕ ਜਿਹੜੀਆਂ ਰਿਪੋਰਟਸ ਸਾਹਮਣੇ ਆ ਰਹੀਆਂ ਨੇ ਮੁੱਖ ਪੱਧਰ ਤੇ ਜੇ ਆਪਾਂ ਦੇਖੀਏ ਜਾਂ ਮੇਨ ਆਪਾਂ ਦੇਖੀਏ, ਕੌਣ ਜ਼ਿੰਮੇਵਾਰ ਹੈ? ਦੇਖੋ ਜੀ, ਗੱਲ ਇਹ ਹੈ ਕਿ ਇੱਕ ਵਿਧਾਇਕ ਹੋਣ ਦੇ ਨਾਤੇ ਮੇਰਾ ਇਹ ਫਰਜ਼ ਹੈ ਔਰ ਮੈਂ ਫਰਜ਼ ਨਿਭਾਇਆ ਵੀ ਹੈ ਤੇ ਨਿਭਾਉਂਦਾ ਰਹੂੰਗਾ ਵੀ ਜੀ, ਕਿ ਜਿਹੜਾ ਸਾਡਾ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਹੈ, ਚਾਹੇ ਉਹ ਵਿਧਾਨ ਸਭਾ ਹੋਵੇ, ਚਾਹੇ ਉਹ RCMP ਹੋਵੇ, ਚਾਹੇ ਸਾਡੀਆਂ ਹੋਰ ਸਿਵਲ ਹੈਲਥ ਕੇਅਰ ਦਾ ਸਿਸਟਮ ਹੋਵੇ, ਐਜੂਕੇਸ਼ਨ ਦਾ ਸਿਸਟਮ ਹੋਵੇ, ਸਾਡੀ ਪੁਲਿਸਿੰਗ ਹੋਵੇ, ਉਹਨਾਂ ਦੇ ਟਰਸਟ ਨੂੰ ਬਣਾਈ ਰੱਖਣਾ ਮੇਰਾ ਫਰਜ਼ ਹੈ। ਬਿਲਕੁਲ ਫਰਜ਼ ਹੈ। ਲੇਕਿਨ ਜੇ ਕਿਤੇ ਕੋਤਾਹੀ ਹੁੰਦੀ ਹੈ ਉਹਦੇ ਬਾਰੇ ਗੱਲ ਕਰਨਾ, ਉਸ ਕੋਤਾਹੀ ਬਾਰੇ, ਨਾ ਕਿ ਸਾਰੀ ਉਹ ਜਥੇਬੰਦੀ ਨੂੰ ਮਾੜਾ ਕਹਿ ਦੇਣਾ, ਪਰ ਉਸ ਕੋਤਾਹੀ ਬਾਰੇ ਗੱਲ ਕਰਨੀ, ਉਸ ਇਸ਼ੂ ਬਾਰੇ ਗੱਲ ਕਰਨਾ ਵੀ ਮੇਰਾ, ਕਿਉਂਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਆਵਾਜ਼ ਬੁਲੰਦ ਕਰਨ ਵਾਸਤੇ ਭੇਜਿਆ। ਉਹ ਹਾਂ, ਭੇਜਿਆ ਜੀ। ਉਹਦੇ 'ਚ ਮੇਰੀ ਇਹ ਸਮਝ ਤੋਂ ਬਾਹਰ ਹੈ। ਇੱਕ ਕੈਨੇਡੀਅਨ ਵਿਧਾਇਕ ਹੋਣ ਦੇ ਨਾਤੇ, ਹੋਰ ਬਹੁਤ ਸਾਰੇ ਮੁਲਕਾਂ 'ਚ ਬੜਾ ਕੁਛ ਹੁੰਦਾ ਹੈ, ਆਪਾਂ ਨੂੰ ਪਤਾ ਹੈ ਕੀ ਹੋ ਰਿਹਾ, ਲੇਕਿਨ ਕੈਨੇਡੀਅਨ ਸਿਸਟਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਵਾਪਰਨੀ, ਉਹਦੇ 'ਤੇ ਅੱਖਾਂ ਮੀਚੀਆਂ ਜਾਣੀਆਂ ਮੇਰੀ ਸਮਝ ਤੋਂ ਬਾਹਰ ਆ। ਇਹ ਹੋਇਆ ਇਹ ਹੈ ਕਿ BC ਦੇ ਕਸੀਨੋਜ਼ ਦੇ ਵਿੱਚ ਖਾਸ ਕਰਕੇ ਜਿਹੜੀ ਹੈਗੀ ਹੈ
ਬੈਗ ਦੇ ਬੈਗ ਜਿਹੜੇ ਭਰ ਕੇ ਜਿਹੜੇ ਪੈਸੇ ਆਏ $20 ਦੇ, ਤੇ ਉਹ ਮਿਲੀਅਨਸ ਆਫ ਡਾਲਰ ਬੰਦੇ ਲੈ ਕੇ ਆਉਂਦੇ ਸੀ ਅੰਦਰ ਲਿਜਾ ਕੇ। ਉਹ ਕੀ ਕਰਦੇ ਸੀ, ਜਦੋਂ ਤੁਸੀਂ ਉੱਥੇ ਜਾਂਦੇ ਸਿਸਟਮ ਉੱਥੇ ਇਹ ਹੈ ਕਿ ਤੁਸੀਂ ਉੱਥੇ ਕੈਸ਼ ਲਿਜਾ ਕੇ ਤੇ ਉਹਨਾਂ ਦੇ ਜਿਹੜੇ ਜਿੰਨਾ ਮਰਜ਼ੀ ਦੇ ਦਿਓ, ਜਿੰਨਾ ਮਰਜ਼ੀ ਕੈਸ਼ ਉੱਥੇ ਦੇ ਦਿਓ, ਉਹਦੇ ਤੁਸੀਂ ਉਹਦੇ ਪਲੇ ਕਰਨ ਵਾਸਤੇ ਜਿਹੜੇ ਉਹਨਾਂ ਦੇ ਢਾਲੇ ਜਿਹੇ ਮਿਲਦੇ ਉਹ ਤੁਹਾਨੂੰ ਉਹ ਮਿਲ ਜਾਂਦੇ ਕੋਇਨ। ਅੱਛਾ ਜੀ। ਉਹਦੇ ਨਾਲ ਤੁਸੀਂ ਪਲੇ ਕਰਦੇ ਹੋ। ਉਹ ਜੇ ਤੁਸੀਂ ਘੰਟਾ ਪਲੇ ਕੀਤਾ, 2 ਪਲੇ ਕੀਤਾ, ਜਿੰਨਾ ਵੀ ਤੁਸੀਂ ਜਿੰਨੇ ਉਹ ਲੱਗ ਗਏ ਠੀਕ ਹੈ, ਜਿੱਤੇ ਜਾਂ ਹਰੇ ਤੁਹਾਡੇ ਉਹ ਘੱਟ ਹੈ ਕਿ ਵੱਧ ਹੈ। ਤੁਸੀਂ ਜੇ ਵਾਪਸ ਉਹਨਾਂ ਕੋਲ ਜਾ ਕੇ ਨਾ ਮੈਂ ਜਾਣਾ, ਮੈਂ ਕੱਲ੍ਹ ਨੂੰ ਆਊਂਗਾ, ਤਾਂ ਉਹਨਾਂ ਨੂੰ ਤੁਹਾਨੂੰ ਕੈਸ਼ ਨਹੀਂ ਦੇ ਸਕਦੇ। ਉਹ ਕੀ ਦਿੰਦੇ ਜੀ ਫਿਰ? ਉਹ ਤੁਹਾਨੂੰ ਚੈੱਕ ਦੇਣਗੇ। ਅੱਛਾ, ਤੁਹਾਡੀ ਮਨੀ ਕਲੀਨ ਹੋ ਗਈ। ਉਹ ਜੋ ਤੁਹਾਨੂੰ ਚੈੱਕ ਦੇਤਾ, ਚੈੱਕ ਤੁਹਾਨੂੰ ਇੱਕ ਜ਼ਿੰਮੇਵਾਰ ਅਦਾਰੇ ਨੇ ਦਿੱਤਾ, ਇੱਕ ਕਸੀਨੋ ਨੇ ਦਿੱਤਾ, ਉਹ ਤੁਸੀਂ ਜਾ ਕੇ ਬੈਂਕ ਜਮ੍ਹਾਂ ਕਰਾ ਕੇ ਤੁਹਾਡੀ ਮਨੀ ਵਾਈਟ ਹੋ ਗਈ। ਉਸ ਤੋਂ ਬਾਅਦ ਤੁਸੀਂ ਮਨੀ ਜਿੱਥੇ ਮਰਜ਼ੀ ਉਹ ਇਨਵੈਸਟ ਕਰ ਸਕਦੇ ਹੋ। ਇਹ ਜਿਹੜੀਆਂ ਗਲੋਬਲ ਮੇਲ ਦੀਆਂ ਰਿਪੋਰਟਾਂ ਦੇ ਮੁਤਾਬਕ ਉਹ $5 ਬਿਲੀਅਨ ਮਨੀ ਹੈ। ਉਹਦੇ ਜਿਹੜੀ ਹੈਰਾਨੀ ਦੀ ਗੱਲ ਉਹਦੇ 'ਚ ਇਹ ਹੈ, ਇੱਕ ਤਾਂ ਅਮਾਊਂਟ ਦੀ ਹੈ, ਦੂਜੀ ਗੱਲ ਇਹ ਹੈ ਕਿ ਜਦੋਂ ਇਹ ਹੋ ਰਹੀ ਸੀ 2 ਗੱਲਾਂ ਉਦੋਂ ਵਾਪਰੀਆਂ। ਕਿਹੜੀਆਂ? ਇੱਕ ਤਾਂ ਹੈਗਾ ਕਿ ਮੌਜੂਦਾ ਉਸ ਸਮੇਂ RCMP ਨੇ ਜਾ ਕੇ ਰਿਪੋਰਟ ਕੀਤਾ ਆਪਣੇ ਸੀਨੀਅਰ ਅਫੀਸਰਸ ਨੂੰ। ਸੀਨੀਅਰ ਅਫੀਸਰਸ ਨੇ ਜਾ ਕੇ ਉਸ ਸਮੇਂ ਦੇ ਜਿਹੜੇ ਮੰਤਰੀ ਸਾਹਿਬ ਸੀ ਉਹਨਾਂ ਨੂੰ ਜਾ ਕੇ ਰਿਪੋਰਟ ਕੀਤਾ ਵੀ ਆਹ ਕੰਮ ਹੋ ਰਿਹਾ। ਮੰਤਰੀ ਸਾਹਿਬ ਨੇ ਉਸ ਵੇਲੇ ਜਿਹੜੇ ਲਿਬਰਲ ਦੇ ਮੰਤਰੀ ਸਾਹਿਬ ਸੀ ਉਹਨਾਂ ਨੇ ਐਕਸ਼ਨ ਲੈਣ ਦੀ ਬਜਾਏ ਇਹਦੇ 'ਤੇ ਉਹਨਾਂ ਨੂੰ ਕਿਹਾ ਵੀ ਇਹਦੇ ਬਾਰੇ ਤੁਸੀਂ ਕੁਛ ਕਰਨ ਦੀ ਲੋੜ ਨਹੀਂ ਹੈ। ਹਾਂਜੀ, ਉਹ ਦਬਾ ਦਿੱਤੀ ਗਈ ਗੱਲ। ਨੰਬਰ 2 ਜਿਹੜਾ ਹੋਇਆ ਉਸ ਵੇਲੇ ਇਦੋਂ ਵੀ ਜਿਹੜਾ ਹੈਰਾਨੀ ਦੀ ਗੱਲ ਹੋਈ ਕਿ ਇੱਕ ਜਿਹੜੀ ਟਾਸਕ ਫੋਰਸ ਸੀਗੀ, ਜਿਹੜਾ ਯੂਨਿਟ ਸੀ, ਸਪੈਸ਼ਲ ਯੂਨਿਟ ਸੀਗਾ, ਜਿਹਦਾ ਕੰਮ ਕਸੀਨੋ ਦੇ ਵਿੱਚ ਮਨੀ ਲਾਂਡਰਿੰਗ ਤੇ ਨਿਗਰਾਨੀ ਰੱਖ ਕੇ ਉਹਨੂੰ ਬੰਦ ਕਰਨਾ ਸੀਗਾ, ਉਹ ਖਤਮ ਕੀਤੀ ਗਈ 2 ਸਾਲਾਂ ਬਾਅਦ। ਅੱਛਾ ਜੀ। ਉਹ ਖਤਮ ਕੀਤੀ ਗਈ 2 ਸਾਲਾਂ ਬਾਅਦ। ਇਹ 2 ਕੰਮ ਨਾ ਰਹੇ ਬਾਂਸ ਨਾ ਵੱਜੂ ਬੰਸਰੀ। ਹਾਂ, ਇਹ ਕੰਮ ਕੈਨੇਡਾ ਦੇ ਵਿੱਚ ਹੋਣਾ ਇਹ ਮੇਰੀ ਸਮਝ ਤੋਂ ਬਾਹਰ ਹੈ। ਇਸੇ ਕਰਕੇ ਜਿਹੜੇ ਡੇਵਿਡ ਈਵੀ ਸਾਹਿਬ ਨੇ ਪਹਿਲੀ ਰਿਪੋਰਟ ਕਰਾ ਚੁੱਕੇ ਹੈ, ਜਿਹੜੇ ਪੀਟਰ ਜਰਮਨ ਬਹੁਤ ਸੀਨੀਅਰ ਪੁਲਿਸ ਅਫਸਰ ਨੇ, 2 ਰਿਪੋਰਟਾਂ ਹੁਣ ਬਾਕੀ ਜਿਹੜੀਆਂ ਹੋ ਰਹੀਆਂ ਕਿ ਉਸ ਮਨੀ ਦਾ ਪਬਲਿਕ ਇਨਕੁਆਇਰੀ ਦੀ ਮੰਗ ਵੀ ਉੱਠ ਰਹੀ ਹੈ ਜੀ? ਹਾਂਜੀ, ਉੱਠ ਰਹੀ ਹੈ, ਪਰ ਉਦੋਂ ਪਹਿਲਾਂ 2 ਰਿਪੋਰਟਾਂ ਹੋ ਰਹੀਆਂ। ਅੱਛਾ। ਇੱਕ ਰਿਪੋਰਟ ਹੋ ਰਹੀ ਹੈ ਕਿ ਉਹ ਜਿਹੜੀ ਡਰਟੀ ਮਨੀ ਹੈ ਉਹਦਾ ਸਾਡੀ ਰੀਅਲ ਸਟੇਟ ਤੇ ਇੰਪੈਕਟ ਕੀ ਹੋਇਆ, ਉਸ ਡਰਟੀ ਮਨੀ ਦਾ ਸਾਡੀ ਡਰੱਗ ਦੇ ਉੱਤੇ ਇੰਪੈਕਟ ਕੀ ਹੋਇਆ। ਡਰੱਗ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਨਾਂ ਉਸ ਸਮੇਂ ਦਰਮਿਆਨ ਇੰਨੀ ਵਧੀਆ ਕਿ 4 ਨੌਜਵਾਨ ਹਰ ਰੋਜ਼ ਮਰ ਰਹੇ ਆ। ਉਹ ਬੇਘਰ ਲੋਕ ਨਹੀਂ ਗਏ ਜੀ, ਉਹ ਮਿਡਲ ਕਲਾਸ ਵਰਕਿੰਗ ਲੋਕ ਨੇ ਗਏ, ਕਿਉਂਕਿ ਡਰੱਗ ਇੰਨੀ ਵੱਧ ਚੁੱਕੀ ਹੈ। ਸੋ ਉਹ 2 ਰਿਪੋਰਟਾਂ ਆਉਣੀਆਂ। ਉਹ ਡੇਵਿਡ ਈਵੀ ਸਾਹਿਬ ਇਹ ਕਹਿ ਰਹੇ ਵੀ ਮੈਂ ਪਹਿਲਾਂ ਇਹ ਸਾਰਾ ਕੁਝ ਬੰਦ ਕਰਨਾ ਚਾਹੁੰਦਾ ਜੋ ਕੁਝ ਹੋ ਰਿਹਾ ਹੈ, ਇਹ ਬੰਦ ਕਰਕੇ, ਕਿਉਂਕਿ ਪਬਲਿਕ ਇਨਕੁਆਇਰੀ ਤੇ ਟਾਈਮ ਬਹੁਤ ਲੱਗਦਾ। ਅੱਛਾ। ਵੀ ਇਮੀਡੀਏਟ 2 ਰਿਪੋਰਟਾਂ ਕਰਾ ਕੇ ਬੰਦ ਕਰਨਾ ਚਾਹੁੰਦਾ। ਜੇ ਪਬਲਿਕ ਇਨਕੁਆਇਰੀ ਦੀ ਲੋੜ ਪਈ ਤਾਂ ਉਹਦੇ ਵਾਸਤੇ ਉਹ ਕਹਿੰਦਾ ਮੇਰੇ ਦਰਵਾਜ਼ੇ ਬੰਦ ਨਹੀਂ, ਉਹਦੇ ਵਾਸਤੇ। ਪਰ ਇਹਦੀ ਡਿਮਾਂਡ ਉੱਠ ਰਹੀ ਹੈ ਨਾ ਜੀ? ਹਾਂਜੀ, ਪਬਲਿਕ ਉਹਦੀ ਡਿਮਾਂਡ ਬਿਲਕੁਲ ਉੱਠ ਰਹੀ। ਜੇ ਕਰਵਾਉਣੀ ਪਈ ਤਾਂ ਕੀ ਹੌਰਗਨ ਸਰਕਾਰ ਜਾਂ ਤੁਹਾਡੀ ਸਰਕਾਰ ਇਸ ਵਾਸਤੇ ਤਿਆਰ ਹੈ ਜੀ? ਹਾਂ, ਉਹਦੇ ਵਾਸਤੇ ਜਿਹੜਾ ਡੇਵਿਡ ਈਵੀ ਸਾਹਿਬ ਨੇ ਤੇ ਪ੍ਰੀਮੀਅਰ ਸਾਹਿਬ ਨੇ ਇਹੀ ਗੱਲ ਕਹੀ ਹੈ ਕਿ ਸਾਡਾ ਪਹਿਲਾ ਕੰਮ ਹੈਗਾ ਕਿ ਜਿਹੜੇ ਇਹ ਸਾਰੇ ਕੰਮ ਹੋ ਰਹੇ ਆ ਡਰਟੀ ਮਨੀ ਦੇ, ਇਹਨਾਂ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਤਾਂ ਕਿ ਆਮ ਲੋਕਾਂ ਦੇ ਉੱਤੇ ਇਹਦਾ ਇੰਪੈਕਟ ਹੋਰ ਨਾ ਪੈ ਸਕੇ। ਉਹਦੇ ਲਈ ਇੱਕ ਰਿਪੋਰਟ ਹੋ ਚੁੱਕੀ ਹੈ, ਉਹਦੇ ਤੇ ਉਹਨੇ ਤੁਰੰਤ ਐਕਸ਼ਨ ਲੈ ਕੇ ਜਿਹੜਾ ਉਹ ਬੈਗ ਆ ਰਹੇ ਸੀ ਉਹ ਬੰਦ ਕਰ ਦਿੱਤੇ ਆਲਰੇਡੀ। ਉਹ ਬੰਦ ਹੋ ਚੁੱਕਿਆ ਸਿਸਟਮ ਸਾਰਾ। ਹੋਰ ਜਿਹੜਾ ਕੁਝ ਹੋ ਰਿਹਾ ਜਿਹੜੀਆਂ 2 ਰਿਪੋਰਟਾਂ ਦੇ ਨਾਲ, ਉਹ ਜਿਹੜੇ ਹੋਰ ਐਕਸ਼ਨ ਲੈਣ ਦੀ ਲੋੜ ਆ ਉਹ ਵੀ ਐਕਸ਼ਨ ਲਏ ਜਾਣਗੇ। ਉਸ ਤੋਂ ਬਾਅਦ ਜਿਹੜਾ ਸਾਡੇ ਪ੍ਰੀਮੀਅਰ ਹੌਰਗਨ ਸਾਹਿਬ ਨੇ ਵੀ ਕਿਹਾ ਤੇ ਡੇਵਿਡ ਈਵੀ ਨੇ ਵੀ ਕਿਹਾ, ਜਿਹੜੇ ਏਜੀ ਨੇਗੇ, ਕਿ ਅਸੀਂ ਓਪਨ ਹੈਗੇ ਪਬਲਿਕ ਇਨਕੁਆਇਰੀ ਵਾਸਤੇ ਜਿਹੜਾ ਉਸ ਤੋਂ ਬਾਅਦ, ਤਾਂ ਕਿ ਪਬਲਿਕ ਇਨਕੁਆਇਰੀ ਦੇ ਵਿੱਚ ਟਾਈਮ ਬਹੁਤ ਲੱਗਦਾ ਹੈ, ਉਹਦੇ ਤੇ ਫਿਰ ਜਿਹੜਾ ਐਕਸ਼ਨ ਲੈਂਦਿਆਂ ਨੂੰ ਟਾਈਮ ਲੱਗ ਜਾਊਗਾ। ਤੇ ਉਹ ਪਹਿਲਾਂ 2 ਰਿਪੋਰਟਾਂ ਕਰਾ ਕੇ ਐਕਸ਼ਨ ਲੈ ਜਾਣ, ਉਸ ਤੋਂ ਬਾਅਦ ਜਿਹੜਾ ਪਬਲਿਕ ਇਨਕੁਆਇਰੀ ਬਾਰੇ ਸੋਚਿਆ ਜਾ ਸਕਦਾ। ਅੱਛਾ, ਹੁਣ ਮੈਨੂੰ ਇਹ ਦੱਸਿਓ, ਜਦੋਂ ਫਾਰਮਾਂ ਦੇ ਵਿੱਚ ਵੱਡੇ ਘਰਾਂ ਦਾ ਇਸ਼ੂ ਉੱਠਿਆ ਜੀ, ਸਰੀ ਦੇ ਵਿੱਚ ਵੀ ਤੁਹਾਨੂੰ ਮੀਟਿੰਗਾਂ ਕਰਨ ਦਾ ਮੌਕਾ ਮਿਲਿਆ ਤੇ ਤੁਸੀਂ ਸੰਬੰਧਿਤ ਜਿਹੜੀ ਮੰਤਰੀ ਸਾਹਿਬਾ ਉਹਦੇ ਨਾਲ ਵੀ ਗੱਲਬਾਤ ਕੀਤੀ, ਲੋਕਾਂ ਨੂੰ ਤੁਸੀਂ ਭਰੋਸਾ ਵੀ ਦਿਵਾਇਆ। ਉਸ ਤੋਂ ਬਾਅਦ ਜਿਹੜਾ ਨਵਾਂ ਕਾਨੂੰਨ ਹੁਣ ਸਾਹਮਣੇ ਆ ਗਿਆ, ਕਿ ਦੱਸਿਓ ਜਿਹੜੀਆਂ ਬਿਨ ਤੁਸੀਂ ਗੱਲਾਂ ਉਸ ਪਬਲਿਕ ਮੀਟਿੰਗ ਦੇ ਵਿੱਚ ਕਹੀਆਂ ਸੀ, ਉਹ ਕਾਨੂੰਨ ਉਸੇ ਤਰ੍ਹਾਂ ਦਾ ਜਾਂ ਉਸ ਤੋਂ ਕੁਝ ਵੱਖਰਾ ਹੈਗਾ ਜੀ? ਕਾਨੂੰਨ ਉਵੇਂ ਹੀ ਹੈ। ਅੱਛਾ। ਉਹਦੇ 'ਚ ਮੈਂ ਤੁਹਾਨੂੰ ਸੰਖੇਪ 'ਚ ਗੱਲ ਦੱਸਣੀ ਚਾਹੁੰਦਾ ਕਿ ਮੈਂ ਧੰਨਵਾਦ ਕਰਦਾ ਉਹਨਾਂ ਲੋਕਾਂ ਜਿਹੜੇ ਸਾਡੇ ਕੋਲ ਚੱਲ ਕੇ ਆਏ। ਕੋਈ 1 ਲੋਕ ਨਹੀਂ ਸੀ, 2 ਨਹੀਂ ਸੀ, ਉਹ 50 ਦੇ ਕਰੀਬ ਲੋਕ ਸੀਗੇ ਜਿਹੜੇ ਮੈਨੂੰ ਤੇ ਮੰਤਰੀ ਜਿੰਨੀ ਸਿਮਜ਼ ਨੂੰ ਮਿਲੇ ਆ ਜੀ। ਸਾਡੇ ਸਾਹਮਣੇ ਉਹਨਾਂ ਨੇ ਜਿਹੜੀਆਂ ਆਪਣੀਆਂ ਗੱਲਾਂ ਪੇਸ਼ ਕੀਤੀਆਂ ਕਾਨੂੰਨ ਆਉਣ ਤੋਂ ਬਾਅਦ। ਉਹਦੇ ਵਿੱਚ ਮੋਟੇ ਤੌਰ ਦੇ ਉੱਤੇ 3 ਗੱਲਾਂ ਸਾਡੇ ਸਾਹਮਣੇ ਰੱਖੀਆਂ ਸੀ। 3 ਹੀ ਗੱਲਾਂ ਸੀ। ਇੱਕ ਸੀਗਾ ਕਿ ਵੀ ਸਾਡੇ ਸਾਡੇ ਕਲਚਰ ਦੇ ਵਿੱਚ ਕਈ ਵਾਰੀ ਦਾਦਾ ਪੋਤਾ ਤੇ ਕਈ ਪੀੜ੍ਹੀਆਂ ਇਕੱਠੀਆਂ ਰਹਿੰਦੀਆਂ, ਘਰ ਪਰਿਵਾਰ ਵੱਡਾ ਹੁੰਦਾ, ਇਸ ਕਰਕੇ ਉਸ ਨੂੰ ਵੱਡੇ ਮਕਾਨ ਬਣਾਉਣ ਦੀ ਇਜਾਜ਼ਤ ਰਹਿਣੀ ਚਾਹੀਦੀ ਜੀ। ਦੂਜੀ ਸੀਗੀ ਕਿ ਵੀ ਜਿਹੜਾ ਕਮਿਸ਼ਨ ਹੈ, ਐਗਰੀਕਲਚਰ ਲੈਂਡ ਕਮਿਸ਼ਨ ਹੈ, ਉਹਦੇ ਕੋਲੋਂ ਹੁਣ ਪਰਮਿਸ਼ਨ ਲੈਣੀ ਪੈਣੀ ਹੈ ਵੱਡੇ ਘਰ ਦੀ। ਉਹਦੇ ਵਾਸਤੇ ਉਹ ਕਹਿੰਦੇ ਵੀ ਟਾਈਮ ਬਹੁਤ ਲੱਗ ਜਾਂਦਾ, ਤੇ ਲੱਗਦਾ ਵੀ ਸੀ, ਟਾਈਮ ਲੱਗਦਾ ਸੀਗਾ, ਪਰ ਉਹ ਅਗੇਨ ਉਹ 16 ਸਾਲ ਲਿਬਰਲ ਰਹੇ ਉਹਨਾਂ ਸਮੇਂ ਜੀ। ਉਹ ਟਾਈਮ ਬਹੁਤ ਲੱਗ ਜਾਂਦਾ ਤੇ ਉਹਨਾਂ ਨੇ ਚੇਂਜ ਨਹੀਂ ਕੀਤਾ ਕੁਛ, ਤੇ ਉਹ ਟਾਈਮ ਦੀ ਸੀਮਾ ਜਿਹੜੀ ਹੈਗੀ ਉਹ ਠੀਕ ਕੀਤੀ ਜਾਵੇ।
ਤੀਜੀ ਉਹਨਾਂ ਨੇ ਸਾਨੂੰ ਗੱਲ ਇਹ ਕਹੀ ਸੀ ਕਿ ਜਿਹੜੇ ਬੰਦੇ ਨੇ ਭਰਤ ਪਾਤੇ, ਜਿਹਨੂੰ ਆਪਾਂ ਕਹਿੰਦੇ ਪ੍ਰੀ ਲੋਡ ਪਾਤੀ, ਪਰਮਿਟ ਲੈ ਕੇ ਉਹ ਪੈਸਾ ਖਰਚ ਹੋ ਗਿਆ ਬੰਦੇ ਦਾ, ਉਹਨੂੰ ਗ੍ਰੈਂਡਫਾਦਰ ਕੀਤਾ ਜਾਵੇ। ਅਸੀਂ ਇਹ ਤਿੰਨੇ ਮੰਗਾਂ ਲੈ ਕੇ ਮੰਤਰੀ ਸਾਹਿਬਾਂ ਕੋਲੇ ਗਏ ਹਾਂ। ਉਹਨੇ ਆਪਣਾ ਸਾਰਾ ਸਟਾਫ ਬੁਲਾ ਕੇ ਸਾਡੀ ਗੱਲਬਾਤ ਸੁਣੀ ਹੈ। ਗੱਲਬਾਤ ਕਰਨ ਤੋਂ ਬਾਅਦ ਸਾਡੀ ਗੱਲ ਮੰਨੀ ਗਈ ਹੈ, ਲੋਕਾਂ ਦੀ ਗੱਲ ਮੰਨੀ ਗਈ ਹੈ। ਉਸ ਤੋਂ ਬਾਅਦ ਜਿਹੜੀ ਹੈਗੀ ਆ, ਉਹ ਜਦੋਂ ਕਾਨੂੰਨ 3rd ਰੀਡਿੰਗ ਦੇ ਉੱਤੇ ਗਿਆ, ਉਸ ਵੇਲੇ ਉਹ ਤਿੰਨੇ ਚੀਜ਼ਾਂ ਉਹਨੇ ਜਿਹੜੀਆਂ ਹੈਗੀਆਂ ਉੱਥੇ ਪੜ੍ਹੀਆਂ ਨੇ, ਔਰ ਉਹਦੇ ਬਿੱਲ ਦੀ ਜਿਹੜੀ ਹੈਗੀ ਆ ਸਪੋਰਟ ਜਿਹੜੇ ਲਿਬਰਲ ਦੇ ਵਿਧਾਇਕ ਸਾਡੇ ਇੱਥੇ ਆਰੀਆ ਬੈਂਕਟ ਹਾਲ ਦੇ ਖਿਲਾਫ, ਆਰੀਆ ਬੈਂਕਟ ਹਾਲ ਦੇ ਵਿੱਚ ਬਾਹਾਂ ਘੁਮਾ ਕੇ ਸਾਡੇ ਖਿਲਾਫ ਬੋਲਦੇ ਸੀਗੇ, ਉਹ ਬੰਦਿਆਂ ਨੇ ਤਿੰਨਾਂ ਨੇ ਖੜੇ ਹੋ ਕੇ, ਉਸ ਤੋਂ ਇਲਾਵਾ ਸਾਰੇ ਲਿਬਰਲ ਨੇ ਖੜੇ ਹੋ ਕੇ ਉਸ ਬਿੱਲ ਦੀ ਸਪੋਰਟ ਕੀਤੀ। ਜੋ ਕੁਛ ਉਹ ਤਰਮੀਮਾਂ ਕੀਤੀਆਂ, ਲਿਬਰਲ ਪਾਰਟੀ ਨੇ ਉਹਦੀ ਸਪੋਰਟ ਕੀਤੀ, ਉਹ ਬਿੱਲ ਤਾਂ ਪਾਸ ਹੋਇਆ। ਪ੍ਰੋਬਲਮ ਕੀ ਹੈ ਜੀ? ਇੱਕ ਪ੍ਰੋਬਲਮ ਨਵੀਂ ਹੈਗੀ ਹੈ। ਉਹ ਕੀ ਹੈ ਜੀ? ਨਵੀਂ ਪ੍ਰੋਬਲਮ ਇਹ ਹੈਗੀ ਹੈ ਕਿ ਜਿਹੜਾ ਸਿਟੀ ਆਫ ਰਿਚਮੰਡ ਆ, ਸਿਟੀ ਆਫ ਰਿਚਮੰਡ ਨੇ ਚੋਣ ਤੋਂ ਪਹਿਲਾਂ ਜਿਹੜਾ 10,000 ਸਕੁਅਰ ਫੁੱਟ ਦਾ ਜਿਹੜਾ ਹੈਗਾ ਉਹ ਅਲਾਉ ਕੀਤਾ ਸੀਗਾ, ਪਰ ਆਈ ਡੋਂਟ ਨੋ ਕੀ ਕਾਰਨ ਨੇ, ਕਿਹੜੀ ਗੱਲ ਤੋਂ ਜਿਹੜੀ ਕੌਂਸਲ ਦੁਖੀ ਹੋਈ ਹੈ ਉਹਨਾਂ ਦੀ, ਕਿ ਸਰਕਾਰ ਚੋਣ ਹੋਣ ਤੋਂ ਬਾਅਦ, ਜਿਹੜੀ ਲੋਕਲ ਚੋਣ ਹੋਣ ਤੋਂ ਬਾਅਦ ਉਹਨਾਂ ਨੇ ਆ ਕੇ 4300 ਦਾ ਜਿਹੜਾ ਹੈਗਾ 10,000 ਦੀ ਬਜਾਏ 4300 ਦਾ ਪਾਸ ਕਰਤਾ। ਇਹ ਸਿਟੀ ਸਰਕਾਰ ਦੀ ਜੁਰਿਸਡਿਕਸ਼ਨ ਹੈ। ਅੱਛਾ, ਇਹਨੂੰ ਓਵਰ ਰੂਲ ਸਿਟੀ ਜਿਹੜੇ ਬਾਈ ਲਾ ਨੇ ਉਹ ਕਰਦੇ ਨੇ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਕਰਦੇ ਆ? ਅਸੀਂ ਕੀ ਕਰ ਸਕਦੇ ਹਾਂ? ਸਾਡੇ ਕੋਲੇ ਜਿਹੜੀ ਰੈਜ਼ੀਡੈਂਸ਼ੀਅਲ ਏਰੀਆ ਉਹ ਤਾਂ 100% ਉਹਨਾਂ ਕੋਲੇ ਆ, ਸਿਟੀ ਕੋਲ ਹੈ ਜੀ, ਉਹ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ, ਸਿਟੀ ਦਾ ਕੰਮ ਹੈ। ਅੱਛਾ, ਜਿਹੜੀ ਫਾਰਮ ਦੇ ਵਿੱਚ ਰੈਜ਼ੀਡੈਂਸ਼ੀਅਲ ਹੈ ਉਹਦੀਆਂ ਸੀਮਾਂ ਅਸੀਂ ਸੀਮਿਤ ਕਰ ਸਕਦੇ ਹਾਂ। ਅਸੀਂ ਉਹਦਾ ਮੈਕਸਿਮਮ ਕਰ ਦਿੱਤਾ ਵੀ 5400 ਤੁਸੀਂ ਬਣਾ ਸਕਦੇ ਹੋ। 5400 ਤੱਕ ਤੁਹਾਨੂੰ ਸਾਡੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ, ਕਿਸੇ ਬੋਰਡ ਕੋਲ ਜਾਣ ਦੀ ਲੋੜ ਨਹੀਂ, ਕਿਸੇ ਕੋਲ। ਉਹ ਸਿਟੀ ਕਰ ਸਕਦਾ, ਸਿਟੀ ਨੇ ਦੇਖਣਾ 5400 ਹੈਗਾ ਜੀ, ਸਿਟੀ ਪਾਸ ਕਰਤਾ, ਉੱਥੇ ਗੱਲ ਖਤਮ ਹੋ ਜਾਣੀ। ਪਰ ਜੇ ਉਦੋਂ ਤੋਂ ਵੱਡਾ, ਜੇ ਉਦੋਂ ਵੱਡਾ ਹੈਗਾ ਤਾਂ ਫਿਰ ਸਿਟੀ ਨੇ ਉਹਦੀ ਸਾਰੀ ਆਪਣੀ ਨਿਗਰਾਨੀ ਕਰਕੇ, ਉਹਦੀ ਪਲਾਨ ਬਣਾ ਕੇ, ਉਹਦਾ ਆਪਣਾ ਬਲੂਪ੍ਰਿੰਟ ਬਣਾ ਕੇ, ਪਲੱਸ ਉਹਦੀ ਨੀਡ ਸ਼ੋ ਕਰਕੇ ਵੀ ਇਹ ਫਾਰਮਿੰਗ ਫੈਮਿਲੀ ਹੈ, ਫਾਰਮਿੰਗ ਫੈਮਿਲੀ ਹੋਣੀ ਚਾਹੀਦੀ ਹੈ, ਤੇ ਇਹਨਾਂ ਦੇ 15 ਜੀ ਨੇ, 15 ਜੀਆਂ ਨੂੰ ਇਹਨਾਂ ਦੇ 8 ਕਮਰੇ ਚਾਹੀਦੇ ਆ ਵਗੈਰਾ ਵਗੈਰਾ ਬਣਾ ਕੇ, ਤੇ ਐਡਾ ਵੱਡਾ ਮਕਾਨ ਚਾਹੀਦਾ। ਸਿਟੀ ਸਿਫਾਰਿਸ਼ ਕਰੂਗਾ, ਸਿਫਾਰਿਸ਼ ਕਰਨ ਤੋਂ ਬਾਅਦ ਉਹ ਜਿਹੜੀ ਐਪਲੀਕੇਸ਼ਨ ਹੈ ਉਹ ਐਗਰੀਕਲਚਰ ਲੈਂਡ ਕਮਿਸ਼ਨ ਦੇ ਕੋਲੇ ਜਾਊਗੀ। ਐਗਰੀਕਲਚਰ ਲੈਂਡ ਕਮਿਸ਼ਨ ਨੇ ਸਾਨੂੰ ਭਰੋਸਾ ਦਵਾਇਆ, ਮੰਤਰੀ ਨੂੰ ਭਰੋਸਾ ਦਵਾਇਆ ਕਿ 90 ਦਿਨਾਂ ਦੇ ਅੰਦਰ 3 ਮਹੀਨੇ 'ਚ ਉਹ ਐਪਲੀਕੇਸ਼ਨ ਤੇ ਫੈਸਲਾ ਕਰਕੇ ਵਾਪਸ ਕਰ ਦਿੱਤਾ। ਪਰ ਉਹਨਾਂ ਕੋਲ ਇਹ ਦੱਸਿਓ, ਬਹੁਤ ਸਾਰੇ ਲੋਕਾਂ ਦਾ ਖਾਦਸ਼ਾ ਹੈ ਜੀ ਕਿ ਉਸ ਕਮਿਸ਼ਨ ਕੋਲ ਜਾ ਕੇ ਉਹਨਾਂ ਨੂੰ ਕਨਵਿੰਸ ਕਰਨਾ ਇੰਨਾ ਸੁਖਾਲਾ ਨਹੀਂ, ਤੇ ਕੌਣ ਉਸ ਕਮਿਸ਼ਨ ਕੋਲ ਕੌਣ ਜਾ ਸਕਦਾ ਜੀ? ਉਸ ਕਮਿਸ਼ਨ ਦੀ ਜ਼ਿੰਮੇਵਾਰੀ ਇਹ ਹੈ ਜੀ, ਉਸ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹਨੇ ਇੱਕ ਧਰਮ ਮੰਨ ਕੇ ਜਿਹੜੀ ਸਾਡੀ ਐਗਰੀਕਲਚਰ ਲੈਂਡ ਤੇ ਪਹਿਰਾ ਦੇਣਾ। ਅੱਛਾ, ਬਚਾਉਣੀ ਆ ਉਹਨੇ ਐਗਰੀਕਲਚਰ ਲੈਂਡ, ਉਹਦਾ ਕੰਮ ਹੈ। ਅੱਛਾ, ਸਾਡੇ ਕੋਲੇ ਕੁੱਲ ਮਿਲਾ ਕੇ 5% ਜ਼ਮੀਨ ਜਿਹੜੀ ਐਗਰੀਕਲਚਰ ਹੈਗੀ ਪੂਰੇ BC 'ਚ। ਹਾਂਜੀ। ਅੱਛਾ, ਉਹਦੇ ਚੋਂ ਸਿਰਫ 1% ਜਿਹੜੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਹਾਈਲੀ ਪ੍ਰੋਡਕਟਿਵ, ਜਿਹੜੀ ਬਹੁਤ ਉਪਜਾਊ ਲੈਂਡ ਹੈਗੀ, ਉਹ 1% ਆ। ਇਸ ਲੈਂਡ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਮੈਂ ਇਹ ਵੀ ਕਹਿਣਾ ਕਿ ਅਸੀਂ ਆਮ ਤੌਰ ਤੇ ਕਹਿੰਦੇ ਆ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੀ, ਉਹਦੇ ਪਹਿਰਾ ਦੇਣਾ ਉਹਨਾਂ ਲੋਕਾਂ ਦਾ ਕੰਮ ਹੈ। ਇਸ ਕਰਕੇ ਜਦੋਂ ਐਪਲੀਕੇਸ਼ਨ ਉਹਨਾਂ ਕੋਲ ਜਾਂਦੀ ਹੈ ਉਹ ਬਿਲਕੁਲ ਵੇਖਦੇ ਆ। ਵੇਖਣ ਤੋਂ ਬਾਅਦ ਜਿਹੜਾ ਸਰਕਾਰ ਨੇ ਕਾਨੂੰਨ ਪਾਸ ਕੀਤਾ, ਹੁਣ ਕਾਨੂੰਨ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਕਿ ਜੇ ਕੋਈ ਬੰਦਾ, ਇਹ ਫਾਰਮਰ ਨੂੰ ਪ੍ਰੋਟੈਕਟ ਕਰਨ ਵਾਸਤੇ ਤਾਂ ਕਿ ਫਾਰਮਰ ਲੰਮਾ ਸਮਾਂ ਆਪਣੀ ਫਾਰਮਿੰਗ ਕਰਦੇ ਰਹਿਣ। ਜੇ ਕੋਈ ਪਰਿਵਾਰ ਫਾਰਮਿੰਗ ਕਰਦਾ, ਪਰਿਵਾਰ ਦੀ ਜੀ ਬੜੇ ਕਾਫੀ ਜ਼ਿਆਦਾ ਨੇ, ਉਹਨਾਂ ਦੀ ਲੋੜ ਹੈ, ਉਹਨੂੰ ਕਮਿਸ਼ਨ ਅਪਰੂਵਲ ਦੇਊਗਾ। ਇਹ ਕਾਨੂੰਨ ਦੇ ਵਿੱਚ ਹੈ, ਉਸ ਕਮਿਸ਼ਨ ਦਾ ਕੰਮ ਹੈ। ਹਾਂ, ਐਜ਼ ਲੌਂਗ ਐਜ਼ ਜਿਹੜੀ ਉਹ ਸਿਟੀ ਵੱਲੋਂ ਫਾਰਵਰਡ ਕੀਤੀ ਗਈ ਹੈ ਤੇ ਉਹ ਪ੍ਰੋਪਰ ਤਰੀਕੇ ਨਾਲ ਉਹਨੂੰ ਡਿਫਾਈਨ ਕਰਕੇ ਭੇਜਿਆ ਗਿਆ ਜੀ। ਹਾਂਜੀ ਬਰਾੜ ਸਾਹਿਬ, ਹੁਣ ਇਹ ਦੱਸਿਓ, ਗੈਂ ਗਤੀਵਿਧੀਆਂ ਦੀ ਜੇ ਗੱਲ ਕਰੀਏ, ਪਹਿਲਾਂ ਸਰੀ, ਵੈਨਕੂਵਰ, ਇਸ ਇਲਾਕੇ ਦੇ ਵਿੱਚ ਲਗਭਗ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ। ਹੁਣ ਬੀਤੇ 1 ਹਫ਼ਤੇ ਤੇ ਨਜ਼ਰ ਮਾਰੀਏ, ਕੱਲ੍ਹ ਰਿਚਮੰਡ ਵਿੱਚ ਗੋਲੀ ਚੱਲੀ ਹੈ, ਲੈਂਗਲੀ ਵਿੱਚ ਬੀਤੇ ਦਿਨੀ ਗੋਲੀ ਚੱਲੀ ਹੈ, ਚਿਲਾਵੈਕ ਵਿੱਚ ਗੋਲੀ ਚੱਲੀ ਹੈ, ਤੇ ਹੁਣ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਗੈਂਗਸਟਰ ਜਾਂ ਗੈਂਗ ਦੀਆਂ ਵਾਰਦਾਤਾਂ ਜ਼ੋਰ ਫੜਦੀਆਂ ਜਾ ਰਹੀਆਂ ਨੇ। ਹੁਣ ਰੀਸੈਂਟਲੀ ਤੁਹਾਡਾ ਬਜਟ ਵੀ ਆ ਕੇ ਹਟਿਆ, ਜਿਸ ਦੀ ਚਾਰੇ ਪਾਸੇ ਸ਼ਲਾਘਾ ਵੀ ਹੋਈ ਹੈ। ਇਹ ਗੱਲ ਵਿੱਚ ਮੈਂ ਕੋਈ ਕਹਿਣ ਦੇ ਵਿੱਚ ਝਿਜਕ ਮਹਿਸੂਸ ਨਹੀਂ ਕਰਦਾ। ਇਹਨਾਂ ਗੈਂਗ ਐਕਟੀਵਿਟੀਜ਼ ਨੂੰ ਰੋਕਣ ਦੇ ਵਾਸਤੇ ਕੀ ਕਰ ਰਹੀ ਹੈ ਸਰਕਾਰ? ਪਹਿਲੀ ਗੱਲ ਤਾਂ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਇਹ ਗੈਂਗ ਦੀਆਂ ਸਾਰੀਆਂ ਐਕਟੀਵਿਟੀਜ਼ ਨੇ, ਉਹਨਾਂ ਨੂੰ ਪਿਛਲੇ ਸਮੇਂ 'ਚ ਆਪਾਂ ਦੇਖਿਆ ਕਿ ਅਸੀਂ ਕਈ ਵਾਰੀ ਇੱਕ ਮੋੜ ਤੇ ਲੈ ਕੇ ਖੜਾ ਕਰ ਦਿੰਦੇ ਹਾਂ ਵੀ ਇਹ ਪੁਲਿਸ ਦਾ ਕੰਮ। ਜਦੋਂ ਅਸੀਂ ਇੱਥੇ ਲੈ ਕੇ ਖੜਾ ਕਰਾਂਗੇ ਤਾਂ ਇਹਦਾ ਮਤਲਬ ਅਸੀਂ ਇੱਕ ਉਹ ਠੀਕ ਰਸਤਾ ਨਹੀਂ ਚੁਣ ਰਹੇ। ਅੱਛਾ, ਇਹ ਬੜੀ ਕੰਪਲੈਕਸ ਪ੍ਰੋਬਲਮ ਆ।
ਹੁਣ ਮੈਂ ਤੁਹਾਨੂੰ ਥੋੜਾ ਟਾਈਮ ਲੱਗ ਜਾਏ, ਤੁਹਾਨੂੰ ਬੜੀ ਸੰਖੇਪ 'ਚ ਗੱਲ ਕਰਨ ਲੱਗਿਆ ਜੀ। ਮੈਂ ਇਸੇ ਹਫ਼ਤੇ 4 ਸਕੂਲ ਵਿਜ਼ਿਟ ਕੀਤੇ ਆ, 4 ਪ੍ਰਿੰਸੀਪਲਾਂ ਮਿਲ ਕੇ। ਹਾਂਜੀ, ਆਪਣੇ ਹਲਕੇ ਦੇ 4 ਸਕੂਲਾਂ ਮਿਲ ਕੇ ਆਏ। ਉਹਨਾਂ 'ਚੋਂ 3 ਸਕੂਲ ਜਿਹੜੇ ਹੈਗੇ ਆ ਉਹ ਜਿਹੜੇ ਜਿਹੜੇ ਸੀਨੀਅਰ ਸਕੂਲ ਨੇਗੇ, ਸੀਨੀਅਰ ਸੈਕੰਡਰੀ ਸਕੂਲ ਨੇਗੇ, ਜਿੱਥੇ ਗੈਂਗ ਐਕਟੀਵਿਟੀ ਜ਼ਿਆਦਾ ਮੰਨਦੇ ਹੁੰਦੀਆਂ। ਤੁਸੀਂ ਹੈਰਾਨ ਹੋ ਗਏ ਇਸ ਗੱਲ ਤੋਂ, 2 ਸਕੂਲਾਂ ਨੇ ਮੈਨੂੰ ਇਹ ਕਿਹਾ ਵੀ ਸਾਡੇ ਕੋਈ ਗੈਂਗ ਐਕਟੀਵਿਟੀ ਨਹੀਂ ਹੈ। ਸਿਰਫ 2 ਨੇ? 3 'ਚੋਂ 2 ਨੇ। ਅੱਛਾ। ਇਹ ਕਿਹਾ ਉਹਨਾਂ ਨੇ। ਮੈਂ ਫਿਰ ਉਹਨੂੰ ਪੁੱਛਿਆ ਤੁਹਾਡੀ ਪ੍ਰੋਬਲਮ ਹੈ ਕੀ? ਮੈਂ ਇਹ ਵੀ ਸਰੋਤਿਆਂ ਨੂੰ ਦੱਸ ਦਿਆਂ, ਉਹ ਕਹਿੰਦੇ ਸਾਡੀ ਜਿਹੜੀ ਪ੍ਰੋਬਲਮ ਹੈਗੀ ਉਹ ਸਾਡੇ ਸਭ ਤੋਂ ਵੱਡੀ ਜਿਹੜੀ ਵੱਧ ਰਹੀ ਪ੍ਰੋਬਲਮ ਹੈਗੀ ਉਹਨੂੰ ਕਹਿੰਦੇ ਵੇਪਿੰਗ। ਅੱਛਾ। ਵੇਪਿੰਗ ਕੀ ਹੈ? ਇੱਕ ਜਿਹੜੀ ਸਿਗਰਟ ਨੂੰ ਛੁਡਾਉਣ ਵਾਸਤੇ ਆਰਟੀਫਿਸ਼ੀਅਲ ਸਿਗਰਟ ਹੈਗੀ ਆ, ਉਹ ਜਿਹੜੀ ਪਾਈਪ 'ਚ ਬਣੀ ਹੁੰਦੀ ਹੈ ਸਟੀਲ ਦੀ, ਉਹ ਆ। ਉਹਦੇ ਵਿੱਚੋਂ ਨਾ ਬੜੀ ਕਿਸਮ ਦੇ ਫਲੇਵਰ ਦੀ ਸਮੈਲ ਆਉਂਦੀ ਹੈ, ਉਹ ਆ। ਉਹ ਬੱਚੇ ਲਿਆ ਕੇ ਹੁਣ ਵਾਸ਼ਰੂਮਾਂ ਜਾ ਕੇ ਈਵਨ ਕਲਾਸ ਦੇ ਵਿੱਚੋਂ ਪੀਂਦੇ ਆ। ਉਹਦੇ ਵਿੱਚ ਕੀ ਹੈ ਕੀ ਨਹੀਂ ਉਹ ਕਹਿੰਦੇ ਸਾਨੂੰ ਕੋਈ ਨਹੀਂ ਪਤਾ। ਅੱਛਾ। ਇਹ ਵੱਧ ਰਹੀ ਹੈ, ਅਸੀਂ ਇਹ 'ਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜੀ ਪ੍ਰੋਬਲਮ ਕਹਿੰਦੇ ਉਦੋਂ ਵੱਡੀ ਜਿਹੜੀ ਹੈਗੀ ਉਹ ਹੈਗੀ ਸੋਸ਼ਲ ਮੀਡੀਆ ਦੀ। ਅੱਗੇ ਕਹਿੰਦੇ ਕੀ ਹੁੰਦਾ ਸੀ, ਬੱਚਾ ਕਲਾਸ 'ਚ ਬੱਚਾ ਲੜ ਪਿਆ ਜਾਂ ਬਾਹਰ ਲੜ ਪਿਆ, ਉਹਨੇ ਧੱਕਾ ਮਾਰਿਆ, ਉਹ ਡਿੱਗ ਪਿਆ, ਇੱਥੋਂ ਤੱਕ ਗੱਲ ਖਤਮ ਹੋ ਜਾਂਦੀ ਸੀ। ਹੁਣ ਉਹ ਕੀ ਕਰਦਾ ਹੈ, ਬੱਚੇ ਦੀ ਕੋਈ ਵੀ ਮਾੜੀ ਮੂਵੀ ਬਣਾ ਕੇ ਇੱਕਦਮ ਸੋਸ਼ਲ ਮੀਡੀਆ 'ਤੇ ਪਾ ਦਿੰਦਾ, ਉਹ 10,000 ਬੰਦੇ ਕੋਲ ਚੱਲ ਜਾਂਦੀ ਹੈ। ਉਹ ਦੂਜਾ ਬੱਚਾ ਡਿਪਰੈਸ਼ਨ 'ਚ ਆ ਜਾਂਦਾ। ਇੱਕ ਸਕੂਲ ਨੇ ਮੈਨੂੰ ਕਿਹਾ ਵੀ ਸਾਡੇ ਕੋਲ ਕੋਈ ਕਾਉਂਸਲਰ ਨਹੀਂ ਸੀ ਹੁੰਦਾ 10 ਸਾਲ ਪਹਿਲਾਂ, ਸਾਡੇ ਕੋਲ 3 ਕਾਉਂਸਲਰ ਨੇ ਅੱਜ। ਅੱਛਾ ਜੀ। ਸੋ ਇਹ ਪ੍ਰੋਬਲਮ ਉੱਥੇ ਹੈਗੀ ਹੈ, ਮੈਂਟਲ ਹੈਲਥ ਦੇ ਨਾਲ ਪ੍ਰੋਬਲਮ ਜਿਹੜੀ ਹੈਗੀ ਆ। ਉਹਦੇ 'ਚੋਂ ਇੱਕ ਸਕੂਲ ਨੇ ਮੈਨੂੰ ਕਿਹਾ ਵੀ ਸਾਡੇ ਬੱਚਿਆਂ ਦੀ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਸਾਡੇ ਕੁਝ ਬੱਚੇ ਹੈਗੇ ਆ, 1 ਕਿ 2 3 ਜਿਨ੍ਹਾਂ ਦੇ ਫੈਮਿਲੀ ਮੈਂਬਰ ਕਰ ਰਹੇ ਆ। ਅੱਛਾ। ਫੈਮਿਲੀ ਮੈਂਬਰ ਕਰ ਰਹੇ ਆ, ਉਹ ਫੈਮਿਲੀ ਮੈਂਬਰ ਦਾ ਉਸ ਬੱਚੇ 'ਤੇ ਇੰਪੈਕਟ ਸਾਨੂੰ ਦਿਖਦਾ। ਆਫ ਕੋਰਸ। ਹਾਂਜੀ। ਸੋ ਇਸ ਨੂੰ ਸਮਝਣ ਦੀ ਲੋੜ ਹੈ। ਇਹਦੇ 'ਚ ਸਕੂਲ ਦੇ ਵਿੱਚ ਐਜੂਕੇਸ਼ਨ ਦੀ ਲੋੜ ਹੈ, ਇਹਦੇ 'ਚ ਕਮਿਊਨਿਟੀ ਨੂੰ ਜਾਗਣ ਦੀ ਲੋੜ ਹੈ, ਇਹਦੇ 'ਚ ਪੁਲਿਸ ਦੀ ਵੀ ਲੋੜ ਹੈ। ਪੁਲਿਸ ਦੀ ਨਫਰੀ ਕਿੰਨੀ ਹੈ, ਚਾਹੇ ਆਪਾਂ ਆਰਸੀਐਮਪੀ ਦੀ ਗੱਲ ਕਰ ਲਈਏ, ਚਾਹੇ ਲੋਕਲ ਪੁਲਿਸ ਦੀ ਗੱਲ ਕਰ ਲਈਏ, ਜੇ ਉਹਦੀ ਨਫਰੀ ਪੂਰੀ ਨਹੀਂ, ਉਹਨੇ ਇੰਪੈਕਟ ਨਹੀਂ ਕਰਨਾ। ਹਾਂਜੀ। ਸੋ ਅਸੀਂ ਇਹਦੇ 'ਚ ਕਾਨੂੰਨ ਵੀ ਚੇਂਜ ਕਰਨ ਦੀ ਲੋੜ ਹੈ। ਅਸੀਂ 2 ਚੀਜ਼ਾਂ ਕੀਤੀਆਂ ਪਿਛਲੇ ਹਫ਼ਤੇ। BC ਸਰਕਾਰ ਨੇ ਆਪਣੇ ਕੰਮ ਕਰਨੇ ਆ, ਪੁਲਿਸ ਜਿਹੜੀ ਮੋਟੇ ਤੌਰ 'ਤੇ ਸਿਟੀ ਦੇ ਥੱਲੇ ਹੈ ਉਹਨਾਂ ਨੇ ਆਪਣੇ ਕੰਮ ਕਰਨੇ ਆ, ਫੈਡਰਲ ਗੌਰਮੈਂਟ ਨੇ ਆਪਣੀ ਜੁਰਿਸਡਿਕਸ਼ਨ ਉਹਨਾਂ ਦੀ। ਅਸੀਂ ਪਰ 2 ਕੰਮ ਕੀਤੇ ਪਿਛਲੇ ਵੀ ਬੜੇ, ਜਿਹੜੇ ਮੈਂ ਸਮਝਦਾ ਸ਼ਲਾਘਾਯੋਗ ਕੰਮ ਕੀਤੇ ਮੰਤਰੀ ਸਾਹਿਬ ਨੇ। ਇਹਨੇ ਤੁਸੀਂ ਪਾਣੀ ਦਾ ਘੁੱਟ ਲਓ। ਮੈਂ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ, ਭਾਵੇਂ ਟਾਈਮ ਤੁਹਾਡੇ ਕੋਲੇ ਲਗਭਗ ਆਖਰੀ ਪੜਾਅ ਵੱਲ ਵਧਦਾ ਜਾ ਰਿਹਾ, ਪਰ ਜੇਕਰ ਤੁਹਾਡਾ ਵੀ ਕੋਈ ਸਵਾਲ ਹੋਵੇ ਤਾਂ 1-800-649-1852 1-800-649-1852 'ਤੇ ਸੰਪਰਕ ਕਰ ਸਕਦੇ ਹੋ। MLA ਜਗਰੂਪ ਬਰਾੜ ਸਾਹਿਬ ਤੁਹਾਡੇ ਸਵਾਲ ਦਾ ਜਵਾਬ ਦੇਣ ਵਾਸਤੇ ਸਾਡੇ ਸਟੂਡੀਓ ਵਿੱਚ ਨੇ। 1-800-649-1852 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਜੀ ਬਰਾੜ ਸਾਹਿਬ। ਇੱਕ ਇਹ ਹੈਗਾ ਕਿ ਜਿਹੜੇ ਜਦੋਂ ਅਸੀਂ ਇਹ ਗੈਂਗ ਦੀ ਗੱਲ ਕਰਦੇ ਹਾਂ, ਉਹਦੇ 'ਚ ਚਾਹੇ ਕਿੰਨੀ ਵਧੀਆ ਪੁਲਿਸ ਹੋਵੇ ਜੀ, ਪੁਲਿਸ ਦਾ ਕੰਮ ਹੈ ਜਿੱਥੇ ਉਹਨਾਂ ਨੂੰ ਕੁਝ ਦਿੰਦਾ ਵੀ ਗੈਰ ਕਾਨੂੰਨੀ ਕੰਮ ਰਿਹਾ, ਉਹਨੂੰ ਅਰੈਸਟ ਕਰਕੇ ਉਹਦੇ 'ਤੇ ਬਣਦੇ ਚਾਰਜਰ ਲਾ ਕੇ ਕੋਰਟ 'ਚ ਪੇਸ਼ ਕਰਨਾ ਹੈ, ਅਤੇ ਕੋਰਟ ਦੇ ਵਿੱਚ ਪ੍ਰੂਵ ਕਰਨਾ ਉਹਨਾਂ ਨੇ ਜਾ ਕੇ। ਉਹਦੇ ਵਾਸਤੇ ਤੁਹਾਨੂੰ ਐਵੀਡੈਂਸ ਚਾਹੀਦੀ ਹੈ। ਐਵੀਡੈਂਸ ਜਿਹੜੀ ਕੋਰਟ ਸਿਸਟਮ 'ਚ ਇਹ ਕੈਨੇਡਾ ਦੀ ਚਾਹੇ ਕਿਤੋਂ ਦੀ ਜਿਹੜੀ ਸਭ ਤੋਂ ਜ਼ਿਆਦਾ ਪਾਵਰਫੁਲ ਐਵੀਡੈਂਸ ਹੈ, ਉਹ ਵਿਅਕਤੀ ਦੀ ਐਵੀਡੈਂਸ ਹੈ ਜਿਹੜਾ ਕਹਿੰਦਾ ਵੀ ਮੈਂ ਆਪਣੀ ਅੱਖੀਂ ਦੇਖਿਆ। ਆਈ ਵਿਟਨੈਸ ਜਿਹਨੂੰ ਆਪਾਂ ਕਹਿੰਦੇ। ਇਹ ਜਿਹੜੇ ਗੈਂਗ ਦੇ ਵਿੱਚ ਮੁੰਡੇ ਨੇ, ਉਹਨਾਂ ਦੀ ਸਭ ਤੋਂ ਵੱਡਾ ਚੈਲੰਜ ਜਿਹੜਾ ਹੈਗਾ ਪੁਲਿਸ ਨੂੰ ਇਹ ਹੈ ਕਿ ਇਹਨਾਂ ਦੇ ਸਾਹਮਣੇ ਡੇ ਲਾਈਟ ਦੇ ਉੱਤੇ ਜਿਹੜਾ ਇੱਕ ਗੈਂਗ ਦਾ ਜਿਹੜਾ ਹੈਗਾ ਦੂਜੇ ਗੈਂਗ ਦਾ ਬੰਦਾ ਮਾਰ ਕੇ ਜਾਂਦੇ ਆ, ਉਹ ਡੇ ਲਾਈਟ ਦੇ ਵਿੱਚ ਉਹਦੇ 4 ਬੰਦੇ ਇੱਧਰ 4 ਇੱਧਰ ਨੇ ਨੌਜਵਾਨ, ਲੇਕਿਨ ਜਿਨ੍ਹਾਂ ਦਾ ਬੰਦਾ ਈਵਨ ਮਾਰਿਆ ਵੀ ਜਾਂਦਾ ਉਹ ਵੀ ਕੋਈ ਜਿਹੜਾ ਗਵਾਹੀ ਦੇਣ ਨੂੰ ਤਿਆਰ ਨਹੀਂ ਗਾ ਇਸ ਵੇਲੇ। ਅੱਛਾ, ਉਹ ਗਵਾਹੀ ਨਾ ਦੇਣ ਦੇ ਬੜੇ ਕਾਰਨ ਨੇ। ਚਲੋ ਇੱਕ ਕਾਰਨ ਮੈਂ ਸਮਝਦਾ ਫੀਅਰ ਵੀ ਹੈ ਵੀ ਜੇ ਮੈਂ ਦੇਤਾ ਤੇ ਉਹ ਮੈਨੂੰ ਉੱਥੇ ਪਤਾ ਨਹੀਂ ਕੀ ਹੋਣਾ, ਪਰ ਮੇਰੀ ਲਾਈਫ ਨੂੰ ਖਤਰਾ ਹੈ, ਮੇਰੇ ਪਰਿਵਾਰ ਦੀ ਲਾਈਫ ਨੂੰ ਖਤਰਾ ਹੈ। ਉਹਦੇ ਵਾਸਤੇ ਅਸੀਂ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਜਿਹੜਾ ਕਾਨੂੰਨ ਪਾਸ ਕਰਨ ਜਾ ਰਹੇ ਹਾਂ। ਅਗਲੇ ਹਫ਼ਤੇ ਹੋ ਜਾਏਗਾ? ਹਾਂਜੀ, ਉਹ ਜਦੋਂ ਵਾਪਸ ਜਾਣਾ ਉਹ ਕਾਨੂੰਨ ਪਾਸ ਹੋ ਜਾਣਾ, ਪੇਸ਼ ਹੋ ਚੁੱਕਿਆ, ਸੈਕੰਡ ਰੀਡਿੰਗ ਹੋ ਚੁੱਕੀ ਹੈ, ਮੈਂ ਵੀ ਉਹਦੇ 'ਤੇ ਬੋਲਿਆ। ਅੱਛਾ ਜੀ। ਉਹਦੇ 'ਚ ਜਿਹੜਾ ਵਿਟਨੈਸ ਨੂੰ ਪ੍ਰੋਟੈਕਟ ਕਰਨ ਵਾਸਤੇ ਜਿਹੜਾ ਸਰਕਾਰ ਨੇ ਹੀਲਾ ਕਰਨਾ ਪੂਰਾ, ਵੀ ਜੇ ਕੋਈ ਸਾਡੇ ਕੋਲ ਆ ਕੇ ਦੱਸਦਾ, ਅਸੀਂ ਉਹਨੂੰ ਮੁਕੰਮਲ ਤੌਰ 'ਤੇ ਪ੍ਰੋਟੈਕਸ਼ਨ ਕਈ ਕਿਸਮ ਦੀ ਹੁੰਦੀ ਹੈ ਤਾਂ ਕਿ ਉਹਨੂੰ ਬਚਾਇਆ ਜਾ ਸਕਦਾ, ਉਹਨੂੰ ਪੂਰੀ ਤਸੱਲੀ ਦੇ ਕੇ ਬਚਾਇਆ ਜਾ ਸਕੇ। ਇੱਕ ਤਾਂ ਇਹ ਹੈਗਾ। ਇੱਕ ਸਰਕਾਰ ਨੇ ਅੱਜ ਫੰਡਿੰਗ ਐਲਾਨ ਕੀਤੀ ਹੈਗੀ ਹੈ ਆਪਣੇ, ਮੈਨੂੰ ਐਗਜ਼ੈਕਟਲੀ ਯਾਦ ਨਹੀਂ, 9 ਸਕੂਲ ਬੋਰਡਾਂ ਵਾਸਤੇ ਜਿੱਥੇ ਜਿੱਥੇ ਇੰਪੈਕਟ ਹੈਗਾ, ਤਾਂ ਕਿ ਉਹਦੇ 'ਚ ਜਿਹੜੇ ਬੱਚੇ, ਜਿਵੇਂ ਤੁਹਾਨੂੰ ਮੈਂ ਪਹਿਲਾਂ ਗੱਲ ਕਿਹਾ, ਜਿਨ੍ਹਾਂ ਬੱਚਿਆਂ ਨੂੰ ਲੋੜ ਹੈਗੀ ਐਕਸਟਰਾ ਮਦਦ ਦੀ, ਤਾਂ ਕਿ ਉਹਨਾਂ ਨੂੰ ਐਕਸਟਰਾ ਮਦਦ ਕੀਤੀ ਜਾ ਸਕੇ। ਕੋਈ ਐਕਸਟਰਾ ਟੀਚਰ ਦੀ, ਕੋਈ ਐਕਸਟਰਾ ਕਲਾਸ ਲਾਉਣ ਦੀ ਲੋੜ ਹੈ,
ਉਹ ਫੰਡਿੰਗ ਅਸੀਂ ਦਿੱਤੀ ਤਾਂ ਕਿ ਜਿਹੜੇ ਬੱਚੇ ਪਿੱਛੇ ਰਹਿ ਜਾਂਦੇ ਆ ਉਹਨਾਂ ਨੂੰ ਅਪਲਿਫਟ ਕਰਕੇ ਉਹਨਾਂ ਨੂੰ ਬਾਕੀਆਂ ਦੇ ਨਾਲ ਰਲਾਇਆ ਜਾ ਸਕੇ। ਅੱਛਾ, ਹੁਣ ICBC ਦਾ ਦੱਸੋ ਜੀ। ਲੋਕ ਬੜੇ ਔਖੇ ਆ ਕਿ ਭਾਵੇਂ ਅਸੀਂ ਸੇਫ ਡਰਾਈਵਰ ਹੋਈਏ ਪਰ ਸਾਡੀਆਂ ਹਰ ਸਾਲ ਇੰਸ਼ੋਰੈਂਸ ਵੱਧ ਜਾਂਦੀਆਂ ਨੇ। ਕਈ ਲੋਕ ਤੇ ਕਾਰ ਰੱਖਣ ਤੋਂ ਹੁਣ ਅਸਮਰੱਥਾ ਪ੍ਰਗਟਾਉਂਦੇ ਜਾ ਰਹੇ ਨੇ ਜੀ। BC ਹਾਈਡਰੋ ਤੇ ICBC ਦੀ ਇੱਕੋ ਹੀ ਸਟੋਰੀ ਹੈ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ BC ਹਾਈਡਰੋ ਦੇ ਜਿਹੜੇ ਇੰਡੀਪੈਂਡੈਂਟ ਪਾਵਰ ਪ੍ਰੋਜੈਕਟ ਸਾਈਨ ਕੀਤੇ ਹੋਏ ਆ $16 ਬਿਲੀਅਨ ਦੇ, ਅਸੀਂ ਉਹਨਾਂ ਨੂੰ ਕੁਝ ਨਹੀਂ ਕਰ ਸਕਦੇ। ਅੱਛਾ, ਉਹ ਕੰਟਰੈਕਟ ਉਹ ਸਾਈਨ ਕੀਤੇ ਹੋਏ ਆ, ਲੀਗਲ ਡਾਕੂਮੈਂਟ ਨੇ, ਉਹਨਾਂ ਨੂੰ ਕੋਈ ਸਰਕਾਰ ਟੱਚ ਨਹੀਂ ਕਰ ਸਕਦੀ। ਇੱਕੋ ਹੀ ਤਰੀਕਾ ਟੱਚ ਕਰ ਸਕਦੇ ਉਹਨਾਂ ਦੇ $16 ਬਿਲੀਅਨ ਦੇ ਦਿਓ ਅੱਜ, ਦਿਓ, ਕੰਟਰੈਕਟ ਤੋਂ ਬਾਹਰ ਹੋ ਜਾਈਏ। ਹਾਂਜੀ, ਉਹ ਇਹ ਕਰ ਸਕਦੇ। ਪਰ ਉਹ ਪੈਸੇ ਉਵੇਂ ਸਰਪਲਸ ਹੁੰਦੀ ਰਹਿਣੀ ਬਿਜਲੀ, ਉਵੇਂ ਉਹ ਘੱਟ 'ਚ ਵਿਕਣੀ ਹੈ, ਉਹ ਉਵੇਂ ਚੱਲੀ ਜਾਣਾ ਕੰਮ। ਅੱਛਾ ਜੀ, ਠੀਕ ਹੈ। ਉਹਦੇ ਤੇ ਆਉਣ ਵਾਲੀ ਸਰਕਾਰ ਜਿਹੜੀ ਹੈਗੀ, ਕਈ ਵਾਰੀ ਆਉਣ ਵਾਲੀ ਸਰਕਾਰ ਦੇ ਹੱਥ ਬੰਨ੍ਹ ਕੇ ਪੁਰਾਣੀ ਸਰਕਾਰ ਚਲੀ ਜਾਂਦੀ। ਇਸੇ ਤਰੀਕੇ ਜਿਹੜਾ BC ਤੁਸੀਂ ICBC ਦੀ ਗੱਲ ਕਰਦੇ ਹੋ, ਉਹਦੀ ਕਹਾਣੀ ਵੀ ਬਹੁਤ ਸਿਮਿਲਰ ਹੈ। ਅੱਛਾ ਜੀ। ਉਹਦੇ 'ਚ ਇੱਕ ਤਾਂ ਹੈਗਾ ਵੀ $1.3 ਬਿਲੀਅਨ ਇਹਨਾਂ ਨੇ ਜਿਹੜਾ ਕੱਢ ਕੇ ਬਜਟ ਬੈਲੈਂਸ ਕੀਤਾ, ਉਹ ਉਹਨਾਂ ਨੇ ਕਰਜ਼ਾ ਲਿਆ, ਉਹ ਲਿਆ ਕੇ ਮੇਨ ਬਜਟ ਦੇ ਵਿੱਚ ਜਿਹੜਾ ਰੈਵਨਿਊ ਦੇ ਵਿੱਚ ਪਾ ਕੇ ਇਹਨਾਂ ਨੇ ਬਜਟ ਬੈਲੈਂਸ ਕੀਤਾ, ਉਹ ਖੜਾ ਹੈ। ਅੱਛਾ ਜੀ। ਦੂਜਾ ਇਹ ਹੈਗਾ ਵੀ 16 ਸਾਲ ਉਹਨੂੰ ਐਫੀਸ਼ੀਐਂਟ ਬਣਾਉਣ ਵਾਸਤੇ ਸਰਕਾਰ ਨੇ ਕੁਝ ਨਹੀਂ ਕੀਤਾ। ਉਹਦਾ ਇੱਕ ਕਾਰਨ ਸੀਗਾ ਕੁਝ ਤਬਦੀਲੀਆਂ ਕੀਤੀਆਂ, ਉਹ ਤਬਦੀਲੀਆਂ ਹਕੀਕਤ ਦੇ ਵਿੱਚ ਮਾੜੀਆਂ ਹੋਈਆਂ। ਇੱਕ ਤਾਂ ਹੈਗਾ ਵੀ ਜਿਹੜਾ ਕੇਸ ਅੱਜ ਜਿਹੜਾ ਜਿੱਥੇ ਇੰਜਰੀ ਨਹੀਂ ਹੁੰਦੀ, ਮਸਕੂਲਰ ਪੇਨ ਹੈ, ਉਹ ਜਿਹੜਾ ਆਮ ਤੌਰ ਦੇ ਉੱਤੇ ਆਪਾਂ ਨੈਸ਼ਨਲੀ ਦੇਖੀਏ ਜਿਹੜਾ ਕੇਸ ਆ, ਉਹ 8-10 ਹਜ਼ਾਰ ਤੱਕ ਜਿਹੜਾ ਉਹਦਾ ਫਾਈਨਲ ਹੋਣਾ ਚਾਹੀਦਾ। ਅੱਛਾ ਜੀ। 2.5 ਲੱਖ ਦੇ ਵਿੱਚ ਉਹ ਸੈਟਲ ਹੋ ਰਿਹਾ। ਉਹਦਾ ਕਾਰਨ ਇੱਕ ਤਾਂ ਲੀਗਲ ਫੀਸ ਤੇ ਇੱਕ ਜਿਹੜੀਆਂ ਡਾਕਟਰਾਂ ਦੇ ਖਰਚੇ, ਉਹ ਇੰਨਾ ਵੱਧ ਚੁੱਕਿਆ ਕੰਮ ਸਿਸਟਮ ਦੇ ਵਿੱਚ, ਉਹਨੂੰ ਕਿਸੇ ਸਟੇਜ ਦੇ ਉੱਤੇ ਜਾ ਕੇ ਕਿਸੇ ਨੇ ਚੈੱਕ ਕਰਕੇ ਉਹਨੂੰ ਜਿਹੜਾ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਹੁਣ ਡੇਵਿਡ ਈਵੀ ਨੇ ਜਾ ਕੇ ਕੀਤਾ, ਪਰ ਉਹਦਾ ਇੰਪੈਕਟ ਹੋਣ ਤੇ 2 ਸਾਲ ਲੱਗਣਗੇ। ਅੱਛਾ। ਹੁਣ ਉਹਨਾਂ ਨੇ ਕੈਪ ਕਰਤਾ, ਜੇ ਮਸਕੂਲਰ ਇੰਜਰੀ ਹੈ ਤਾਂ ਬੰਦੇ ਨੂੰ $5500 ਦੇਣਾ, ਤੇ ਉਹਦੇ ਤੇ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ। ਉਹਦੇ ਨਾਲ ਜਿਹੜਾ ਹੈਗਾ ਮੇਰੇ ਖਿਆਲ ਦੇ ਵਿੱਚ $300 ਮਿਲੀਅਨ ਦਾ ਫਾਇਦਾ ICBC ਨੂੰ ਹੋਣਾ। ਅੱਛਾ। ਇਸੇ ਤਰੀਕੇ ਨਾਲ ਲਿਬਰਲ ਸਰਕਾਰ ਨੇ ਕੰਮ ਕੀਤਾ। ਤੁਹਾਨੂੰ ਪਤਾ ਹੋਣਾ, ਪਹਿਲਾਂ ਜਦੋਂ ਕੋਈ ਕਾਰ ਦਾ ਐਕਸੀਡੈਂਟ ਹੁੰਦਾ ਸੀਗਾ, ਉਹਦੀ ਅਸੈਸਮੈਂਟ ਕਰਨ ਵਾਸਤੇ ਆਪਾਂ ਨੂੰ ICBC ਦੇ ਐਡਜਸਟਰ ਕੋਲੇ ਜਾਂ ਅਸੈਸਰ ਕੋਲ ਜਾਣਾ ਪੈਂਦਾ ਸੀ। ਉਹ ਉਸ ਲੋਕਾਂ ਨੂੰ ਜਵਾਬ ਦੇ ਬੰਦਾ ਸੀਗਾ, ਉਹ ਆਪਣੀ ਕਰਕੇ ਦੇ ਦਿੰਦਾ ਸੀ ਤੇ ਮੁੜ ਕੇ ਤੁਹਾਨੂੰ ਕਹਿੰਦੇ ਵੀ ਕਿਸੇ ਵੀ ਦੁਕਾਨ ਤੋਂ ਜਾ ਕੇ ਤੁਸੀਂ ਆਹ ਲਿਸਟ ਦੇ ਵਿੱਚੋਂ ਆਪਣੀ ਕਾਰ ਕਰੈਕਟ ਕਰਾ ਸਕਦੇ ਹੋ। ਉਹ ਸਾਰੇ ਬੰਦਿਆਂ ਨੂੰ ਪਾਸੇ ਕਰ ਦਿੱਤਾ ਗਿਆ, ਜਿੰਨੇ EMPLOYEE ਸੀਗੇ, ਉਹ ਔਰਤਾਂ ਜਾਂ ਬੰਦੇ, ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ। ਉਹ ਤਾਕਤ ਦੁਕਾਨਾਂ ਨੂੰ ਹੀ ਦੇ ਦਿੱਤੀ ਗਈ, ਸਿੱਧੀ। ਅੱਛਾ। ਉਹਦੇ ਨਾਲ ਕੁਝ ਸਮੇਂ ਦੇ ਵਿੱਚ ਜਿਹੜਾ ਟੋਟਲ ਜਿਹੜਾ ਉਹਦਾ ਖਰਚਾ ਰਿਪੇਅਰ ਦਾ, ਉਹ $300 ਮਿਲੀਅਨ ਉੱਪਰ ਚੱਲ ਗਿਆ। ਹਾਂਜੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ। ਉਹਨੂੰ ਜਿਹੜਾ ਬੜੀ ਤੇਜ਼ੀ ਦੇ ਨਾਲ ਕਰੈਕਟ ਕੀਤਾ ਜਾ ਰਿਹਾ, ਪਰ ਇਨ ਦੀ ਮੀਨ ਟਾਈਮ ਜਿਹੜਾ ਲਿਬਰਲ ਸਰਕਾਰ ਦੇ ਦੁਆਰਾ ਸਰਕਾਰ ਬਣਦੀ ਸੀ, ਇਹਨਾਂ ਦੀ ਆਪਣੀ ਰਿਪੋਰਟ ਦੇ ਮੁਤਾਬਕ 25% ਜਿਹੜੇ ਰੇਟ ਵਧਣੇ ਸੀ। 25%। ਅਸੀਂ ਮਿਨੀਮਮ ਰੇਟ ਜਿਹੜੇ 6% ਹੈ ਉਹ ਵਧਾਏ ਆ, ਪਰ ਉਹਨੂੰ ਤੁਸੀਂ ਰੋਕ ਨਹੀਂ ਸਕਦੇ, ਹੋਰ ਕੋਈ ਢੰਗ ਨਹੀਂਗਾ। ਪਰ ਉਹਨੂੰ ਮੈਂ ਸਮਝਦਾ ਕਿ ਜਿਹੜੇ ਹਿਸਾਬ ਨਾਲ ਡੇਵਿਡ ਈਵੀ ਸਾਹਿਬ ਕੰਮ ਕਰ ਰਹੇ ਆ, ਕਿ ਉਹ ਸਾਲ 1.5 ਸਾਲ ਦੇ ਵਿੱਚ ਜਿਹੜੀ ਹੈਗੀ ਹੈ ਉਹ ਬੈਲੈਂਸ ਦੇ ਵਿੱਚ ਉਹਦੇ ਆਉਣ ਦੀ ਸੰਭਾਵਨਾ ਹੈਗੀ। ਅੱਛਾ, ਹੁਣ ਇੱਕ ਜਦੋਂ ਵੀ ਚੋਣਾਂ ਆਉਂਦੀਆਂ ਨੇ, ਉਹ 'ਚ ਵੱਡਾ ਮੁੱਦਾ ਬਣਦਾ ਹੈ ਸਕੂਲਾਂ ਦੇ ਵਿੱਚ ਖੋਖੇ ਨੁਮਾ ਕਮਰੇ ਨੇ ਜਿਹੜੇ ਪੋਰਟੇਬਲ। ਹਾਂਜੀ। ਉਹ ਅਕਸਰ ਜਿੱਥੇ ਤੁਸੀਂ ਵੀ ਜਾਂਦੇ ਹੋਵੋਗੇ, ਲੋਕ ਤਰਾਹ ਕਰਦੇ ਨੇ, ਉਹ 'ਚ ਵੱਡੀ ਗਿਣਤੀ ਸਰੀ ਦੇ ਵਿੱਚ ਨੇ ਜਿਹੜੇ ਪੋਰਟੇਬਲ ਨੇ। ਉਹ ਕਦ ਤੱਕ ਚੱਕੇ ਜਾਣਗੇ? ਸਰੀ ਦੇ ਜਿਹੜੇ ਪੋਰਟੇਬਲ ਨੇ ਜੀ, ਉਹਦੀ ਮੈਂ ਤੁਹਾਨੂੰ ਦੱਸ ਦਿੰਦਾ ਕਹਾਣੀ। ਉਹਦੀ ਅਗੇਨ ਥੋੜ੍ਹੀ ਕੰਪਲੈਕਸ ਕਹਾਣੀ ਹੈਗੀ ਹੈ ਜੀ। ਅਸੀਂ ਵਾਅਦਾ ਕੀਤਾ ਸੀ ਕਿ 7000 ਸੀਟਾਂ ਅਸੀਂ ਨਵੀਆਂ ਸਰੀ ਦੇ ਵਿੱਚ ਬਣਾਉਣੀਆਂ 4 ਸਾਲਾਂ ਦੇ ਵਿੱਚ, 4 ਸਾਲ। ਉਦੋਂ 7000 ਬੱਚੇ ਪੋਰਟੇਬਲ ਸੀਗੇ ਉਸ ਵਕਤ ਜਦੋਂ ਵਾਅਦਾ ਹੋਇਆ। ਜੇ ਤੁਸੀਂ ਉਸ ਵੇਲੇ ਮੰਨ ਲਓ 7000 ਤੁਸੀਂ ਬਣਾ ਦਿਓ ਤਾਂ ਉਹ ਖਾਲੀ ਹੋ ਜਾਣੇ ਚਾਹੀਦੇ ਆ, ਪਰ ਇਹ ਕੰਮ ਇਉਂ ਨਹੀਂ ਚੱਲ ਰਿਹਾ। ਇਹਦੇ 'ਚ 2 ਗੱਲਾਂ ਵਾਪਰ ਗਈਆਂ। ਇੱਕ ਤਾਂ ਲਿਬਰਲ ਸਰਕਾਰ ਨੇ ਲੜਾਈ ਕੀਤੀ ਟੀਚਰ ਦੇ ਨਾਲ 10 ਸਾਲ ਕਿ ਕਲਾਸ ਸਾਈਜ਼ ਬਾਰੇ ਤੁਸੀਂ ਗੱਲ ਨਹੀਂ ਕਰ ਸਕਦੇ। ਬਾਅਦ ਜਿੱਤੇ ਵੀ ਆ ਕੇਸ, ਉਹ ਕੋਰਟ ਦੇ ਵਿੱਚ ਕੇਸ ਚੱਲ ਗਿਆ, 10 ਸਾਲ ਕੇਸ ਚੱਲੀ ਗਿਆ, ਪਰ 10 ਸਾਲਾਂ ਦੇ ਵਿੱਚ ਕਲਾਸ ਸਾਈਜ਼ ਵਧੀ ਗਿਆ ਕਿਉਂਕਿ ਉਹ ਉਹਨਾਂ ਦੇ ਕਾਬੂ 'ਚ ਨਹੀਂ ਸੀਗਾ। 10 ਸਾਲਾਂ ਬਾਅਦ ਕੋਰਟ ਨੇ ਫੈਸਲਾ ਦਿੱਤਾ ਹੁਣ ਵੀ ਕਲਾਸ ਸਾਈਜ਼ ਜਿਹੜਾ ਉਹ 10 ਸਾਲ ਪਹਿਲਾਂ ਸੀ ਉਹ ਲੈ ਕੇ ਆਓ। ਅੱਛਾ। ਉਹ ਹੁਣ ਇੱਕ ਸਕੂਲ ਦੇ ਵਿੱਚ ਐਡਜਸਟ ਕਰਨ ਵਾਸਤੇ ਤੁਹਾਨੂੰ ਕਈ ਵਾਰੀ 5, 6, 7 ਨਵੇਂ ਪੋਰਟੇਬਲ ਲਾਉਣੇ ਪੈ ਰਹੇ ਆ। ਅੱਛਾ ਜੀ। ਉਹਦੇ 'ਚ ਹੋਰ ਉਹ ਕਲਾਸ ਸਾਈਜ਼ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਣ ਵਾਸਤੇ, ਇੱਕ ਤਾਂ ਹੁਣ ਪੋਰਟੇਬਲ ਉਸ ਕਲਾਸ ਨੂੰ ਐਡਜਸਟ ਕਰਨ ਵਾਸਤੇ ਲੱਗ ਰਿਹਾ। ਸੈਕੰਡ, ਗਿਣਤੀ ਭਾਵੇਂ 19 ਹੀ ਹੈ, ਗਿਣਤੀ ਭਾਵੇਂ 19 ਰਵੇ, ਹਾਂ,
ਪਰ ਕਲਾਸ ਸਾਈਜ਼ ਛੋਟਾ ਕਰਨਾ ਅਕੋਰਡਿੰਗ ਟੂ ਸੁਪਰੀਮ ਕੋਰਟ ਉਹਦਾ ਕੋਰਟ ਦਾ ਫੈਸਲਾ। ਦੂਸਰੀ ਗੱਲ ਹੈਗੀ ਕਿ ਗਿਣਤੀ ਵੀ ਉਨੀ ਨਹੀਂ ਹੈ। ਗਿਣਤੀ ਸਾਡੀ ਸਰੀ ਦੇ ਵਿੱਚ ਸਭ ਤੋਂ ਵੱਧ ਰਿਹਾ ਤੇਜ਼ੀ ਨਾਲ ਇਹ ਸ਼ਹਿਰ ਹੈਗਾ ਨਾ। 12,000 ਬੰਦਾ ਇੱਥੇ ਆਉਂਦਾ, ਉਹਦੇ ਨਾਲ ਬੱਚੇ ਵੀ ਆਉਂਦੇ ਆ, ਉਹ ਵੀ ਪੋਟੇ ਵਧ ਰਹੇ ਆ। ਅਸੀਂ ਬਹੁਤ ਜ਼ਿਆਦਾ ਦਬਾਅ ਪਾਇਆ ਹੋਇਆ ਜਿਹੜਾ ਸਾਡੇ ਮੰਤਰੀ ਸਾਹਿਬ ਦੇ ਉੱਤੇ। ਮੰਤਰੀ ਬੜਾ ਇਫੈਕਟਿਵ ਹੈ, ਇਨ ਮਾਈ ਵਿਊ, ਯੰਗ ਮੈਨ, ਕੰਮ ਕਰ ਰਿਹਾ ਬਹੁਤ ਤੇਜ਼ੀ ਦੇ ਨਾਲ। ਅਸੀਂ ਸਕੂਲ ਡਿਸਟ੍ਰਿਕਟ ਦੇ ਨਾਲ ਸਭ ਤੋਂ ਪਹਿਲੀ ਮੀਟਿੰਗ ਅਸੀਂ ਉਹਨਾਂ ਨਾਲ ਕੀਤੀ ਸੀਗੀ। ਆਮ ਤੌਰ ਦੇ ਉੱਤੇ ਜੇ ਆਪਾਂ ਅੱਜ ਮੰਨ ਲਈਏ ਵੀ ਇਸ ਥਾਂ 'ਤੇ ਸਕੂਲ ਬਣਨਾ ਤਾਂ ਉਹ ਜਿੱਦਾਂ ਇਹ ਮੰਨ ਲਿਆ ਜਾਵੇ, ਉਹਦੇ ਬਾਰੇ ਕੰਮ ਸ਼ੁਰੂ ਕਰ ਦਿੱਤਾ ਜਾਵੇ ਸਕੂਲ ਡਿਸਟ੍ਰਿਕਟ ਵੱਲੋਂ, ਅਤੇ ਸਾਰੇ ਜਿਹੜਾ ਸਟੈਪ ਆ ਉਹ ਸਮੇਂ ਸਿਰ ਹੁੰਦੇ ਰਹਿਣ, ਕਿਤੇ ਕੋਈ ਬਲੋਕ ਨਾ ਹੋਵੇ, 4 ਸਾਲ ਲੱਗਣਗੇ ਸਕੂਲ ਬਣਨ। ਇਹਦਾ ਮਤਲਬ ਇੱਕ ਟਰਮ ਤਾਂ ਇਸ ਤਰੀਕੇ ਨਾਲ 4 ਸਾਲ ਬਾਅਦ ਸਕੂਲ ਖੜਾ ਹੋ। 4 ਸਾਲ ਦੀ ਸਰਕਾਰ ਹੁੰਦੀ ਹੈ ਜੀ। 4 ਸਾਲ ਸਰਕਾਰ ਹੁੰਦੀ ਹੈ ਜੀ। ਪਰ ਅਸੀਂ ਮੰਤਰੀ ਤੇ ਜਿਹੜਾ ਹੈਗਾ ਆਪਸ਼ਨਾਂ ਕੰਮ ਕਰਕੇ ਉੱਥੇ ਇੱਕ ਬੰਦਾ ਸਕੂਲ ਡਿਸਟ੍ਰਿਕਟ ਦੇ ਵਿੱਚ ਲਿਆ ਕੇ ਬਿਠਾਤਾ ਤਾਂ ਕਿ ਫਾਈਲ ਬਾਰ-ਬਾਰ ਇੱਥੋਂ ਵਿਕਟੋਰੀਆ ਤੇ ਵਿਕਟੋਰੀਆ ਤੋਂ ਇੱਥੇ ਆਉਣ ਦੀ ਲੋੜ ਨਾ ਪਵੇ। ਉੱਥੇ ਬੰਦਾ ਬੈਠਾ ਹੈ, ਅੱਛਾ, ਉੱਥੇ ਹੀ ਕੰਮ ਕੀਤਾ ਜਾਵੇ। ਇੱਕ ਸਾਲ ਅਸੀਂ ਉਹਦੇ ਚੋਂ ਘਟਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਸੋ 4 ਸਾਲ ਨੂੰ 3 ਸਾਲ ਤੇ ਰਹੇ। ਹਾਂ, ਘਟਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਇਸ ਵੇਲੇ 7,000 ਸੀਟ ਦੀ ਫੰਡਿੰਗ ਪਾਸ ਹੈ, ਜੋ ਵਾਅਦਾ ਹੋਇਆ ਸੀ। ਹਾਂ, ਉਹ ਪਾਸ ਹੈ। ਉਹਦੇ 'ਚ ਬਹੁਤ ਸਾਰੇ ਐਲਾਨ ਵੀ ਸ਼ੁਰੂ ਹੋ ਗਏ ਅਤੇ ਕੰਸਟਰਕਸ਼ਨ ਵੀ ਸ਼ੁਰੂ ਹੋ ਗਈ। 2 ਨਵੇਂ ਸਕੂਲਾਂ ਦਾ ਐਲਾਨ ਆਲਰੇਡੀ ਹੋ ਚੁੱਕਿਆ ਹੈ ਸਰੀ 'ਚ। ਹਾਂਜੀ। ਅਤੇ ਜਿਹੜੇ ਬਹੁਤ ਸਾਰੀਆਂ ਐਡੀਸ਼ਨ ਜਿੱਥੇ ਸਕੂਲਾਂ ਦੇ ਵਿੱਚ ਥਾਂ ਹੈਗੀ, ਐਕਸਟਰਾ ਕਮਰੇ ਵੀ ਬਣਾ ਰਹੇ ਹਾਂ ਅਸੀਂ, ਉੱਥੇ ਕਮਰੇ ਬਣ ਜਾਣ, ਉਹ ਬਣ ਰਹੇ ਆ। ਪਰ ਤੁਹਾਨੂੰ ਜਾਣਨ ਦੀ ਲੋੜ ਇਹ ਹੈਗੀ ਹੈ ਕਿ ਪਿਛਲੇ ਆਲਮੋਸਟ 10 ਸਾਲਾਂ ਦੇ ਵਿੱਚ ਲਿਬਰਲ ਸਰਕਾਰ ਨੇ ਕੋਈ ਕੈਪੀਟਲ ਫੰਡਿੰਗ ਸਕੂਲ ਬਣਾਉਣ ਵਾਸਤੇ ਸਰੀ ਨੂੰ ਦਿੱਤੀ ਨਹੀਂ ਹੈ। ਕੋਈ ਕੈਪੀਟਲ ਫੰਡਿੰਗ, ਜਿਹੜੀ ਉਦੋਂ ਪਹਿਲਾਂ ਦੀ ਕੈਪੀਟਲ ਫੰਡਿੰਗ ਸੀ ਉਹਦੇ ਨਾਲ ਇੱਕ ਸਕੂਲ ਬਣ ਕੇ ਪਿਛਲੇ 5 ਸਾਲਾਂ ਦੇ ਵਿੱਚ ਇੱਕ ਸਕੂਲ ਬਣਿਆ। ਅਸੀਂ ਪਹਿਲੇ 15 ਮਹੀਨਿਆਂ 'ਚ 2 ਸਕੂਲਾਂ ਦਾ ਐਲਾਨ ਕਰ ਚੁੱਕੇ ਹਾਂ, ਔਰ ਮੇਰੇ ਖਿਆਲ ਵਿੱਚ 8-10 ਜਿਹੜੀਆਂ ਐਡੀਸ਼ਨ ਨੇ ਸਕੂਲਾਂ ਦੇ ਵਿੱਚ ਉਹ ਐਲਾਨ ਕਰ ਚੁੱਕੇ ਹਾਂ। ਅਤੇ 4 ਸਾਲਾਂ ਦੇ ਵਿੱਚ ਜਿਹੜੀਆਂ 7,000 ਸੀਟਾਂ ਉਹਦਾ ਫੰਡਿੰਗ ਹੈਗੀ ਹੈ, ਲੇਕਿਨ ਉਹ ਬਣ ਕੇ ਕਦੋਂ ਤਿਆਰ ਹੋਣੀ ਹੈ, ਉਹਦੇ 'ਚ ਸਿਟੀ ਦੇ ਪਰਮਿਟ ਅਤੇ ਹੋਰ ਪਰਮਿਟ ਉਹ ਸਾਰੇ ਮਿਲ ਕੇ ਜਿਹੜੇ ਉਸ ਹਿਸਾਬ ਨਾਲ ਸਮਾਂ ਉਹਦੇ 'ਤੇ ਲੱਗ ਸਕਦਾ। ਸੋ ਦੋਸਤੋ, ਅਸੀਂ ਲਗਭਗ ਆਖਰੀ ਪੜਾਅ ਵੱਲ ਵਧਦੇ ਜਾ ਰਹੇ ਹਾਂ। ਸੋ ਬਰਾੜ ਸਾਹਿਬ ਸਾਡੇ ਅੱਜ ਮਹਿਮਾਨ ਨੇ ਅਤੇ ਉਹ ਰਿਪੋਰਟ ਕਾਰਡ ਪੇਸ਼ ਕਰ ਰਹੇ ਨੇ ਕਿ ਇਹਨਾਂ ਲਗਭਗ 18-20 ਮਹੀਨਿਆਂ ਦੇ ਵਿੱਚ ਜਿਹੜੇ ਦਾਅਵੇ ਅਤੇ ਵਾਅਦੇ ਪੇਸ਼ ਕੀਤੇ ਗਏ ਸਨ, ਉਹਨਾਂ ਵਿੱਚੋਂ ਹੁਣ ਤੱਕ ਕਿੰਨਿਆਂ ਨੂੰ ਬੂਰ ਪਿਆ ਜਾਂ ਕਿੰਨਿਆਂ 'ਤੇ ਫੁੱਲ ਉਹ ਚੜ੍ਹਾ ਚੁੱਕੇ ਨੇ। ਅਖੀਰ ਦੇ ਵਿੱਚ ਲਗਭਗ ਆਪਣੇ ਕੋਲੇ 2 ਮਿੰਟ ਦਾ ਟਾਈਮ ਫਰੇਮ ਹੈ ਜੀ। ਇਹਨੂੰ ਜੇ ਕਨਕਲੂਡ ਕਰਨਾ ਹੋਵੇ ਤਾਂ ਕੀ ਕਹੋਗੇ? ਕਨਕਲੂਡ ਦੇ ਵਿੱਚ ਇਹ ਹੈ ਜੀ, ਮੈਂ ਸਾਰੇ ਜਿਹੜੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਸਾਨੂੰ ਸ਼ਾਇਦ ਜਿਹੜਾ ਧਿਆਨ ਦੇ ਕੇ ਸੁਣਿਆ ਜੀ। ਉਹਦੇ 'ਚ ਇਹੀ ਹੈਗੀ ਕਿ 16 ਸਾਲ ਜਿਹੜੀ ਲਿਬਰਲ ਸਰਕਾਰ ਰਹੀ ਹੈ, ਉਹਨਾਂ ਦਾ ਜਿਹੜਾ ਮੇਨ ਫੋਕਸ ਸੀਗਾ ਉਹ ਆਮ ਲੋਕਾਂ ਨੂੰ ਨਹੀਂ ਬਲਕਿ ਜਿਹੜਾ ਅਮੀਰ 2% ਲੋਕ ਨੇ ਉਹਨਾਂ ਨੂੰ ਸਹੂਲਤ ਦੇਣ ਦਾ ਸੀਗਾ। ਔਰ ਉਹਨਾਂ ਨੇ ਜਿਹੜਾ ਹੈਗਾ ਉਹਦੇ 'ਚ ਸਾਡੇ ਸਾਹਮਣੇ ਐਕਸ਼ਨ ਵੀ ਆਏ ਹੈ ਕਿ 2% ਲੋਕਾਂ ਨੂੰ 3 ਵਾਰੀ ਟੈਕਸ ਕੱਟ ਦਿੱਤਾ ਗਿਆ ਜਿਹੜਾ ਉਹਨਾਂ ਨੇ ਮੰਗਿਆ ਨਹੀਂ। ਆਮ ਲੋਕਾਂ ਦਾ ICBC ਵੀ ਵਧਿਆ, ਆਮ ਲੋਕਾਂ ਦਾ BC ਹਾਈਡਰੋ ਵੀ ਵਧਿਆ, ਬੱਚਿਆਂ ਦੀ ਟਿਊਸ਼ਨ ਫੀਸ ਵੀ ਵਧੀ ਹੈ, ਜਿਹੜਾ ਬਜ਼ੁਰਗਾਂ ਦਾ ਟੈਕਸ ਜਿਹੜਾ ਬੱਸ ਪਾਸ ਵੀ ਖੋਇਆ ਗਿਆ, ਉਹਦੇ 'ਚ ਸਾਰੀਆਂ ਸਰਵਿਸਿਜ਼ 'ਤੇ ਕੱਟ ਵੀ ਲਾਈ ਗਈ ਹੈ। ਜੌਨ ਹੌਰਗਨ ਸਰਕਾਰ ਜਿਹੜੀ ਹੈਗੀ ਹੈ ਉਹ ਉਸੇ ਹੀ ਜਿਹੜਾ ਪੈਸਾ ਸਾਡੀ ਜਿਹੜੀ ਇਕੋਨਮੀ ਹੈਗੀ ਹੈ ਉਹਨੂੰ ਆਮ ਲੋਕਾਂ ਦੀ ਬਿਹਤਰੀ ਵਾਸਤੇ ਅਸੀਂ ਲਾ ਰਹੇ ਹਾਂ, ਜਿਹਦੇ 'ਚ ਆਮ ਲੋਕਾਂ ਦੀ ਜ਼ਿੰਦਗੀ ਨੂੰ ਅਫੋਰਡੇਬਲ ਬਣਾ ਰਹੇ ਹਾਂ। ਜਿਹੜੀਆਂ ਸਰਵਿਸਿਜ਼ ਨੇ, ਹੈਲਥ ਕੇਅਰ, ਐਜੂਕੇਸ਼ਨ, ਉਹਨੂੰ ਇੰਪਰੂਵ ਕਰ ਰਹੇ ਹਾਂ। ਜਿਹੜੀ ਇਕੋਨਮੀ ਸਾਡੀ ਹੈਗੀ ਹੈ ਉਹਦਾ ਬੈਨੀਫਿਟ ਅਸੀਂ ਮਿਡਲ ਕਲਾਸ ਲੋਕਾਂ ਨੂੰ ਦੇ ਰਹੇ ਹਾਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਹਾਂ, ਸਭ ਤੋਂ ਵੱਡਾ ਟੈਕਸ ਕੱਟ BC ਦੀ ਹਿਸਟਰੀ ਦੇ ਵਿੱਚ ਜਿਹੜਾ ਆਮ ਲੋਕਾਂ ਨੂੰ ਦਿੱਤਾ ਗਿਆ, $2.6 ਬਿਲੀਅਨ MSP ਖਤਮ ਕਰ ਦਿੱਤੀ ਜਾਊਗੀ। ਉਹਦੇ ਬੈਨੀਫਿਟ ਲੋਕਾਂ ਨੂੰ ਮਿਲ ਰਹੇ ਆ। ਸਟੂਡੈਂਟ ਲੋਨ ਜਿਹੜਾ ਹੈਗਾ ਉਹਦਾ ਇੰਟਰਸਟ ਚੱਕ ਦਿੱਤਾ ਗਿਆ ਹੈ। ਬੱਚਿਆਂ ਦੇ ਵਾਸਤੇ ਜਿਹੜਾ ਬੈਨੀਫਿਟ ਬਹੁਤ ਵੱਡਾ ਦਿੱਤਾ ਜਾ ਰਿਹਾ। ਇਸ ਤਰੀਕੇ ਨਾਲ ਜਿਹੜੀ ਜੌਨ ਹੌਰਗਨ ਸਰਕਾਰ ਹੈ ਉਹ ਆਮ ਲੋਕਾਂ 'ਤੇ ਕੰਮ ਕਰ ਰਹੀ ਹੈ। ਜਿਹੜੇ ਅਸੀਂ ਵਾਅਦੇ ਕੀਤੇ ਹੈ ਉਹਨਾਂ ਦੇ ਅਸੀਂ ਇੱਕ ਇੱਕ ਕਰਕੇ ਪਹਿਰਾ ਦੇ ਰਹੇ। ਸੋ ਬਰਾੜ ਸਾਹਿਬ, ਸਮਾਂ ਦੇਣ ਦੇ ਵਾਸਤੇ ਅਤੇ ਆਪਣੇ ਜਿਹੜੇ ਵਾਅਦਿਆਂ ਦੇ ਉੱਤੇ ਫੁੱਲ ਚੜਾਉਣ ਦੇ ਵਾਸਤੇ ਦਰਸ਼ਕਾਂ ਦੇ ਨਾਲ ਜਿਹੜੀ ਸਾਂਝ ਪਾਈ ਹੈ, ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਫਿਰ ਕਿਤੇ ਸਮਾਂ ਬਣਿਆ ਫਿਰ ਗੱਲਬਾਤ ਕਰਾਂਗੇ। ਮਿਹਰਬਾਨੀ ਜੀ। ਮੈਂ ਤੁਹਾਡਾ ਬਹੁਤ ਸ਼ੁਕਰੀਆ ਕਰਦਾ ਜੀ, ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਦੋਸਤੋ, ਇਹ ਸਨ MLA ਜਗਰੂਪ ਬਰਾੜ ਸਾਹਿਬ, ਜਿਨ੍ਹਾਂ ਨੇ ਦੱਸਿਆ ਕਿ ਬੀਤੇ 20 ਮਹੀਨਿਆਂ ਦੇ ਵਿੱਚ ਜੌਨ ਹੌਰਗਨ BC ਸਰਕਾਰ ਵੱਲੋਂ ਇਹਨਾਂ ਨੇ ਕਿਹੜੇ ਵਾਅਦੇ ਤੁਹਾਡੇ ਨਾਲ ਜਿਹੜੇ ਕੀਤੇ ਸੀ ਉਹ ਪੂਰੇ ਕੀਤੇ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਸਰਕਾਰ ਕੀ ਕਰ ਰਹੀ ਹੈ ਅਤੇ ਕੀ ਕਰਨਾ ਚਾਹੁੰਦੀ ਹੈ, ਅਤੇ ਬੀਤੇ 16 ਵਰ੍ਹਿਆਂ ਦੀ ਬੀਤੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਬਾਰੇ ਵੀ ਇਹਨਾਂ ਨੇ ਖੁੱਲ੍ਹ ਕੇ ਦੱਸਿਆ ਹੈ। ਸੋ ਅੱਜ ਦੇ ਸਮੇਂ ਦੀ ਇੱਥੇ ਹੀ ਸਮਾਪਤੀ ਹੋਣ ਜਾ ਰਹੀ ਹੈ। ਅੱਜ ਦਾ ਪ੍ਰੋਗਰਾਮ ਵੇਖਣ ਦੇ ਵਾਸਤੇ ਤੇ ਸਮਾਂ ਸਾਂਝਾ ਕਰਨ ਦੇ ਵਾਸਤੇ ਤੁਹਾਡਾ ਤਹਿ ਦਿਲੋਂ ਧੰਨਵਾਦ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਹਾਂ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਕੱਲ੍ਹ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ। ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।
ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।